ਸ਼ੁਰੂ ਕਰਦੇ ਹਾਂ। ਉਸ ਦੋ ਜਹਾਨ ਦੇ ਪਾਲਨਹਾਰ ਦਾ ਨਾਮ ਲੈ ਕੇ, ਜੋ ਸਭ ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਇੱਕ ਪ੍ਰਸ਼ਨ ਆਇਆ ਹੈ ਸਾਡੇ ਕੋਲ, ਜਲੰਧਰ ਤੋਂ ਹੈ, ਜੀਵ ਦਿਲਬਾਗ ਸਿੰਘ ਉਸਦਾ ਨਾਮ ਹੈ। ਉਸਨੇ ਪ੍ਰਸ਼ਨ ਕੀਤਾ ਹੈ ਕਿ ਮਾਲਕ ਜੀ, ਮੈਂ ਤੁਹਾਡੇ ਸਤਸੰਗ YouTube ਜਾਂ Facebook ਤੇ ਸੁਣਦਾ ਹਾਂ ਤਾਂ ਥੱਲੇ ਕਮੈਂਟ ਆਉਂਦੇ ਹੈ ਕਿ ਮਾਲਕੋ ਤੁਹਾਡਾ ਧਰਮ ਕੀ ਹੈ, ਤੁਹਾਡੀ ਜਾਤ ਕੀ ਹੈ। ਸੋ ਉਸ ਦੀ ਬੇਨਤੀ ਹੈ ਕਿ ਇਹਦੇ ਬਾਰੇ ਦੱਸੋ ਕਿ ਫਕੀਰਾਂ ਦੀ ਜਾਤ ਕੀ ਹੁੰਦੀ ਹੈ, ਫਕੀਰਾਂ ਦਾ ਧਰਮ ਕੀ ਹੁੰਦਾ ਹੈ। ਸੋ ਦਿਲਬਾਗ ਸਿੰਘ ਦੇ ਪ੍ਰਸ਼ਨ ਦਾ ਜੋ ਉੱਤਰ ਹੈ, ਅੱਜ ਉਸ ਤੋਂ ਹੀ ਅਸੀਂ ਸਤਸੰਗ ਦੀ ਇਹ ਸ਼ੁਰੂਆਤ ਕਰਾਂਗੇ ਕਿ ਪੁੱਛਿਆ ਹੈ ਫਕੀਰਾਂ ਦੀ ਜਾਤ ਕੀ ਹੁੰਦੀ ਹੈ, ਫਕੀਰਾਂ ਦਾ ਧਰਮ ਕੀ ਹੁੰਦਾ ਹੈ। ਤੇ ਇੱਥੇ ਤੱਕ ਗੱਲ ਫਕੀਰਾਂ ਦੀ ਪੁੱਛੀ ਹੈ, ਪਰ ਅਸੀਂ ਤਾਂ ਇਹ ਵੀ ਕਹਾਂਗੇ ਕਿ ਜਿੰਨੇ ਵੀ ਇਨਸਾਨ ਦੁਨੀਆ ਤੇ ਹੈ ਨਾ, ਕਿ ਫਕੀਰਾਂ ਦੀ ਗੱਲ ਤਾਂ ਬਹੁਤ ਉੱਪਰ ਚਲੀ ਜਾਂਦੀ ਹੈ, ਕਿਉਂਕਿ ਫਕੀਰ ਤਾਂ ਹੁੰਦਾ ਹੀ ਰੱਬ ਦਾ ਰੂਪ ਹੈ। ਜਿਨ੍ਹਾਂ ਨੇ ਆਪਣੇ ਆਪ ਨੂੰ ਫਨਾਹ ਕਰਕੇ ਉਸ ਪਰਮਾਤਮਾ 'ਚ ਲੀਨ ਕਰ ਦਿੱਤਾ, ਉਹਨਾਂ ਨੂੰ ਕਿਹਾ ਜਾਂਦਾ ਫਕੀਰ, ਫੱਕਰ, ਕਿਉਂਕਿ ਪਹਿਲਾ ਅਕਸ਼ਰ ਹੀ ਹੈ ਫਾ ਯਾਨੀ ਫਨਾਹ। ਜੋ ਫਨਾਹ ਹੋ ਗਏ ਰੱਬ ਦੀ ਜਾਤ ਅੰਦਰ, ਉਹਨਾਂ ਦੀ ਜਾਤ ਤਾਂ ਬਹੁਤ ਬੜੀ ਗੱਲ ਹੈ। ਪਹਿਲੀ ਗੱਲ ਇੱਥੇ ਆ ਜਾਈਏ ਕਿ ਇਨਸਾਨ ਨੂੰ ਹੀ ਦੇਖ ਲਈਏ, ਜੋ ਨਾਰਮਲ ਇਨਸਾਨ ਹੈ, ਸਿੰਪਲ ਲਾਈਫ ਜੀਣ ਵਾਲਾ ਇਨਸਾਨ ਹੈ, ਤਾਂ ਪਰਮਾਤਮਾ ਨੇ ਤਾਂ ਉਹਦੀ ਵੀ ਕੋਈ ਜਾਤ, ਉਹਦਾ ਕੋਈ ਧਰਮ ਨਹੀਂ ਬਣਾਇਆ। ਕਿਉਂਕਿ ਅਗਰ ਕੁਦਰਤ ਦੀਆਂ ਬਣਾਈਆਂ ਹੋਈਆਂ ਦਾਤਾਂ ਨੂੰ ਦੇਖੀਏ, ਕੁਦਰਤ ਦੀ ਬਣਾਈ ਹੋਈ ਸ਼ੈ ਨੂੰ ਦੇਖੀਏ, ਹਰ ਸ਼ੈ ਯਾਨੀ ਹਰ ਚੀਜ਼, ਹੁਣ ਅਸੀਂ ਦੇਖਦੇ ਹਾਂ ਸੂਰਜ ਹੈ, ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ, ਕੁਦਰਤ ਨੇ ਬਣਾਈ ਹੈ, ਤਾਂ ਸੂਰਜ ਨੂੰ ਅਸੀਂ ਕਿਸੇ ਚੀਜ਼ ਨਾਲ ਜੋੜ ਸਕਦੇ ਹਾਂ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ? ਨਹੀਂ, ਸੂਰਜ ਦਾ ਕੰਮ ਹੈ ਸਭ ਨੂੰ ਪ੍ਰਕਾਸ਼ ਦੇਣਾ। ਕਿਉਂਕਿ ਜਿਸ ਮਕਸਦ ਵਾਸਤੇ ਸੂਰਜ ਨੂੰ ਪੈਦਾ ਕੀਤਾ ਗਿਆ, ਉਹ ਆਪਣਾ ਮਕਸਦ ਪੂਰਾ ਕਰ ਰਿਹਾ ਹੈ ਕਿ ਮੈਨੂੰ ਰੱਬ ਨੇ ਬਣਾਇਆ ਹੈ ਸਭ ਨੂੰ ਪ੍ਰਕਾਸ਼ ਦੇਣ ਵਾਸਤੇ। ਇਹ ਰੋਸ਼ਨੀ ਉਹਦੀ ਹੈ, ਜ਼ਰੀਆ ਮੈਨੂੰ ਬਣਾਇਆ ਹੈ। ਇਸੇ ਤਰ੍ਹਾਂ ਧਰਤੀ ਨੂੰ ਪਰਮਾਤਮਾ ਨੇ ਬਣਾਇਆ, ਔਰ ਇਸ ਧਰਤੀ ਤੇ ਅਸੀਂ ਸਾਰੇ ਹੀ ਰਹਿੰਦੇ ਹਾਂ, ਇਸ ਧਰਤੀ 'ਚੋਂ ਭੋਜਨ ਵੀ ਖਾਂਦੇ ਹਾਂ। ਇਹ ਧਰਤੀ ਸਾਨੂੰ ਕਿੱਦਾਂ ਸੰਭਾਲਦੀ ਹੈ? ਜਿੱਦਾਂ ਮਾਂ ਇੱਕ ਬੱਚੇ ਨੂੰ ਸੰਭਾਲਦੀ ਹੈ, ਇਸ ਤਰ੍ਹਾਂ ਧਰਤੀ ਸਾਨੂੰ ਸੰਭਾਲਦੀ ਹੈ। ਤਾਂ ਜੇ ਧਰਤੀ ਵੱਲ ਦੇਖ ਕੇ ਪੁੱਛੀਏ, ਇਹ ਧਰਤੀ ਦੀ ਜਾਤ ਕੀ ਹੈ, ਇਹ ਧਰਤੀ ਦਾ ਧਰਮ ਕੀ ਹੈ, ਇਹ ਧਰਤੀ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ, ਤਾਂ ਤੁਸੀਂ ਕੀ ਜਵਾਬ ਦੋਗੇ? ਕੀ ਅੰਦਰੋਂ ਜਵਾਬ ਆਏਗਾ? ਤੁਸੀਂ ਕਹਣਾ ਇਹ ਧਰਤੀ ਦਾ ਕੋਈ ਮਜ਼ਹਬ ਨਹੀਂ ਹੈ, ਧਰਤੀ ਦੀ ਕੋਈ ਜਾਤ ਨਹੀਂ ਹੈ, ਧਰਤੀ ਦਾ ਕੋਈ ਧਰਮ ਨਹੀਂ ਹੈ, ਪਰ ਧਰਤੀ ਦਾ ਇੱਕ ਕਰਮ ਹੈ। ਉਹ ਕਰਮ ਹੈ ਕਿ ਜਿੰਨੇ ਵੀ ਇਨਸਾਨ, ਜੀਆ ਜੰਤ, ਪੇੜ ਪੌਦੇ, ਪਸ਼ੂ ਪ੍ਰਾਣੀ ਇਸ ਧਰਤੀ ਦੀ ਗੋਦ 'ਚ ਰਹਿੰਦੇ ਹੈ, ਉਹ ਸਭ ਨੂੰ ਸੰਭਾਲਣਾ, ਉਹਨਾਂ ਨੂੰ ਅੰਨ ਦੇਣਾ, ਉਹਨਾਂ ਨੂੰ ਜਲ ਦੇਣਾ, ਉਹਨਾਂ ਦੀ ਸੰਭਾਲ ਕਰਨੀ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਫੁੱਲ ਖਿਲਦਾ ਹੈ, ਤਾਂ ਫੁੱਲ ਨੂੰ ਦੇਖ ਕੇ ਤੁਸੀਂ ਪੁੱਛ ਸਕਦੇ ਹੋ, ਕਹਿ ਸਕਦੇ ਹੋ ਕਿ ਫੁੱਲ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ। ਫੁੱਲ ਦਾ ਧਰਮ ਕੀ ਹੈ? ਫੁੱਲ ਦੀ ਜਾਤ ਕੀ ਹੈ? ਨਹੀਂ, ਫੁੱਲ ਦਾ ਕੰਮ ਹੈ ਸਭ ਨੂੰ ਮਹਿਕ ਦੇਣਾ, ਖੁਸ਼ਬੂ ਦੇਣੀ। ਇਸੇ ਤਰ੍ਹਾਂ ਪਾਣੀ ਨੂੰ ਦੇਖ ਲਈਏ, ਇਸੇ ਤਰ੍ਹਾਂ ਅਸੀਂ ਪੇੜਾਂ ਪੌਦਿਆਂ ਨੂੰ ਦੇਖ ਲਈਏ, ਯਾਨੀ ਉਹ ਦੁਨੀਆ ਦੀ ਹਰ ਸ਼ੈ ਨੂੰ ਦੇਖ ਲਈਏ, ਇਹ ਸਾਨੂੰ ਜੀਵਨ ਦੇਣ ਵਾਲੀ ਹਵਾ ਨੂੰ ਦੇਖ ਲਈਏ, ਇਹ ਕੁਦਰਤ ਨੇ ਬਣਾਈਆਂ ਹੋਈਆਂ ਹੈ। ਔਰ ਇਹ ਚੀਜ਼ਾਂ ਨੂੰ ਅਸੀਂ ਕਿਸੇ ਜਾਤ, ਕਿਸੇ ਧਰਮ ਦੇ ਨਾਲ ਨਹੀਂ ਜੋੜ ਸਕਦੇ, ਕਿਉਂਕਿ ਜੋ ਹਵਾ ਦਾ ਕਰਮ ਹੈ ਉਹ ਆਪਣਾ ਕਰਮ ਕਰ ਰਹੀ ਹੈ, ਔਰ ਜੋ ਸੂਰਜ ਦਾ ਕਰਮ ਉਹ ਆਪਣਾ ਕਰਮ ਕਰ ਰਿਹਾ ਹੈ। ਜੋ ਪੇੜਾਂ ਪੌਦਿਆਂ ਦਾ ਕੰਮ ਹੈ, ਫੁੱਲਾਂ ਦਾ ਕੰਮ ਹੈ, ਧਰਤੀ ਦਾ ਕੰਮ ਹੈ, ਉਹ ਆਪਣਾ ਕੰਮ ਕਰ ਰਹੇ ਹੈ, ਔਰ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੇ ਹੈ, ਇਸ ਲਈ ਸੰਸਾਰ ਚੱਲ ਰਿਹਾ ਹੈ। ਪਰ ਜਦੋਂ ਆ ਜਾਂਦੀ ਹੈ ਇਨਸਾਨੀਅਤ ਦੀ ਗੱਲ, ਇਨਸਾਨ ਦੀ ਗੱਲ, ਤਾਂ ਇਨਸਾਨ ਨੇ ਆਪਣੇ ਆਪ ਨੂੰ ਜਾਤਾਂ, ਧਰਮਾਂ, ਮਜ਼ਹਬਾਂ ਦੇ ਅੰਦਰ ਇਸ ਤਰ੍ਹਾਂ ਵੰਡ ਲਿਆ ਹੈ, ਔਰ ਜਦੋਂ ਇਨਸਾਨ ਆਪਣੇ ਆਪ ਨੂੰ ਵੰਡ ਲੈਂਦਾ ਹੈ ਤਾਂ ਵੰਡਣ ਦੇ ਨਾਲ ਹੀ ਫਿਰ ਝਗੜੇ ਵੀ ਸ਼ੁਰੂ ਹੋ ਜਾਂਦੇ ਹੈ। ਇਸ ਲਈ ਕਦੀ ਪੇੜਾਂ ਪੌਦਿਆਂ ਨੂੰ ਲੜਦੇ ਦੇਖਿਆ ਤੁਸੀਂ? ਬੋਲੋ, ਸਮਝਦੇ ਹੋ ਕਿ ਨਹੀਂ? ਪਰ ਅੱਜ ਇਨਸਾਨ ਦੀ ਸੋਚ ਦੇਖੋ ਕਿੱਦਾਂ ਦੀ ਹੈ ਕਿ ਇਨਸਾਨ ਨੇ ਆਪਣੀ ਤਾਂ ਜਾਤ, ਆਪਣਾ ਤਾਂ ਇੱਕ ਧਰਮ, ਮਜ਼ਹਬ ਰੱਖਿਆ ਹੀ ਹੈ। ਅੱਜ ਇਨਸਾਨ ਨੇ ਪੇੜਾਂ ਪੌਦਿਆਂ ਨੂੰ ਵੀ, ਫਲਾਂ ਫਰੂਟਾਂ ਨੂੰ ਵੀ ਜਾਤਾਂ, ਧਰਮਾਂ ਦੇ ਵਿੱਚ ਵੰਡ ਕੇ ਰੱਖ ਦਿੱਤਾ। ਬੋਲੋ, ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਹਿੰਦੇ ਹੈ ਕਿ ਮੇਵੇ ਵੀ ਜੇ ਦੇਖ ਕਰ ਹੈਰਾਨ ਹੋ ਗਏ। ਮੇਵੇ ਪਤਾ ਨਾ ਕਿਹਨੂੰ ਕਹਿੰਦੇ ਹੈ? ਬੰਦਾ ਕਹਿੰਦਾ ਕਾਜੂ ਹੈ, ਕਿਸ਼ਮਿਸ਼ ਹੈ, ਖਜੂਰ ਹੈ, ਨਾਰੀਅਲ ਦੀ ਗਿਰੀ ਹੈ, ਇਹ ਮੇਵੇ ਹੁੰਦੇ ਹੈ। ਮੇਵੇ ਵੀ ਜੇ ਦੇਖ ਕਰ ਹੈਰਾਨ ਹੋ ਗਏ, ਮੇਵੇ ਵੀ ਜੇ ਦੇਖ ਕਰ हैरान हो गए कि नारियल कब हिंदू और खजूर मुसलमान हो गए। क्योंकि नारियल किहनूं कहा जाता? नारियल हिंदुआं दा है, हिंदुआं दे मंदिर च चढ़दा है,
ਔਰ ਖਜੂਰ ਮੁਸਲਮਾਨਾਂ ਦੀ ਹੈ ਕਿਉਂਕਿ ਰਮਜ਼ਾਨ 'ਚ ਖਾਈ ਜਾਂਦੀ ਹੈ। ਉਹ ਮੇਵੇ ਵੀ ਹੈਰਾਨ ਹੋ ਗਏ ਦੇਖ ਕੇ, ਕਮਾਲ ਦੀ ਗੱਲ ਹੈ ਭਾਈ, ਸਾਡੇ ਤੇ ਲੈਵਲ ਕਦੋਂ ਲੱਗ ਗਿਆ ਕਿ ਇਹ ਹਿੰਦੂ ਹੋ ਗਿਆ, ਇਹ ਮੁਸਲਮਾਨ ਹੋ ਗਿਆ। ਅੱਜ ਜੇ ਮੇਵਿਆਂ ਨੂੰ ਵੀ ਬੋਲਣ ਦੀ ਸਮਝ ਹੁੰਦੀ, ਉਹਨਾਂ ਨੇ ਕਹਿਣਾ ਸੀ ਭਾਈ ਮੈਂ ਆਪਣਾ ਕਰਮ ਕਰ ਰਿਹਾ, ਮੈਨੂੰ ਕਿਸੇ ਜਾਤ ਕਿਸੇ ਧਰਮ ਨਾਲ ਨਾ ਜੋੜੋ। ਹੁਣ ਜਦ ਹਰ ਚੀਜ਼, ਸੂਰਜ ਬਿਨਾ ਜਾਤ ਧਰਮ ਮਜ਼ਹਬ ਤੋਂ ਰੋਸ਼ਨੀ ਦੇ ਸਕਦਾ ਹੈ, ਇੱਕ ਪਾਣੀ ਬਿਨਾ ਜਾਤ ਧਰਮ ਮਜ਼ਹਬ ਤੋਂ ਦੂਸਰੇ ਦੀ ਪਿਆਸ ਬੁਝਾ ਸਕਦਾ ਹੈ, ਇੱਕ ਫੁੱਲ ਬਿਨਾ ਕਿਸੇ ਧਰਮ ਮਜ਼ਹਬ ਤੋਂ ਦੂਸਰੇ ਦੀ ਜ਼ਿੰਦਗੀ 'ਚ ਖੁਸ਼ਬੂ ਭਰ ਸਕਦਾ ਹੈ, ਤਾਂ ਕੀ ਅੱਜ ਇਨਸਾਨ ਬਿਨਾ ਕਿਸੇ ਜਾਤ ਧਰਮ ਮਜ਼ਹਬ ਤੋਂ ਦੂਜਿਆਂ ਦੇ ਜੀਵਨ 'ਚ ਖੁਸ਼ੀ ਨਹੀਂ ਲਿਆ ਸਕਦਾ, ਦੂਜਿਆਂ ਦੇ ਜੀਵਨ 'ਚ ਆਨੰਦ ਨਹੀਂ ਲਿਆ ਸਕਦਾ? ਕਿ ਉਹਦੇ ਵਾਸਤੇ ਕਿਸੇ ਧਰਮ ਨਾਲ ਜੁੜਨਾ ਹੀ ਜ਼ਰੂਰੀ ਹੈ? ਜ਼ਰਾ ਸੋਚੋ, ਸਮਝੋ ਜ਼ਰਾ ਇਸ ਚੀਜ਼ ਨੂੰ ਕਿ ਜੇ ਹਰ ਸ਼ੈ ਜੋ ਵੀ ਕੁਦਰਤ ਦੀ ਬਣਾਈ ਹੋਈ ਹੈ, ਤਾਂ ਹੀ ਅਸੀਂ ਕਹਿੰਦੇ ਤੁਸੀਂ ਕਿਸੇ ਚੀਜ਼, ਇਨਸਾਨ ਨੂੰ ਛੱਡ ਕੇ ਹੋਰ ਹਰ ਸ਼ੈ ਦੇਖ ਲਓ, ਕਿਉਂਕਿ ਪੇੜ ਸਾਨੂੰ ਜੀਵਨ ਦੇ ਰਿਹਾ ਜਾਂ ਨਹੀਂ, ਪਾਣੀ ਸਾਨੂੰ ਜੀਵਨ ਦੇ ਰਿਹਾ, ਹਵਾ ਸਾਨੂੰ ਜੀਵਨ ਦੇ ਰਹੀ ਹੈ, ਕਿੰਨੀਆਂ ਚੀਜ਼ਾਂ ਹੈ ਜੋ ਸਾਡੇ ਜੀਵਨ ਵਾਸਤੇ ਜ਼ਰੂਰੀ ਹੈ, ਪਰ ਉਹਨਾਂ ਦੇ ਉੱਪਰ ਕੋਈ ਧਰਮ ਮਜ਼ਹਬ ਜਾਤੀ ਦਾ ਲੈਵਲ ਨਹੀਂ ਲੱਗਾ ਹੋਇਆ, ਪਰ ਫਿਰ ਵੀ ਉਹ ਸਾਰੇ ਸੰਸਾਰ ਨੂੰ ਜੀਵਨ ਦੇ ਰਹੇ ਹੈ। ਤੇ ਕੁਦਰਤ ਇਹ ਸਿਖਾਉਂਦੀ ਹੈ ਸਾਨੂੰ ਕਿ ਜਦੋਂ ਇੰਨੀਆਂ ਲੱਖਾਂ ਕਰੋੜਾਂ ਹੀ ਚੀਜ਼ਾਂ ਬਿਨਾਂ ਕਿਸੇ ਧਰਮ ਮਜ਼ਹਬ ਤੋਂ ਸਭ ਦੇ ਕੰਮ ਆ ਸਕਦੀਆਂ ਹੈ, ਤੇ ਇੱਕ ਇਨਸਾਨ ਹੀ ਕਿਉਂ ਧਰਮਾਂ ਮਜ਼ਹਬਾਂ ਨੂੰ ਲੈ ਕੇ ਇਹ ਸੰਸਾਰ ਨੂੰ ਨਰਕ ਉਡਾਉਣ 'ਚ ਲੱਗਾ ਹੋਇਆ ਹੈ? ਜ਼ਰਾ ਸਮਝਣਾ ਇਸ ਚੀਜ਼ ਨੂੰ। ਇਸ ਲਈ ਫਕੀਰਾਂ ਦੀ ਗੱਲ ਤਾਂ ਬਹੁਤ ਉੱਪਰ ਹੈ। ਅਸੀਂ ਤਾਂ ਤੁਹਾਨੂੰ ਵੀ ਕਹਾਂਗੇ ਕਿ ਜੋ ਇੱਕ ਇੱਕ ਬੰਦਾ ਵੀ ਹੈ, ਇੱਕ ਇੱਕ ਇਨਸਾਨ ਵੀ ਹੈ, ਅਗਰ ਉਹ ਇਨਸਾਨ ਵੀ ਇਹ ਸਮਝੇ ਕਿ ਜਿਸ ਤਰ੍ਹਾਂ ਸੂਰਜ ਬਿਨਾਂ ਕਿਸੇ ਧਰਮ ਮਜ਼ਹਬ ਤੋਂ ਸਭ ਨੂੰ ਪ੍ਰਕਾਸ਼ ਦੇ ਰਿਹਾ ਹੈ, ਪਾਣੀ ਬਿਨਾਂ ਕਿਸੇ ਧਰਮ ਮਜ਼ਹਬ ਤੋਂ ਸਭ ਦੀ ਪਿਆਸ ਬੁਝਾ ਰਿਹਾ ਹੈ, ਇੱਕ ਪੇੜ ਬਿਨਾਂ ਕਿਸੇ ਧਰਮ ਮਜ਼ਹਬ ਤੋਂ ਸਭ ਨੂੰ ਠੰਡੀ ਛਾਂ ਦੇ ਰਿਹਾ ਹੈ, ਤਾਂ ਮੈਂ ਵੀ ਬਿਨਾਂ ਕਿਸੇ ਧਰਮ ਮਜ਼ਹਬ ਤੋਂ ਸਭ ਦੇ ਜੀਵਨ 'ਚ ਖੁਸ਼ੀਆਂ ਦੇਣੀਆਂ ਹੈ, ਸਭ ਨਾਲ ਪ੍ਰੇਮ ਕਰਨਾ ਹੈ, ਸਭ ਦੇ ਕੰਮ ਆਣਾ ਹੈ, ਸਭ ਦੇ ਜੀਵਨ 'ਚ ਖੁਸ਼ੀਆਂ ਦੇ ਰੰਗ ਭਰਨੇ ਹੈ। ਕਿਉਂਕਿ ਜੇ ਪੇੜ ਪੌਦੇ ਇਹ ਕਰਮ ਕਰ ਸਕਦੇ ਹੈ, ਤਾਂ ਫਿਰ ਕਿਉਂ ਅਸੀਂ ਕਿਉਂ ਨਹੀਂ ਕਰ ਸਕਦੇ? ਜ਼ਰਾ ਸਮਝਣਾ। ਕਹਿੰਦੇ ਨੇ ਇੱਕ ਫਕੀਰ ਆਪਣੇ ਸੇਵਕ ਦੇ ਨਾਲ ਜਾ ਰਹੇ ਸੀ, ਸਾਹਮਣੇ ਇੱਕ ਪੇੜ ਤੇ ਫਲ ਲੱਗੇ ਹੋਏ ਸੀ, ਬੱਚੇ ਪੱਥਰ ਮਾਰ ਕੇ ਫਲ ਤੋੜ ਰਹੇ ਸੀ। ਜਦੋਂ ਬੱਚੇ ਪੱਥਰ ਮਾਰ ਕੇ ਫਲ ਤੋੜ ਰਹੇ ਸੀ ਤਾਂ ਕੁਝ ਪੱਥਰ ਤਾਂ ਫਲ ਤੇ ਲੱਗਦੇ ਸੀ, ਫਲ ਟੁੱਟਦੇ ਸੀ, ਪਰ ਕੁਝ ਪੱਥਰ ਜਾ ਕੇ ਪੇੜ 'ਚ ਲੱਗਦੇ ਸੀ, ਪੱਤਿਆਂ 'ਚ ਲੱਗਦੇ ਸੀ, ਟਹਿਣੀਆਂ 'ਚ ਲੱਗਦੇ ਸੀ। ਜਦੋਂ ਫਕੀਰਾਂ ਨੇ ਦੇਖਿਆ, ਦੇਖ ਕੇ ਫਕੀਰਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ, ਫਕੀਰਾਂ ਦੀ ਅੱਖਾਂ 'ਚ ਪਾਣੀ ਆ ਗਿਆ। ਤਾਂ ਸੇਵਕ ਨੇ ਪੁੱਛਿਆ, ਮਹਾਰਾਜ ਤੁਸੀਂ ਰੋ ਕਿਉਂ ਰਹੇ ਹੋ? ਫਕੀਰ ਕਹਿੰਦੇ, ਅੱਜ ਇਸ ਪੇੜ ਨੇ ਦੇਖ ਕਿੰਨਾ ਗਿਆਨ ਦੇ ਦਿੱਤਾ ਕਿ ਅੱਜ ਬੰਦਾ ਮਾਣ ਕਰਦਾ ਹੈ ਕਿ ਮੈਂ ਬੜਾ ਉੱਚਾ ਆ, ਬੰਦਾ ਹੰਕਾਰ ਕਰਦਾ ਹੈ ਕਿ ਮੈਂ ਸਾਰੀਆਂ ਯੂਨੀਆਂ ਦਾ ਸਰਦਾਰ ਹਾਂ, ਪਰ ਕਹਿੰਦੇ ਅੱਜ ਇਹ ਪੇੜ ਨੂੰ ਦੇਖ ਕੇ ਮੇਰਾ ਸਾਰਾ ਮਾਣ ਟੁੱਟ ਗਿਆ ਕਿ ਇਨਸਾਨ ਨਾਲੋਂ 100 ਗੁਣਾ ਇਹ ਪੇੜ ਚੰਗਾ ਹੈ। ਕਿ ਇਨਸਾਨ ਨੂੰ ਕੋਈ ਮਾੜੀ ਜਿਹੀ ਗਾਲੀ ਦੇ ਦੇਵੇ, ਕੋਈ ਮਾੜਾ ਜਿਹਾ ਬੁਰਾ ਬੋਲ ਦੇ ਦੇਵੇ, ਤਾਂ ਇਨਸਾਨ ਉਸ ਨੂੰ ਔਰ ਉਹਦੇ ਪੂਰੇ ਖਾਨਦਾਨ ਨੂੰ ਬਰਬਾਦ ਕਰਨ ਤੇ ਲੱਗ ਜਾਂਦਾ ਹੈ। ਔਰ ਇਹ ਪੇੜ ਕਿੰਨੇ ਚੰਗੇ ਆ ਕਿ ਇੰਨੇ ਪੱਥਰ ਖਾ ਕੇ ਵੀ ਪੱਥਰ ਮਾਰਨ ਵਾਲਿਆਂ ਨੂੰ ਮਿੱਠੇ ਫਲ ਦੇ ਰਹੇ। ਕਹਿੰਦੇ ਕਿੱਡਾ ਬੜਾ ਗਿਆਨ ਮਿਲਦਾ ਹੈ ਇਨਸਾਨ ਨੂੰ ਇਸ ਬ੍ਰਿਕਸ਼ ਦੇ ਕੋਲੋਂ। ਹੁਣ ਸਮਝ ਲਓ, ਇੱਕ ਪੇੜ ਪੱਥਰ ਖਾ ਕੇ ਮਿੱਠੇ ਫਲ ਦੇ ਰਿਹਾ ਹੈ, ਤਾਂ ਜੇ ਇੱਕ ਇਨਸਾਨ ਕੋਈ ਉਹਨੂੰ ਬੁਰਾ ਬੋਲ ਦੇਵੇ ਔਰ ਅੱਗਿਓਂ ਅੰਗਾਰਿਆਂ ਦੀ ਤਰ੍ਹਾਂ ਗਾਲੀਆਂ ਦੇਵੇ, ਅੱਗਿਓਂ ਮਾਰਨ ਨੂੰ ਪਵੇ, ਅੱਗਿਓਂ ਲੜਨ ਨੂੰ ਪਵੇ, ਤਾਂ ਫਿਰ ਉਹ ਬੰਦੇ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਮੇਰੇ ਨਾਲੋਂ ਤਾਂ ਇਹ ਬ੍ਰਿਕਸ਼ ਚੰਗੇ ਹੈ, ਮੇਰੇ ਨਾਲੋਂ ਇਹ ਪੇੜ ਚੰਗੇ ਹੈ। ਜਿਸ ਤਰ੍ਹਾਂ ਹਜ਼ੂਰ ਗੌਸ ਪੀਰ ਨੇ ਵੀ ਕਿਹਾ ਹੈ ਕਿ ਬੁਰੇ ਇਨਸਾਨ ਨਾਲੋਂ ਤਾਂ ਉਹ ਗਊ ਚੰਗੀ ਹੈ ਜਿਹੜੀ ਕਿ ਸੁੱਕੀ ਘਾਸ ਖਾ ਕੇ, ਤੂੜੀ ਖਾ ਕੇ ਵੀ ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ। ਬੁਰਾ ਇਨਸਾਨ, ਉਹ ਕਹਿੰਦੇ ਕੀ ਕਰਦਾ ਹੈ, ਕੋਈ ਉਹਨੂੰ ਬੁਰਾ ਬੋਲਦਾ ਹੈ ਉਹਨੂੰ ਵੀ ਪੀੜਾ ਦਿੰਦਾ ਹੈ, ਕੋਈ ਉਹਨੂੰ ਬੁਰਾ ਨਹੀਂ ਬੋਲਦਾ ਉਹਨੂੰ ਵੀ ਪੀੜਾ ਦਿੰਦਾ ਹੈ, ਕਿਉਂਕਿ ਬੁਰੇ ਦਾ ਕੰਮ ਹੀ ਹੈ ਦੂਜਿਆਂ ਨੂੰ ਤਕਲੀਫ ਦੇਣੀ। ਇਸ ਲਈ ਉਹਨਾਂ ਨੇ ਕਿਹਾ ਕਿ ਕਈ ਇਨਸਾਨ ਐਸੇ ਹੁੰਦੇ ਹੈ ਜੋ ਗਊ ਦੀ ਤਰ੍ਹਾਂ ਹੁੰਦੇ ਹੈ, ਜੋ ਸੁੱਕੀ ਤੂੜੀ ਖਾਸ ਖਾ ਕੇ ਮਿੱਠਾ ਦੁੱਧ ਦਿੰਦੀ ਹੈ, ਤਾਂ ਕਈ ਹੁੰਦੇ ਸੱਪ ਦੀ ਤਰ੍ਹਾਂ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਮਿੱਠਾ ਦੁੱਧ ਪਿਲਾ ਲਓ ਪਰ ਉਹਨਾਂ ਨੇ ਫਿਰ ਵੀ ਡੰਗ ਹੀ ਮਾਰਨਾ ਹੈ। ਇਸ ਲਈ ਹੁਣ ਤੁਸੀਂ ਕਿਹੜੇ ਇਨਸਾਨਾਂ ਚੋਂ ਹੋ, ਇਹ ਥੋੜਾ ਵਿਚਾਰ ਕਰ ਲੈਣਾ, ਕਿਉਂਕਿ ਅੱਛੇ ਇਨਸਾਨ ਬਣੀਏ, ਉਹ ਇਨਸਾਨ ਬਣੀਏ ਕਿ ਅਗਰ ਕੋਈ ਸਾਡੇ ਨਾਲ ਬੁਰਾ ਵੀ ਕਰੇ ਤਾਂ ਸਾਡੇ ਅੰਦਰ ਇੰਨੀ ਅੱਛਾਈ ਹੋਣੀ ਚਾਹੀਦੀ ਹੈ ਕਿ ਅਸੀਂ ਠੀਕ ਹੈ ਬੁਰਾਈ ਦਾ ਸੁਧਾਰ ਤਾਂ ਜ਼ਰੂਰ ਕਰਨਾ ਹੈ, ਪਰ ਅੰਦਰ ਨਫ਼ਰਤ ਨਹੀਂ ਕਰਨੀ। ਜਿੱਦਾਂ ਇੱਕ ਡਾਕਟਰ ਕਰਦਾ ਨਾ, ਕੋਈ ਡਾਕਟਰ ਕੋ ਕੋਈ ਇਦਾਂ ਦਾ ਪੇਸ਼ੈਂਟ ਚਲਾ ਜਾਵੇ ਜਿਹਦਾ ਐਕਸੀਡੈਂਟ ਹੋਇਆ ਹੋਵੇ, ਸਾਰੀ ਚਮੜੀ ਉਤਰੀ ਹੋਵੇ, ਅੰਦਰੋਂ ਨਾੜੀਆਂ ਬਾਹਰ ਨਿਕਲੀਆਂ ਹੋਣ, ਡਾਕਟਰ ਨੂੰ ਕਿਤੇ ਉਹਦਾ ਆਪਰੇਸ਼ਨ ਕਰਨਾ ਪਵੇ, ਤਾਂ ਡਾਕਟਰ ਉਹਨਾਂ ਘੋਲ ਨਹੀਂ ਕਰਦਾ,
नहीं तो आम बंदा देख के नक बंद कर लवे, मूँह फेर लवे, ओहो मैं तो नहीं देखा जाता। हुण जे डॉक्टर भी यही गल कवे कि इहदियां अंदरों नाड़ियां शरीर दियां निकल आईयां है, इहदी बोटी बोटी टुट चुकी है, हड्डी बिखर चुकी है, हुण मैं तो नहीं देखी जाती, तो जे डॉक्टर इदां घोल करके मूँह फेर लवे तो फिर उहदा ऑपरेशन करके उहनूं ठीक किहना करना है। हुण डॉक्टर की करदा है, ਉਹ ਮਰੀਜ਼ ਦੀ ਹਾਲਤ ਨੂੰ ਦੇਖ ਕੇ ਨਫ਼ਰਤ ਨਹੀਂ ਕਰਦਾ, ਘੋਲ ਨਹੀਂ ਕਰਦਾ, ਬਲਕਿ ਉਹਦੇ ਕੋਲ ਜਾ ਕੇ ਉਹਦਾ ਇਲਾਜ ਕਰਦਾ ਹੈ। ਹੁਣ ਅਸੀਂ ਵੀ ਕੀ ਕਰਨਾ ਹੈ, ਅਗਰ ਕੋਈ ਸਾਨੂੰ ਬੁਰਾ ਬੋਲਦਾ ਹੈ ਤਾਂ ਅਸੀਂ ਨਫ਼ਰਤ ਨਹੀਂ ਉਹਨਾਂ ਕਰਨੀ, ਯਾਨੀ ਆਪਣੇ ਅੰਦਰ ਨਫ਼ਰਤ ਨਹੀਂ ਰੱਖਣੀ। ਹਾਂ ਬਾਹਰੀ ਤੌਰ ਤੇ ਜ਼ਰੂਰ ਇਹ ਕੋਸ਼ਿਸ਼ ਕਰਨੀ ਹੈ ਕਿ ਉਹਦਾ ਸੁਧਾਰ ਕਰੀਏ, ਪਰ ਅਗਰ ਉਹ ਨਹੀਂ ਸੁਧਰਦਾ ਤਾਂ ਉਸ ਤੋਂ ਥੋੜਾ ਦੂਰੇ ਰਹੀਏ, ਪਰ ਨਫ਼ਰਤ ਨਹੀਂ ਕਰਨੀ ਕਿਸੇ ਨਾਲ। ਹੁਣ ਫਰਜ਼ ਕਰੋ ਕੋਈ ਤੁਹਾਨੂੰ ਗਾਲੀ ਦੇਵੇ, ਤੁਸੀਂ ਕਹੋ ਨਾ ਮੈਨੂੰ ਗਾਲੀ ਦਿੱਤੀ ਮੈਂ ਨਫ਼ਰਤ ਕਰਦਾ ਹਾਂ, ਨਹੀਂ, ਤੁਸੀਂ ਇਹ ਕਹੋ ਠੀਕ ਹੈ ਉਹਦਾ ਕਰਮ ਹੈ ਗਾਲੀ ਦੇਣਾ, ਉਹਨੇ ਗਾਲੀ ਦਿੱਤੀ, ਪਰ ਮੇਰਾ ਕਰਮ ਹੈ ਪ੍ਰੇਮ ਕਰਨਾ, ਮੈਂ ਪ੍ਰੇਮ ਕਰਦਾ ਹਾਂ। ਅਗਰ ਉਹ ਸੁਧਰ ਸਕਦਾ ਹੈ ਤਾਂ ਮੈਂ ਜ਼ਰੂਰ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ, ਅਗਰ ਨਹੀਂ ਸੁਧਰ ਸਕਦਾ ਤਾਂ ਫਿਰ ਮੈਂ ਕੋਸ਼ਿਸ਼ ਕਰਨੀ ਹੈ ਕਿ ਮੈਂ ਇਸ ਇਨਸਾਨ ਤੋਂ ਥੋੜਾ ਦੂਰ ਹੀ ਰਵਾਂ, ਤਾਂ ਕਿ ਉਹਦੇ ਮੂਹਰੇ ਜਾ ਕੇ ਉਹਨੂੰ ਵੀ ਵਾਰ-ਵਾਰ ਤਕਲੀਫ ਨਾ ਦੇਵਾਂ ਕਿ ਮੈਨੂੰ ਗਾਲੀ ਦੇਣ ਤੇ ਮਜਬੂਰ ਹੋ ਜਾਵੇ। ਇਸ ਲਈ ਅਗਰ ਤੁਸੀਂ ਕਿਸੇ ਨੂੰ ਬਦਲ ਸਕਦੇ ਹੋ ਤਾਂ ਉਸ ਡਾਕਟਰ ਦੀ ਤਰ੍ਹਾਂ ਬਦਲਣ ਦੀ ਕੋਸ਼ਿਸ਼ ਕਰੋ, ਬਿਨਾਂ ਕਿਸੇ ਨਫ਼ਰਤ ਤੋਂ, ਬਿਨਾਂ ਕਿਸੇ ਘ੍ਰਿਣਾ ਤੋਂ। ਅਗਰ ਨਹੀਂ ਬਦਲ ਸਕਦੇ ਤਾਂ ਫਿਰ ਉਸ ਤੋਂ ਥੋੜਾ ਦੂਰ ਹੀ ਰਹੋ, ਕਿਉਂਕਿ ਇੰਨਾ ਤਾਂ ਬੰਦਾ ਕਰ ਹੀ ਸਕਦਾ ਨਾ। ਇਸ ਲਈ ਹਜ਼ੂਰ ਦੇ ਵਚਨ ਯਾਦ ਰੱਖਣੇ ਕਿ ਕਈ ਸਰਪ ਦੀ ਤਰ੍ਹਾਂ ਹੁੰਦੇ, ਮਿੱਠਾ ਦੁੱਧ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਕੀ ਕਰਨਾ ਹੈ, ਡੰਗ ਹੀ ਮਾਰਨਾ ਹੈ, ਉਹਦੇ ਕੋਲੋਂ ਜ਼ਹਿਰ ਹੀ ਮਿਲਣਾ ਹੈ। ਉੱਥੋਂ ਅਸੀਂ ਉਮੀਦ ਨਹੀਂ ਕਰ ਸਕਦੇ ਕਿ ਇਹ ਸੱਪ ਨੂੰ ਮੈਂ 20 ਸਾਲ ਤੋਂ ਮਿੱਠਾ ਦੁੱਧ ਪਿਲਾ ਰਿਹਾ ਹਾਂ ਜਾਂ 10 ਸਾਲ ਤੋਂ ਮਿੱਠਾ ਦੁੱਧ ਪਿਲਾ ਰਿਹਾ, ਤਾਂ ਹੁਣ ਜੇ ਡੰਗ ਮਾਰੂੰਗਾ ਤਾਂ ਮੈਨੂੰ ਮਿੱਠਾ ਦੁੱਧ ਹੀ ਮਿਲਣਾ ਹੈ। 20 ਸਾਲ ਬਾਅਦ ਵੀ ਡੰਗ ਵੱਜੇਗਾ, ਉਹਦੇ ਅੰਦਰੋਂ ਮਿਲਣਾ ਕੀ ਹੈ, ਜ਼ਹਿਰ। ਤੇ ਇੱਕ ਗਾਂ ਨੂੰ ਸੁੱਕੀ ਘਾਸ ਖਿਲਾਈ ਜਾਓ, ਇੱਥੇ ਤੱਕ ਕਿ ਬੇਰੀ ਦੇ ਪੱਤੇ ਵੀ ਖਿਲਾਈ ਜਾਓ, ਕੰਡੇ ਵੀ ਪੀਸ ਕੇ ਖਿਲਾ ਦਿਓ ਉਹਨੂੰ, ਤਾਂ ਵੀ ਉਹਨਾਂ ਕੀ ਦੇਣਾ ਹੈ, ਦੁੱਧ ਹੀ ਦੇਣਾ ਹੈ, ਕਿਉਂਕਿ ਉਹ ਤੋਂ ਜ਼ਹਿਰ ਦੀ ਤਾਂ ਬੰਦਾ ਉਮੀਦ ਕਰ ਹੀ ਨਹੀਂ ਸਕਦਾ। ਆਪਣੇ ਆਪ ਨੂੰ ਐਸੇ ਬਣਾਓ ਤੁਸੀਂ ਕਿ ਤੁਹਾਡੇ ਜੀਵਨ ਦੇ ਵਿੱਚ ਵੀ ਐਸਾ ਇੱਕ ਰੰਗ ਹੋਵੇ ਉਹ ਮਾਲਿਕ ਦੀ ਰਹਿਮਤ ਦਾ, ਉਹ ਮਾਲਿਕ ਦੇ ਪ੍ਰੇਮ ਦਾ, ਕਿ ਬੁਰਾ ਵੀ ਤੁਹਾਡੇ ਵੱਲ ਆਵੇ ਨਾ ਤਾਂ ਤੁਹਾਡੇ ਕੋਲ ਆ ਕੇ ਉਹ ਵੀ ਅੱਛਾ ਬਣ ਜਾਵੇ। ਸਮਝਦੇ ਹੋ ਕਿ ਨਹੀਂ? ਫਰਜ਼ ਕਰੋ ਬੁਰੀ ਗਾਲੀ ਤੁਹਾਡੇ ਵਿੱਚ ਆਈ, ਯਾਨੀ ਕੰਨਾਂ ਨਾਲ ਸੁਣੀ, ਹੁਣ ਉਧਰੋਂ ਤਾਂ ਬੁਰੀ ਗਾਲੀ ਤੁਹਾਡੇ ਕੰਨਾਂ ਦੇ ਜ਼ਰੀਏ ਤੁਹਾਡੇ ਕੋਲ ਆ ਗਈ, ਪਰ ਤੁਸੀਂ ਇੰਨੇ ਅੱਛੇ ਹੋਣੇ ਚਾਹੀਦੇ ਹੋ ਕਿ ਜਦੋਂ ਉਹ ਗਾਲੀ ਤੁਹਾਡੇ ਕੋਲ ਆਵੇ ਔਰ ਵਾਪਸ ਜਾਵੇ ਤਾਂ ਗਾਲੀ ਨਾ ਜਾਵੇ, ਬਲਕਿ ਅੱਛੇ ਸ਼ਬਦ ਰੂਪੀ ਜਾਣ। ਤਾਂ ਫਿਰ ਬੰਦਾ ਕਹੇਗਾ ਇਹਦੇ ਅੰਦਰ ਇੰਨੀ ਅੱਛਾਈ ਹੈ ਕਿ ਬੁਰਾਈ ਵੀ ਇਹਦੇ ਅੰਦਰ ਗਈ, ਪਰ ਉਹ ਜਾ ਕੇ ਪਲਟ ਕੇ ਅੱਛਾਈ ਬਣ ਕੇ ਬਾਹਰ ਆ ਗਈ। ਇਹਨੂੰ ਕਹਿੰਦੇ ਗਊ ਵਾਲਾ ਗੁਣ। ਅੰਦਰ ਤੂੜੀ ਗਈ, ਅੰਦਰ ਘਾਸ ਗਈ, ਅੰਦਰ ਕੰਡੇ ਗਏ, ਪਰ ਪਲਟ ਕੇ ਬਾਹਰ ਕੀ ਆਇਆ, ਅੰਮ੍ਰਿਤ ਰੂਪੀ ਦੁੱਧ। ਹੁਣ ਅਗਰ ਕੋਈ ਤੁਹਾਨੂੰ ਗਾਲੀ ਦਿੰਦਾ ਇੱਕ ਔਰ ਤੁਸੀਂ ਅੱਗੇ ਉਹ ਗਾਲੀ ਦਿੰਦੇ ਹੋ ਦੋ, ਤੇ ਇਹਦਾ ਮਤਲਬ ਤੁਹਾਡੇ ਅੰਦਰ ਇੰਨੀ ਅੱਛਾਈ ਹੈ ਹੀ ਨਹੀਂ ਕਿ ਤੁਸੀਂ ਉਹਦੀ ਗਾਲੀ ਨੂੰ ਅੰਮ੍ਰਿਤ ਦੀ ਤਰ੍ਹਾਂ ਵਾਪਸ ਕਰ ਸਕੋ, ਅੱਛੇ ਬੋਲਾਂ 'ਚ ਵਾਪਸ ਕਰ ਸਕੋ। ਫਿਰ ਇਹਦਾ ਮਤਲਬ ਹੈ ਉਹਨਾਂ ਇੱਕ ਗਾਲੀ ਦਿੱਤੀ, ਪਰ ਤੁਹਾਡੇ ਅੰਦਰ ਇੰਨੀ ਬੁਰਾਈ ਸੀ ਉਹ ਦੋ ਲੈ ਕੇ ਆਈ। ਫਿਰ ਤੁਸੀਂ ਆਪਣੇ ਆਪ ਨੂੰ ਅੱਛਾ ਕਿੱਦਾਂ ਕਹਿ ਸਕਦੇ ਹੋ, ਆਪਣੇ ਆਪ ਨੂੰ ਅੱਛਾ ਕਿੱਦਾਂ ਸਮਝ ਸਕਦੇ ਹੋ? ਅੱਛੇ ਤੁਸੀਂ ਉਦੋਂ ਹੀ ਬਣ ਸਕਦੇ ਹੋ ਜਦੋਂ ਤੁਹਾਡਾ ਅੰਦਰ ਇੰਨਾ ਅੱਛਾਈ ਨਾ ਭਰ ਜਾਵੇ ਕਿ ਕੋਈ ਵੀ ਬੁਰੀ ਚੀਜ਼ ਤੁਹਾਡੇ ਵੱਲ ਆਵੇ ਉਹ ਕਿੱਦਾਂ ਜਾਵੇ, ਅੱਛੀ ਹੋ ਕੇ ਜਾਵੇ। ਇਸ ਲਈ ਚੈੱਕ ਕਰੋ ਆਪਣੇ ਆਪ ਨੂੰ ਕਿ ਮੇਰੇ ਅੰਦਰ ਇੰਨੀ ਅੱਛਾਈ ਹੈ ਕਿ ਕੋਈ ਮੇਰੀ ਨਿੰਦਿਆ ਦੇ ਬੋਲ ਬੋਲੇ, ਕੋਈ ਮੈਨੂੰ ਬੁਰੇ ਬੋਲ ਬੋਲੇ, ਕੋਈ ਮੈਨੂੰ ਮਾੜੇ ਬੋਲ ਬੋਲੇ, ਮੇਰੇ ਤੱਕ ਤਾਂ ਮਾੜੇ ਆਏ, ਪਰ ਕੀ ਕਰਾਂ, ਮੇਰੇ ਅੰਦਰ ਅੱਛਾਈ ਇੰਨੀ ਹੈ ਕਿ ਮੇਰੇ ਕੋ ਜਦੋਂ ਵਾਪਸ ਜਾਂਦੇ ਐ ਅੱਛੇ ਹੋ ਕੇ ਜਾਂਦੇ। ਜਿੱਦਾਂ ਇਹਨੂੰ ਇਦਾਂ ਸਮਝ ਲਓ, ਇੱਕ ਪਾਰਸ ਪਿਆ ਹੈ, ਉਧਰੋਂ ਲੋਹਾ ਆਂਦਾ ਹੈ, ਪਾਰਸ ਨਾਲ ਛੂੰਹਦਾ ਹੈ, ਤਾਂ ਫਿਰ ਜਾਂਦਾ ਕੀ ਹੈ, ਸੋਨਾ ਹੋ ਕੇ ਜਾਂਦਾ ਹੈ। ਕਿਉਂਕਿ ਲੋਹਾ ਪਾਰਸ ਨਾਲ ਛੋ ਕੇ ਕਦੀ ਲੋਹਾ ਵਾਪਸ ਜਾਂਦਾ ਹੀ ਨਹੀਂ ਹੈ। ਉਹ ਜਦ ਵੀ ਪਾਰਸ ਨਾਲ ਛੂੰਹਦਾ ਹੈ ਤਾਂ ਵਾਪਸ ਸੋਨਾ ਬਣ ਕੇ ਜਾਂਦਾ ਹੈ। ਕਿੱਥੇ ਲੋਹੇ ਦੀ ਕੀਮਤ ਹੈ ਤਾਂ ਕਿੱਥੇ ਸੋਨੇ ਦੀ ਕੀਮਤ ਹੈ। ਯਾਨੀ ਉਹ ਲੋਹਾ ਜਦੋਂ ਪਾਰਸ ਨਾਲ ਟੱਚ ਕੀਤਾ, ਸਪਰਸ਼ ਕੀਤਾ, ਤਾਂ ਉਹਦੀ 1000 ਗੁਣਾ ਕੀਮਤ ਵੱਧ ਕੇ ਵਾਪਸ ਗਿਆ। ਹੁਣ ਆਪਣੇ ਆਪ ਨੂੰ ਵੀ ਤੁਸੀਂ ਐਸਾ ਪਾਰਸ ਬਣਾ ਸਕਦੇ ਹੋ, ਆਪਣੇ ਆਪ ਨੂੰ ਵੀ ਇੰਨਾ ਅੱਛਾਈ ਨਾਲ ਭਰ ਕੇ ਭਰਪੂਰ ਕਰ ਸਕਦੇ ਹੋ, ਪਾਰਸ ਬਣਾ ਸਕਦੇ ਹੋ ਕਿ ਬੁਰਾ ਲੋਹੇ ਰੂਪੀ ਸ਼ਬਦ ਤੁਹਾਡੇ ਤੱਕ ਆਵੇ, ਪਰ ਜਦੋਂ ਵਾਪਸ ਜਾਵੇ ਤਾਂ ਤੁਹਾਡੇ ਅੰਦਰੋਂ ਸਵਰਨ ਜਾਵੇ, ਤੁਹਾਡੇ ਅੰਦਰੋਂ ਸੋਨਾ ਜਾਵੇ, ਤਾਂ ਕਿ ਅਗਲਾ ਵੀ ਕਵੇ ਭਾਈ ਵਾਕਈ ਇਹਦਾ ਜੀਵਨ ਤਾਂ ਸਵਰਨ ਵਰਗਾ ਹੈ, ਕਿਉਂਕਿ ਇਹ ਦੇਖਣ ਨੂੰ ਵੀ ਸਵਰਨ ਹੈ ਤਾਂ ਇਹਦੇ ਵਚਨ ਵੀ ਲਾਲਾਂ ਦੀ ਤਰ੍ਹਾਂ ਕੀਮਤੀ ਹੈ। ਕਿਉਂਕਿ ਇੱਕ ਇੱਕ ਸ਼ਬਦ ਜਦੋਂ ਅੱਛਾ ਨਿਕਲੇਗਾ ਤਾਂ ਅੱਛਾ ਸ਼ਬਦ ਕਿਸੇ ਹੀਰੇ ਮੋਤੀ ਤੋਂ ਘੱਟ ਨਹੀਂ ਹੁੰਦਾ। ਇਹ ਗੱਲ ਹਮੇਸ਼ਾ ਯਾਦ ਰੱਖਣਾ।
ਜਿੱਦਾਂ ਕਿਹਾ ਜਾਂਦਾ ਹੈ ਨਾ ਕਿ ਇੱਕ ਵਾਰ ਇੱਕ ਬੱਚੇ ਨੇ ਆਪਣੀ ਮਾਂ ਨੂੰ ਡਾਇਮੰਡ ਦਾ ਇੱਕ ਹਾਰ ਦਿੱਤਾ। ਜਦੋਂ ਹਾਰ ਮਾਂ ਦੇ ਅੱਗੇ ਰੱਖਿਆ, ਮਾਂ ਨੇ ਖੋਲਿਆ ਤਾਂ ਬੱਚੇ ਵੱਲ ਦੇਖਿਆ ਤਾਂ ਨਾਲ ਹੀ ਫਿਰ ਬੱਚੇ ਨੇ ਕਿਹਾ, ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਔਰ ਮੈਂ ਹਮੇਸ਼ਾ ਤੇਰਾ ਖਿਆਲ ਰੱਖਣਾ ਚਾਹੁੰਦਾ ਹਾਂ, ਤੈਨੂੰ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦਾ ਹਾਂ। ਤਾਂ ਮਾਂ ਨੇ ਡੱਬਾ ਬੰਦ ਕਰਕੇ ਹਾਰ ਇੱਕ ਪਾਸੇ ਰੱਖਤਾ। ਕਹਿੰਦੀ, ਬੇਟਾ ਸੱਚ ਦੱਸਾਂ, ਆ ਹੀਰਿਆਂ ਦਾ ਹਾਰ ਦੇਖ ਕੇ ਮੈਨੂੰ ਉਨੀ ਖੁਸ਼ੀ ਨਹੀਂ ਮਿਲੀ ਜਿੰਨੇ ਤੇਰੇ ਇਹ ਸ਼ਬਦਾਂ ਨਾਲ ਮਿਲੀ ਕਿ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਤੈਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦਾ ਹਾਂ, ਮੈਂ ਤੇਰੀ ਖੁਸ਼ੀ ਦੀ ਖਾਤਰ ਕੁਝ ਵੀ ਕਰ ਸਕਦਾ ਹਾਂ। ਕਹਿੰਦੀ, ਬੇਟਾ ਜਿੰਨੀ ਖੁਸ਼ੀ ਤੇਰੇ ਆ ਬੋਲਾਂ ਨੇ ਮੈਨੂੰ ਦਿੱਤੀ ਹੈ ਨਾ, ਦਿਲ 'ਚ ਉਤਰ ਗਏ। ਸੱਚ ਦੱਸਾਂ, ਇਹ ਹਾਰ ਨੇ ਮੈਨੂੰ ਉਨੀ ਖੁਸ਼ੀ ਨਹੀਂ ਦਿੱਤੀ। ਤੂੰ ਮੇਰੇ ਵਾਸਤੇ ਲਿਆਂਦਾ ਹੈ, ਮੈਂ ਰੱਖਦੀ ਹਾਂ ਪਿਆਰ ਨਾਲ, ਪਰ ਜੇ ਆ ਬੋਲ ਨਾ ਤੂੰ ਬੋਲਦਾ ਤਾਂ ਸ਼ਾਇਦ ਮੈਨੂੰ ਉਨੀ ਖੁਸ਼ੀ ਨਾ ਹੁੰਦੀ। ਹੁਣ ਤੁਸੀਂ ਕਿਸੇ ਨੂੰ ਗਿਫਟ ਦਿਓ, ਐਦਾਂ ਦਿਓ, ਆ ਲੈ ਚੱਕ ਗਿਫਟ, ਅਗਲੇ ਨੂੰ ਖੁਸ਼ੀ ਹੋਏਗੀ? ਆਪੇ ਜਵਾਬ ਦੇ ਦਿਓ। ਤਾਂ ਜੇ ਤੁਸੀਂ ਕਿਸੇ ਨੂੰ ਗਿਫਟ ਦਿਓ, ਛੋਟਾ ਜਿਹਾ ਫੁੱਲ ਵੀ ਦੇ ਦਿਓ, ਆਈ ਲਵ ਯੂ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਹਮੇਸ਼ਾ ਤੇਰੇ ਨਾਲ ਰਹਿਣਾ ਹੈ, ਤੇਰਾ ਖਿਆਲ ਰੱਖਣਾ ਹੈ, ਤਾਂ ਤੁਹਾਡਾ ਇੱਕ ਛੋਟਾ ਜਿਹਾ ਫੁੱਲ ਵੀ ਚਾਹੇ 2 ਰੁਪਏ ਦਾ ਹੋਵੇ, 2 ਰੁਪਏ ਵੀ ਨਾ ਖੜੇ, ਡਾਲੀ ਤੋਂ ਤੋੜ ਕੇ ਲਿਆਂਦਾ ਵੀ ਫ੍ਰੀ 'ਚ ਹੀ ਤੁਸੀਂ। ਬੰਦਾ ਕਹਿੰਦਾ ਬੜਾ ਸੋਹਣਾ ਫੁੱਲ ਹੈ, ਤੋੜ ਕੇ ਲੈ ਜਾਵਾਂ। ਚਾਹੇ ਆਪਣੀ ਮਾਂ ਨੂੰ, ਕਿਉਂਕਿ ਆਈ ਲਵ ਯੂ ਦਾ ਮਤਲਬ ਇਹ ਨਹੀਂ ਲੜਕੇ ਲੜਕੀ ਨੂੰ, ਆਪਣੀ ਮਾਂ ਨੂੰ ਕਹਿ ਸਕਦੇ ਹਾਂ, ਪਿਤਾ ਨੂੰ ਕਹਿ ਸਕਦੇ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ। ਇਹਦਾ ਮਤਲਬ ਕੀ ਹੈ, ਸਮਝਦੇ ਹੋ ਕਿ ਨਹੀਂ? ਇੱਕ ਭਰਾ ਭਰਾ ਨੂੰ ਕਹਿ ਸਕਦਾ, ਭੈਣ ਭਰਾ ਨੂੰ ਕਹਿ ਸਕਦੀ ਹੈ ਕਿ ਭਈਆ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਜਾਂ ਭੈਣ ਮੈਂ ਤੈਨੂੰ ਬਹੁਤ ਪਿਆਰ ਕਰਦਾ, ਜਾਂ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤਾਂ ਤੁਹਾਡੇ ਇਹ ਪਿਆਰ ਦੇ ਲਫ਼ਜ਼ਾਂ ਨੇ ਜੋ ਖੁਸ਼ੀ ਦੇ ਦੇਣੀ ਹੈ, ਉਹ ਤੁਹਾਡੀ ਲੱਖਾਂ ਕਰੋੜਾਂ ਦੀ ਚੀਜ਼ ਨੇ ਨਹੀਂ ਦੇਣੀ, ਜਿਹਨੂੰ ਬਿਨਾਂ ਪਿਆਰ ਤੋਂ ਤੁਸੀਂ ਕਿਸੇ ਨੂੰ ਦੇਵੋ। ਇਸ ਲਈ ਤੁਹਾਡੇ ਇਹ ਸ਼ਬਦ ਐਸੇ ਵੀ ਹੋ ਸਕਦੇ ਹੈ ਕਿ ਅਗਲੇ ਨੂੰ ਹੀਰਿਆਂ ਲਾਲਾਂ ਤੋਂ ਵੀ ਜ਼ਿਆਦਾ ਕੀਮਤੀ ਲੱਗਣ, ਖੁਸ਼ੀ ਦੇ ਜਾਣ। ਤਾਂ ਤੁਹਾਡੇ ਸ਼ਬਦ ਐਸੇ ਵੀ ਹੋ ਸਕਦੇ ਆ ਕਿ ਅਗਲੇ ਦੇ ਦਿਲ ਨੂੰ ਚੀਰ ਕੇ ਰੱਖ ਦੇਣ। ਜਿੱਦਾਂ ਬੰਦਾ ਕਹਿੰਦਾ ਡਾਕਟਰ ਦਿਲ ਨੂੰ ਚੀਰਦੇ ਆ, ਆਪਰੇਸ਼ਨ ਕਰਦੇ ਆ, ਪਰ ਅਸੀਂ ਕਹਿੰਦੇ ਆ ਕਿ ਡਾਕਟਰ ਤਾਂ ਕਿਤੇ ਇੱਕ ਅੱਧੀ ਵਾਰ ਚੀਰਾ ਦਿੰਦਾ ਹੈ, ਪਰ ਇਨਸਾਨ ਕੋੜੇ ਬੋਲਾਂ ਨਾਲ ਪਤਾ ਨਹੀਂ ਕਿੰਨੇ ਦੇ ਦਿਲਾਂ ਨੂੰ ਚੀਰਦਾ ਹੈ, ਕਿੰਨੇ ਦੇ ਦਿਲਾਂ ਨੂੰ ਤਕਲੀਫ ਦਿੰਦਾ ਹੈ। ਐਸੇ ਬਣੋ, ਐਸਾ ਆਪਣੇ ਆਪ ਨੂੰ ਬਣਾਓ, ਐਸਾ ਕਿ ਮੈਂ ਇੱਕ ਐਸਾ ਖੁਸ਼ੀਆਂ ਦਾ ਪਾਰਸ ਬਣ ਜਾਵਾਂ ਕਿ ਪਾਰਸ ਤਾਂ ਸਿਰਫ ਲੋਹੇ ਨੂੰ ਸੋਨਾ ਕਰਦਾ, ਕੀਮਤ ਵਧਾਉਂਦਾ ਹੈ, ਪਰ ਮੈਂ ਐਸਾ ਖੁਸ਼ੀਆਂ ਦਾ ਪਾਰਸ ਬਣ ਜਾਵਾਂ ਕਿ ਜਿਹੜਾ ਵੀ ਮੇਰੇ ਕੋਲ ਆਵੇ ਨਾ, ਉਹਦੀ ਖੁਸ਼ੀ 1000 ਗੁਣਾ ਵਧਾ ਕੇ ਭੇਜਾਂ ਤਾਂ ਅਗਲਾ ਵੀ ਕਵੇ ਕਿ ਸੋਨੇ ਚਾਂਦੀ ਨਾਲ ਇੰਨੀ ਖੁਸ਼ੀ ਨਹੀਂ ਮਿਲੀ ਜਿੰਨੀ ਇਸ ਇਨਸਾਨ ਨੂੰ ਮਿਲ ਕੇ ਮਿਲੀ ਹੈ। ਫਿਰ ਹੈ ਤੁਹਾਡਾ ਜੀਵਨ ਸਫਲ। ਇਸ ਲਈ ਅਸੀਂ ਕਹਿ ਰਹੇ ਹਾਂ ਕਿ ਜਦ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਬਿਨਾਂ ਕਿਸੇ ਜਾਤ ਮਜ਼ਹਬ ਤੋਂ ਸਭ ਨੂੰ ਖੁਸ਼ੀ ਦੇ ਸਕਦੀਆਂ ਹੈ, ਤਾਂ ਅੱਜ ਇਨਸਾਨ ਨੂੰ ਵੀ ਇਹ ਕਰਨਾ ਚਾਹੀਦਾ ਹੈ। ਜਿੱਦਾਂ ਇੱਕ ਗਾਣਾ ਸਾਨੂੰ ਬੜਾ ਪਿਆਰਾ ਲੱਗਦਾ, ਬਹੁਤ ਪੁਰਾਣੀ ਫਿਲਮ ਦਾ ਹੈ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਕਿ ਤੂੰ ਹਿੰਦੂ ਬਨੇਗਾ ਨਾ मुसलमान बनेगा, इंसान की औलाद है इंसान बनेगा। ਅੱਜ ਜ਼ਰੂਰਤ ਹੈ, ਅੱਜ ਇਹ ਧਰਤੀ ਨੂੰ, ਇਹ ਸੰਸਾਰ ਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਜ਼ਰੂਰਤ ਨਹੀਂ ਹੈ। ਅੱਜ ਇਸ ਸੰਸਾਰ ਨੂੰ ਅੱਛੇ ਇਨਸਾਨਾਂ ਦੀ ਜ਼ਰੂਰਤ ਹੈ ਜੋ ਸਭ ਨਾਲ ਪ੍ਰੇਮ ਕਰਨ ਵਾਲੇ ਹੋਣ। ਨਹੀਂ ਤਾਂ ਆਪ ਸੋਚ ਕੇ ਦੱਸੋ ਸਾਨੂੰ, ਆਪ ਤੁਸੀਂ ਜਵਾਬ ਦੇਣਾ, ਅਸੀਂ ਨਹੀਂ ਜਵਾਬ ਦੇਣਾ, ਤੁਸੀਂ ਜਵਾਬ ਦੇਣਾ ਹੈ ਕਿ ਜੇ ਕੋਈ ਹਿੰਦੂ ਹੈ ਤਾਂ ਉਹਨੂੰ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ, ਕਿਹਦੀ ਕਰੇਗਾ? ਜੇ ਕੋਈ ਮੁਸਲਮਾਨ ਹੈ, ਅਗਰ ਉਹਨੂੰ ਕਿਸੇ ਦੀ ਹੈਲਪ ਕਰਨ ਦਾ ਮੌਕਾ ਮਿਲੇ ਤਾਂ ਉਹਦੀ ਪਹਿਲੀ ਪਿਓਰਿਟੀ ਹੋਣੀ ਹੈ ਕਿ ਮੈਂ ਮੁਸਲਮਾਨ ਦੀ ਹੈਲਪ ਕਰਾਂ। ਤਾਂ ਹੀ ਤਾਂ ਕਹਿੰਦੇ ਨਾ, ਵਿਆਹ ਵੀ ਕਰਨਾ ਤਾਂ ਹਿੰਦੂ ਕਹਿੰਦੇ ਹਿੰਦੂਆਂ 'ਚ ਹੋਵੇ, ਮੁਸਲਮਾਨ ਕਹਿੰਦੇ ਮੁਸਲਮਾਨਾਂ 'ਚ ਹੋਵੇ। ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਇਨਸਾਨ ਦੇ ਅੰਦਰ ਜਿਹੜੀ ਜਾਤੀ ਦਾ ਠੱਪਾ ਲੱਗ ਜਾਂਦਾ ਨਾ, ਜਿਹੜੇ ਧਰਮ ਦਾ ਠੱਪਾ ਲੱਗ ਜਾਂਦਾ ਹੈ, ਫਿਰ ਇਨਸਾਨ ਉਹਦੇ ਬਾਰੇ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦਾ ਤਾਂ ਦੂਜਿਆਂ ਬਾਰੇ ਉਹਦੀ ਫਿਕਰ ਥੋੜੀ ਘਟ ਜਾਂਦੀ ਹੈ। ਠੀਕ ਹੈ, ਉਹ ਹੈਲਪ ਸਭ ਦੀ ਕਰੇਗਾ, ਪਰ ਜਦੋਂ ਮੌਕਾ ਆਏਗਾ ਕਿ ਦੋਨਾਂ ਚੋਂ ਕਿਹਨੂੰ ਚੁਣਨਾ ਹੈ ਤਾਂ ਉਹਨੂੰ ਚੁਣੇਗਾ ਜਿਹੜਾ ਉਹਦੇ ਮਜ਼ਹਬ ਦਾ ਹੋਏਗਾ, ਉਹਦੇ ਧਰਮ ਦਾ ਹੋਏਗਾ। ਪਰ ਜਦੋਂ ਅਸੀਂ ਇਨਸਾਨ, ਜਦੋਂ ਸਾਡੇ ਅੰਦਰ ਕੋਈ ਲੇਬਲ ਹੀ ਨਹੀਂ ਲੱਗਾ ਹਿੰਦੂ ਮੁਸਲਿਮ ਸਿੱਖ ਈਸਾਈ ਦਾ, ਅਸੀਂ ਆਪਣੇ ਆਪ ਨੂੰ ਰੱਬ ਦੇ ਇਨਸਾਨ ਮੰਨਦੇ ਹਾਂ, ਰੱਬ ਦੇ ਨੂਰ ਤੋਂ ਪੈਦਾ ਹੋਏ, ਉਹਦਾ ਹੀ ਰੂਪ ਮੰਨਦੇ ਹਾਂ, ਤਾਂ ਫਿਰ ਤਾਂ ਸਾਡੇ ਵਾਸਤੇ ਸਾਰੇ ਇੱਕ ਬਰਾਬਰ ਹੋਣਗੇ। ਕਿਉਂਕਿ ਜਿਹੜਾ ਆਪਣੇ ਆਪ ਨੂੰ ਉਹਦੀ ਰਹਿਮਤ ਨਾਲ ਜੋੜ ਦਿੰਦਾ ਹੈ, ਉਹਦੇ ਵਾਸਤੇ ਇਨਸਾਨ ਪਹਿਲਾਂ ਹੈ, ਜਾਤ ਧਰਮ ਮਜ਼ਹਬ ਸਭ ਕੁਝ ਬਾਅਦ ਵਿੱਚ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਤਾਂ ਇੱਥੇ ਇੱਕ ਚੀਜ਼ ਕਹਿਣਾ ਚਾਹਾਂਗੇ, ਪੁੱਛਿਆ ਕਿ ਮਾਲਕੋ ਤੁਹਾਡੀ ਜਾਤ ਕੀ ਹੈ, ਧਰਮ ਕੀ ਹੈ? ਤਾਂ ਹੁਣ ਜ਼ਰਾ ਸਮਝ ਲੈਣਾ ਕਿ ਫਕੀਰਾਂ ਦੀ ਜਾਤ ਕੀ ਹੁੰਦੀ ਹੈ। ਜੋ ਫਕੀਰ ਹੈ खुदा के उनकी कोई जात नहीं होती, बिना फकीरों के खुदा से मुलाकात
कात नहीं होती। जरा समझ लेना कि जो फकीर हैं खुदा के उनकी कोई जात नहीं होती, बिना फकीरों के खुदा से मुलाकात नहीं होती। प्रेम करते हैं जे हर एक इंसान से, इनके दिल में नफरतो मजहब की कोई बात नहीं होती। जरा समझ लेना कि जेड़े रब दे फकीर हुंदे हैं ना, जो फकीर हैं खुदा के, इनकी कोई जात नहीं होती। जेड़े रब दे फकीर है, हाँ जेड़े जग दे फकीर है, उन्हां दी जात होएगी, क्योंकि एक फकीर जग दा हुंदा है, दुनिया दा, कि दुनियादार नूं दिखाउण वास्ते फकीरी बाना पाया है। हुण जिद्दां दा दुनियादार आएगा उद्दां दा बन के इहनूं मिल लेना है। एक हुंदा रब दा फकीर, रब दा फकीर तो फिर रब दा ही है, उहदे कोल जैसा मर्जी आवे उहनूं तो उही मिलना है जो रब दे घरों आ रहा है। समझदे हो कि नहीं? इसलिए जो फकीर हैं खुदा के उनकी कोई जात नहीं होती। जेडे वाकई खुदा दे बंदे है, खुदा दे फकीर है, उन्हां दी कोई जात धर्म नहीं हुंदा। जरा समझ लेना। और बिना फकीरों के खुदा से मुलाकात नहीं होती। और जे रब ने भी मुलाकात करनी होवे ना, रब नाल तुसी मुलाकात करनी होवे तो उहदे वास्ते भी फकीरां नाल जुड़ना ही पैंदा है, फकीरां दी सोबत करनी पैंदी है, क्योंकि बिना फकीरां दी सोबत तो असीं रब नाल भी मुलाकात नहीं कर सकते। इसलिए हुण फकीर करदे की है कि जो फकीर हैं खुदा के उनकी कोई जात नहीं होती, बिना फकीरों के खुदा से मुलाकात नहीं होती। मोहब्बत करते हैं जे हर एक इंसान से, नफरतों मजहब की इनके दिल में कोई बात नहीं होती। ये तो सब नाल प्रेम करते हैं, जिद्दां नदी सब दी प्यास बुझाती है, पेड़ सब नूं ठंडी छां दिंदे है, जिद्दां धरती सब नूं संभालदी है, सूरज सब नूं रोशनी दिंदा है, हवा सब नूं जीवन दिंदी है, इदां ही रब दे फकीर भी सब नाल प्रेम करते हैं। इन्हां दे दिल च किसे वास्ते कोई नफरत नहीं हुंदी, और इन्हां दे दिल च किसे इंसान नूं लैके कोई जात मजहब दी गल नहीं आंदी। ना ही अपनी कोई मजहब जाति मनदे है, तो ना ही ये किसे दूसरे नूं जात मजहब नाल जोड़ के देखते हैं। हुण तुसीं साडे कोल आंदे हो, इत्थे तुहानूं ये नहीं पुछिया जांदा कि तुहाडा धर्म की है, तुहाडी जात की है। बहुत जीव ऐसे है जिन्हां नूं 30-30 साल 35-35 साल हो गए नाम की दात दरबार तो लईए, पर हाले तक कभी पुछिया ही नहीं कि तुसीं कौन हो, क्योंकि इत्थे सवाल ही है नहीं तुसीं कौन हो। तुसीं ओ रब दे बंदे हो, रब दे नूर तो बने हो, क्योंकि जातां नूं ओ देखदा है जो तुहाडे शरीर नूं देखदा है, पर असीं तां तुहाडे अंदर वसदे ओ परमात्मा नूं देखदे हां। और जदों तुहाडे अंदर बैठे हो नूर नूं देखदे हां। अब्बल अल्लाह नूर उपाया कुदरत दे सब बंदे, एक नूर ते सब जग उपजिया को भले को मंदे। और जेड़ा अंदरों नूर नूं देख लिया वो फिर शरीरां दी फिक्र नहीं करदा कि पहरावा की है, सिर ते पगड़ी है या तिलक लगा होया है, गल च जनेऊ पाया है या माला पाई हुई है, टोपी रखी हुई है या की है। इन्हां नूं असीं कहांगे बाहरले फैशन नहीं फिर देखे जांदे कि बाहरला कपड़े दा फैशन की है। फैशन दा मतलब पता नहीं की हुंदा कि इदां दे कपड़े पा ले। बोलो समझदे हो कि नहीं? हुण जरा एक गल हमेशा याद रखनी, ये जिन्ने भी धर्म मजहब है ना, ये साडा भेष बदलदे है, पर फकीरां दी सोबत साडे मन नूं बदलदी है, साडे हिरदे नूं बदलदी है। बोलो समझदे हो कि नहीं? हुण फर्ज करो एक बंदा है सवेरे वो हिंदू सी, तिलक लगा होया सी, गल च माला पाई हुई सी, दोपहर नूं उहनूं लगा कि मैं यार इस्लाम धर्म कर लवां, मुसलमान बन जावां। बोलो समझदे हो कि नहीं? दोपहर का समा आया, उन्हें कलमा पढ़िया, मुसलमान बन गया। हुण बदलिया की? उहदा रंग बदल गया, उहदे दिल की धड़कना बदल गईयां, उहदियां अखां दा रंग बदल गया, उहदी चमड़ी बदल गई, ब्लड ग्रुप बदल गया। की बदलिया? सिर्फ उहदा बाहरला पहरावा बदलिया, कपड़ा बदल गया कि पहला बोधी रखी सी या तिलक सी, हुण टोपी रख लई। फिर होर दोपहर तो 2 घंटे बाद उहदे मन च आया नहीं यार ईसाई बन जावां, फिर वो ईसाई बन जाता है। हुण बदलिया की? ब्लड ग्रुप भी वही है, हार्ट भी वही है, हुण सब कुछ वही है, पर विचार बदल गए कि मैं हिंदू सी मुसलमान हो गया, हुण मुसलमान सी ईसाई हो गया। शरीर वही है, शरीर की कोई मूवमेंट नहीं बदली कि पहला दिल इन्ना धड़कदा सी तो हुण घट गया या वध गया, पहला ब्लड ग्रुप होर सी तो हुण होर हो गया। बदलिया की? सिर्फ सोच बदली। फिर शाम नूं उन्हें सोचा कि नहीं यार ईसाई नहीं, सिख बन जावां, अमृत छक लवां। फिर की बदलिया? बाहरला पहरावा बदल गया,
ਅੰਦਰ ਤਾਂ ਸਭ ਕੁਝ ਉਹੀ ਹੈ ਨਾ। ਸੋ ਇਥੋਂ ਕੀ ਪਤਾ ਲੱਗਦਾ ਹੈ ਕਿ ਜਿੰਨੇ ਵੀ ਧਰਮ ਮਜ਼ਹਬ ਹੈ ਇਹ ਸਾਡੇ ਸਰੀਰ ਨੂੰ, ਯਾਨੀ ਬਾਹਰਲੇ ਵਸਤਰਾਂ ਨੂੰ, ਕੱਪੜਿਆਂ ਨੂੰ ਚੇਂਜ ਕਰਦੇ ਹੈ, ਪਰ ਸੱਚੇ ਸੰਤ ਫਕੀਰ ਗੁਰੂ ਰਹਿਬਰ ਤਾਂ ਸਾਡੀ ਸੋਚ ਨੂੰ ਬਦਲਦੇ ਹੈ, ਸਾਡੇ ਮਨ ਨੂੰ ਬਦਲਦੇ ਹੈ, ਸਾਡੇ ਅੰਦਰਲੀਆਂ ਬੁਰਾਈਆਂ ਨੂੰ ਬਦਲ ਕੇ ਅੱਛਾਈਆਂ 'ਚ ਕਨਵਰਟ ਕਰ ਦਿੰਦੇ ਹੈ। ਔਰ ਇਹ ਗੱਲ ਯਾਦ ਰੱਖੋ ਕਿ ਜੇ ਪਰਮਾਤਮਾ ਨੂੰ ਪਾਣਾ ਹੈ ਤਾਂ ਬਾਹਰੀ ਕੱਪੜੇ ਨੂੰ ਨਹੀਂ ਪਰਮਾਤਮਾ ਨੇ ਦੇਖਣਾ। ਜਿੱਦਾਂ ਕਹਿੰਦੇ ਨਾ ਇੱਕ ਔਰਤ, ਹੁਣ ਤੁਹਾਨੂੰ ਪੁੱਛਾਂਗੇ ਤੁਸੀਂ ਕੌਣ ਹੋ, ਇਸ ਕਹਾਣੀ ਤੋਂ ਥੋੜਾ ਵਿਚਾਰ ਕਰਨਾ। ਇੱਕ ਔਰਤ ਮਰਨ ਤੋਂ ਬਾਅਦ ਸਵਰਗ ਦੇ ਦਰਵਾਜ਼ੇ ਤੇ ਗਈ, ਜਾ ਕੇ ਦਰਵਾਜ਼ਾ ਖੜਕਾਇਆ। ਇਹ ਸਿਰਫ ਗਿਆਨ ਦੇਣ ਵਾਸਤੇ ਕਹਾਣੀ ਹੈ, ਨਹੀਂ ਤਾਂ ਇਦਾਂ ਕੋਈ ਦਰਵਾਜ਼ੇ ਨਹੀਂ ਖੜਕਾਏ ਜਾਂਦੇ। ਉਹਨੇ ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਫਰਿਸ਼ਤੇ ਨੇ, ਦੇਵਦੂਤ ਨੇ ਛੋਟੀ ਜਿਹੀ ਖਿੜਕੀ ਖੋਲ ਕੇ ਪੁੱਛਿਆ, ਤੂੰ ਕੌਣ ਹੈ, ਤੂੰ ਕੌਣ ਹੈ? ਉਹਨੇ ਆਪਣਾ ਨਾਮ ਦੱਸਿਆ। ਉਹ ਕਹਿੰਦੇ ਮੈਂ ਤੇਰੇ ਬਾਰੇ ਪੁੱਛਿਆ, ਤੇਰੇ ਨਾਮ ਬਾਰੇ ਨਹੀਂ ਪੁੱਛਿਆ। ਨਾਮ ਤਾਂ ਤੈਨੂੰ ਤੇਰੇ ਮਾਤਾ ਪਿਤਾ ਨੇ ਦਿੱਤਾ, ਤੂੰ ਕੌਣ ਹੈ? ਉਹ ਕਹਿੰਦੀ ਮੈਂ ਫਲਾਣੇ ਮਿਨਿਸਟਰ ਦੀ ਪਤਨੀ ਹੈ। ਉਹ ਕਹਿੰਦੇ ਤੇਰੇ ਪਤੀ ਬਾਰੇ ਥੋੜੀ ਪੁੱਛਿਆ, ਮਿਨਿਸਟਰ ਹੈ, ਡਾਕਟਰ ਹੈ, ਵਕੀਲ ਹੈ, ਕੌਣ ਹੈ? ਤੂੰ ਦੱਸ ਕੌਣ ਹੈ? ਮੈਂ ਫਲਾਣੇ ਦੀ ਧੀ ਹਾਂ। ਉਹ ਤੇਰੇ ਬਾਪ ਬਾਰੇ ਵੀ ਨਹੀਂ ਪੁੱਛਿਆ। ਮੈਂ ਟੀਚਰ ਹਾਂ, ਮੈਂ ਸਾਇੰਟਿਸਟ ਹਾਂ, ਮੈਂ ਡਾਕਟਰ ਹਾਂ। ਉਹ ਤੇਰੇ ਬਾਰੇ ਪੁੱਛਿਆ, ਤੂੰ ਕੌਣ ਹੈ? ਤੇਰੇ ਕੰਮ ਬਾਰੇ ਥੋੜੀ ਪੁੱਛਿਆ ਕਿ ਤੇਰਾ ਪ੍ਰੋਫੈਸ਼ਨ ਕੀ ਹੈ, ਤੇਰਾ ਕੰਮ ਕੀ ਹੈ। ਹੁਣ ਜਿੱਦਾਂ ਜਿੱਦਾਂ ਔਰਤ ਕਹਿੰਦੀ ਗਈ ਮੈਂ ਫਲਾਣੇ ਦੇਸ਼ ਦੀ ਹਾਂ, ਤੇਰੇ ਬਾਰੇ ਪੁੱਛਿਆ, ਤੂੰ ਕੌਣ ਹੈ? ਤੇਰੇ ਦੇਸ਼ ਬਾਰੇ ਥੋੜੀ ਪੁੱਛਿਆ। ਉੱਥੇ ਉਹ ਕਵੇ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹੈ, ਤਾਂ ਅੰਦਰੋਂ ਆਵਾਜ਼ ਆਈ ਤੇਰੇ ਧਰਮ ਬਾਰੇ ਵੀ ਨਹੀਂ ਪੁੱਛਿਆ ਕਿ ਤੇਰਾ ਧਰਮ ਕੀ ਹੈ। ਅਸੀਂ ਪੁੱਛਿਆ ਤੇਰੇ ਬਾਰੇ, ਤੂੰ ਕੌਣ ਹੈ? ਤਾਂ ਉਸ ਵੇਲੇ ਹੁਣ ਔਰਤ ਕਹਿੰਦੀ ਸਭ ਕੁਝ ਕਹਿ ਕੇ ਦੇਖ ਲਿਆ, ਬੱਚਿਆਂ ਦੀ ਮਾਂ ਆ, ਉਹ ਵੀ ਕਹਿ ਕੇ ਦੇਖ ਲਿਆ, ਪਰ ਉਹਨਾਂ ਨੇ ਕਿਹਾ ਬੱਚਿਆਂ ਬਾਰੇ ਤਾਂ ਪੁੱਛਿਆ ਨਹੀਂ, ਤੇਰੇ ਕਿੰਨੇ ਬੱਚੇ ਆ? ਤੇਰੇ ਪ੍ਰੋਫੈਸ਼ਨ ਬਾਰੇ ਵੀ ਨਹੀਂ ਪੁੱਛਿਆ, ਤੂੰ ਕੰਮ ਕੀ ਕਰਦੀ ਹੈ? ਤੇਰੇ ਪਤੀ ਬਾਰੇ ਵੀ ਨਹੀਂ ਪੁੱਛਿਆ, ਤੇਰੇ ਦੇਸ਼ ਬਾਰੇ ਵੀ ਨਹੀਂ ਪੁੱਛਿਆ, ਤੇਰੇ ਧਰਮ ਬਾਰੇ ਵੀ ਨਹੀਂ ਪੁੱਛਿਆ। ਇਹ ਪੁੱਛਿਆ ਤੂੰ ਕੌਣ ਹੈ? ਹੁਣ ਜ਼ਰਾ ਸੋਚੋ, ਇਹ ਸਿਚੁਏਸ਼ਨ ਤੁਹਾਡੀ ਹੋਵੇ ਤਾਂ ਤੁਸੀਂ ਕੀ ਜਵਾਬ ਦਿਓਗੇ? ਕੌਣ ਹੋ ਤੁਸੀਂ? ਤੁਸੀਂ ਆਪਣਾ ਨਾਮ ਹੀ ਲਓਗੇ, ਆਪਣੇ ਦੱਸੋਗੇ ਮੈਂ ਜੀ ਫਲਾਨਾ ਸਿੰਘ ਜਾਂ ਫਲਾਨਾ ਖਾਨ ਜਾਂ ਫਲਾਨਾ ਸ਼ਰਮਾ। ਤਾਂ ਰੱਬ ਨੇ ਕਹਿਣਾ ਤੇਰੇ ਨਾਮ ਬਾਰੇ ਥੋੜੀ ਪੁੱਛਿਆ। ਇਹ ਨਾਮ ਦਾ ਲੈਵਲ ਤਾਂ ਤੈਨੂੰ ਦੁਨੀਆ ਨੇ ਦਿੱਤਾ, ਔਰ 2 ਅਖਬਾਰਾਂ 'ਚ ਤੂੰ ਆਪਣਾ ਨਾਮ ਬਦਲ ਦੇਵੇਂ ਤਾਂ ਤੇਰਾ ਨਾਮ ਚੇਂਜ ਹੋ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਅੱਜ ਕੋਈ ਸੰਜੀਵ ਕੁਮਾਰ ਹੈ ਤਾਂ ਕੱਲ ਨੂੰ ਉਹਨਾਂ ਸੰਜੀਵ ਸ਼ਰਮਾ ਕਰਨਾ ਹੋਵੇ ਤਾਂ 2 ਪੇਪਰਾਂ 'ਚ ਦੇ ਦਿਓ ਐਫੀਡੇਵਿਟ ਲਿਖ ਕੇ, ਤਾਂ ਬਾਅਦ ਚੋਂ ਨਾਮ ਚੇਂਜ। ਤੂੰ ਤਾਂ ਉਹੀ ਰਿਹਾ ਨਾ, ਨਾਮ ਹੀ ਬਦਲਿਆ। ਤੂੰ ਕੌਣ ਹੈ? ਕੌਣ ਹੈ? ਆਪਣੇ ਆਪ ਨੂੰ ਪੁੱਛੋ, ਮੈਂ ਕੌਣ ਹੈ? ਕੌਣ ਹਾਂ ਮੈਂ? ਅਗਰ ਬਾਹਰੋਂ ਮੈਂ ਆਪਣੇ ਆਪ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਮੰਨਦਾ ਆ ਤਾਂ ਮੈਂ ਕੌਣ ਹੈ? ਉਹ ਤਾਂ ਮੈਂ ਉੱਪਰੋਂ ਮੰਨ ਲਿਆ। ਕਿਸੇ ਨੇ ਮੈਨੂੰ ਕਹਿਤਾ ਤੂੰ ਹਿੰਦੂ ਹੈ, ਮੈਂ ਮੰਨ ਲਿਆ ਉਹਦੀ ਗੱਲ ਹਿੰਦੂ। ਕਿਸੇ ਨੇ ਮੈਨੂੰ ਕਹਿਤਾ ਤੂੰ ਮੁਸਲਮਾਨ ਹੈ, ਮੈਂ ਮੰਨ ਲਈ ਉਹਦੀ ਗੱਲ ਮੁਸਲਮਾਨ। ਪਰ ਮੈਂ ਕੌਣ ਹਾਂ? ਅਗਰ ਮੈਂ ਹਿੰਦੂ ਨੂੰ, ਮੁਸਲਮਾਨ ਨੂੰ ਹਟਾ ਦੇਵਾਂ, ਫਿਰ ਮੈਂ ਚੈੱਕ ਕਰਾਂ ਮੈਂ ਕੌਣ ਹਾਂ। ਅਗਰ ਆਪਣੀ ਪਦਵੀ ਨੂੰ, ਆਪਣੇ ਅਹੁਦੇ ਨੂੰ, ਆਪਣੀ ਐਜੂਕੇਸ਼ਨ ਨੂੰ ਹਟਾ ਦੇਵਾਂ ਕਿ ਮੈਂ BA ਪਾਸ, ਮੈਂ MA ਡਿਗਰੀ ਲਈ ਹੋਈ ਹੈ, ਅਗਰ ਸਾਰੀਆਂ ਚੀਜ਼ਾਂ ਹਟਾ ਦੇਵਾਂ, ਫਿਰ ਮੈਂ ਕੌਣ ਹਾਂ? ਤਾਂ ਬੰਦੇ ਨੇ ਅੰਦਰੋਂ ਕੁਝ ਜਵਾਬ ਆਏਗਾ ਹੀ ਨਹੀਂ, ਕਿਉਂਕਿ ਜੋ ਤੁਸੀਂ ਹੋ ਉਹਨੂੰ ਹਾਲੇ ਤੱਕ ਤੁਸੀਂ ਜਾਣਿਆ ਹੀ ਨਹੀਂ ਹੈ। ਤੁਸੀਂ ਬਸ ਉਸ ਚੀਜ਼ ਨੂੰ ਮੰਨ ਕੇ ਬੈਠੇ ਹੋ ਜੋ ਤੁਹਾਨੂੰ ਬਾਹਰੋਂ ਤੁਹਾਡੇ ਪਰਿਵਾਰ ਨੇ ਜਾਂ ਦੂਜਿਆਂ ਨੇ ਸਿਖਾ ਦਿੱਤੀ ਹੈ। ਤੂੰ ਆ, ਤੁਸੀਂ ਉਹੀ ਮੰਨਣਾ ਸ਼ੁਰੂ ਕਰ ਦਿੰਦੇ ਹੋ। ਬੋਲੋ ਸਮਝਦੇ ਹੋ ਕਿ ਨਹੀਂ? ਕਿਸੇ ਬੱਚੇ ਨੂੰ ਪੁੱਛੇ ਬੱਚਾ ਤੂੰ ਕੌਣ ਹੈ? ਮੈਂ ਜੀ ਫਲਾਨੀ ਮੰਮੀ ਦਾ ਬੇਟਾ ਆ, ਫਲਾਨੇ ਡੈਡੀ ਦਾ ਬੇਟਾ ਆ ਮੇਰਾ ਨਾਂ ਆ। ਬੇਟਾ ਹੀ ਤੇਰੇ ਬਾਰੇ ਪੁੱਛਿਆ, ਤੇਰੇ ਮੰਮੀ ਡੈਡੀ ਬਾਰੇ ਥੋੜੀ ਪੁੱਛਿਆ। ਤੂੰ ਕੌਣ ਹੈ? ਤੂੰ ਦੱਸ। ਫਿਰ ਬੱਚਾ ਕਹੇਗਾ ਮੈਂ ਜੀ ਇੱਕ ਸਟੂਡੈਂਟ ਆ ਸਕੂਲ ਦਾ। ਉਹ ਤੇਰੇ ਸਕੂਲ ਬਾਰੇ ਥੋੜੀ ਪੁੱਛਿਆ, ਤੂੰ ਕੌਣ ਹੈ? ਤੂੰ ਦੱਸ। ਕੀ ਜਵਾਬ ਆਏਗਾ ਅੰਦਰੋਂ? ਬਸ ਆ ਜਿਹੜੀ ਅੰਦਰ ਆ ਕੇ ਮੌਨ ਆ ਜਾਂਦਾ ਨਾ, ਜਵਾਬ ਨਹੀਂ ਆ ਰਿਹਾ ਸਹੀ ਮਾਇਨੇ 'ਚ, ਉਹਦੇ ਪਿੱਛੇ ਹੀ ਤੁਸੀਂ ਹੋ। ਤੁਸੀਂ ਉਹ ਸ਼ਕਤੀ ਹੋ ਜਿਸ ਸ਼ਕਤੀ ਨੇ ਤੁਹਾਨੂੰ ਪੈਦਾ ਕੀਤਾ ਹੈ। ਤੁਸੀਂ ਉਹ ਪਰਮਾਤਮਾ ਦਾ ਰੂਪ ਹੋ ਜਿਸ ਦੀ ਕੋਈ ਜਾਤ, ਕੋਈ ਧਰਮ ਨਹੀਂ ਹੈ। ਇਸ ਲਈ ਇਹ ਜਿੰਨੇ ਮਜ਼ਹਬ ਹੈ ਇਹ ਸਾਡੀ ਸੋਚ ਨਾਲ ਜੁੜੇ ਹੋਏ ਹੈ। ਹੁਣ ਜ਼ਰਾ ਇੱਕ ਗੱਲ ਦਾ ਹੋਰ ਜਵਾਬ ਦਿਓ, ਤੁਸੀਂ ਮੰਨਦੇ ਹੋ ਕਿ ਮੈਂ ਕੱਟੜ ਕਿਸੇ ਧਰਮ ਨਾਲ ਜੁੜਿਆ? ਕੋਈ ਵੀ ਧਰਮ ਲੈ ਲਓ, ਹਿੰਦੂ, ਮੁਸਲਿਮ, ਸਿੱਖ, ਈਸਾਈ, ਮੈਂ ਕੱਟੜ ਹਾਂ, ਮੈਂ ਹੋਰ ਕਿਸੇ ਨੂੰ ਮੰਨਦਾ ਹੀ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਪਰ ਹੁਣੇ ਤੁਹਾਡੀ ਜ਼ਿਆਦਾ ਚਲੀ ਜਾਵੇ, ਹੁਣੇ ਤੁਹਾਡੀ ਜ਼ਿਆਦਾ ਚਲੀ ਜਾਵੇ, ਕੋਈ ਸੱਟ ਦੇ ਸਿਰ ਤੇ ਸੱਟ ਐਸੀ ਵੱਜੇ, ਜ਼ਿਆਦਾ ਚਲੀ ਜਾਵੇ, ਤਾਂ ਤੁਸੀਂ ਕੀ ਕਹਿਣਾ? ਮੇਰਾ ਨਾਮ ਕੀ ਹੈ? ਮੈਂ ਕੌਣ ਹਾਂ? ਇਹਦਾ ਮਤਲਬ ਜੇ ਉਹ ਕੱਟੜਤਾ ਕਿੱਥੇ ਸੀ? ਜੇ ਸਰੀਰ 'ਚ ਸੀ, ਦਿਲ 'ਚ ਸੀ, ਅੰਦਰ ਸੀ, ਤਾਂ ਹੁਣ ਵੀ ਹੋਣੀ ਚਾਹੀਦੀ ਹੈ। ਜੇ ਹੁਣ ਜ਼ਿਆਦਾ ਜਾਣ ਨਾਲ ਹੀ ਉਹ ਚੀਜ਼ ਚਲੀ ਗਈ, ਇਹਦਾ ਮਤਲਬ ਚੀਜ਼ ਸੱਚੀ ਹੋ ਹੀ ਨਹੀਂ ਸਕਦੀ ਜਿਹੜੀ ਹੈ, ਔਰ ਜ਼ਿਆਦਾ ਜਾਣ ਨਾਲ ਚਲੀ ਗਈ, ਇਹਦਾ ਮਤਲਬ ਚੀਜ਼ ਉੱਪਰੋਂ ਰੱਖੀ ਹੋਈ ਹੈ। ਔਰ ਜਿਹੜੀ ਚੀਜ਼ ਉੱਪਰੋਂ ਰੱਖੀ ਹੋਈ ਹੋਵੇ ਉਹਦਾ ਲਿੰਕ ਪਰਮਾਤਮਾ ਨਾਲ ਕਦੀ ਹੋ ਹੀ ਨਹੀਂ ਸਕਦਾ। ਪਰਮਾਤਮਾ ਨਾਲ ਉਹ ਚੀਜ਼ ਸਾਨੂੰ ਜੋੜ ਸਕਦੀ ਹੈ ਜੋ ਸਾਡੇ ਸਾਹਾਂ ਦੇ ਨਾਲ ਜੁੜੀ ਹੋਈ ਹੈ। ਸਮਝ ਆ ਰਹੀ ਹੈ ਕਿ ਨਹੀਂ?
ਹੁਣ ਯਾਦਾਸ਼ਤ ਜਾਂਦੀ ਹੈ, ਹੁਣ ਫਰਜ਼ ਕਰੋ ਕੋਈ ਕਹੇ ਮੈਂ ਕੱਟੜ ਹਿੰਦੂ, ਉਹਦੀ ਯਾਦਾਸ਼ਤ ਚਲੀ ਜਾਵੇ ਤਾਂ ਉਹਨੂੰ ਮੌਲਵੀਆਂ ਦੇ ਘਰ ਭੇਜ ਦੋ, ਉਹਨਾਂ ਕਹਿਣਾ ਭਾਈ ਤੂੰ ਮੁਸਲਮਾਨ ਸੀ, ਤਾਂ ਉਹਨਾਂ ਕੀ ਮੰਨਣਾ ਸ਼ੁਰੂ ਕਰ ਦੇਣਾ ਹੈ, ਮੈਂ ਮੁਸਲਮਾਨ ਹੀ ਸੀ। ਪਰ ਕਿਤੇ ਫਿਰ ਯਾਦਾਸ਼ਤ ਵਾਪਸ ਆਈ 2 ਸਾਲ ਤੱਕ, ਉਹ ਕਹਿਣਾ ਲੈ ਮੈਂ ਤਾਂ ਹਿੰਦੂ ਸੀ ਕੱਟੜ, ਆ 2 ਸਾਲ ਮੁਸਲਮਾਨਾਂ ਕੋ ਰਿਹਾ, ਕਿਉਂਕਿ ਹੁਣ ਯਾਦਾਸ਼ਤ ਵਾਪਸ ਆ ਗਈ, ਯਾਨੀ ਉਹ ਪੁਰਾਣੀ ਮੈਮਰੀ ਵਾਪਸ ਆ ਗਈ। ਯਾਨੀ ਇਹ ਜਿੰਨੀਆਂ ਵੀ ਚੀਜ਼ਾਂ ਹੈ ਨਾ, ਇਹ ਸਾਡੀ ਮੈਮਰੀ 'ਚ ਹੈ, ਇਹਦਾ ਸਾਡੀ ਆਤਮਾ ਨਾਲ ਔਰ ਪ੍ਰਮਾਤਮਾ ਨਾਲ ਕੋਈ ਤਾਲੁਕ ਨਹੀਂ ਹੈ। ਇਸ ਲਈ ਜਦੋਂ ਗੱਲ ਆਉਂਦੀ ਪ੍ਰਮਾਤਮਾ ਨਾਲ, ਤਾਂ ਤੁਸੀਂ ਪ੍ਰਮਾਤਮਾ ਨਾਲ ਕਿੱਦਾਂ ਜੁੜ ਸਕਦੇ ਹੋ? ਕਿਹੜੀ ਚੀਜ਼ ਤੁਹਾਨੂੰ ਪ੍ਰਮਾਤਮਾ ਨਾਲ ਜੋੜ ਸਕਦੀ ਹੈ? ਯਾਦ ਰੱਖੋ, ਅੱਜ ਇਹ ਵੀ ਕਹਿ ਦੇਵਾਂਗੇ ਧਰਮਾਂ ਦੇ ਨਾਲ ਨਾਲ ਇਹ ਜਾਤਾਂ ਵੀ ਲੈ ਕੇ ਬੈਠੇ ਨਾ, ਕੋਈ ਜੱਟ ਕਹਿੰਦਾ ਮੈਂ ਜੱਟ ਹੈ, ਕੋਈ ਕਹਿੰਦਾ ਮੈਂ ਚਮਾਰ ਹੈ, ਕੋਈ ਕਹਿੰਦਾ ਮੈਂ ਖੱਤਰੀ ਹਾਂ, ਕੋਈ ਕਹਿੰਦਾ ਮੈਂ ਸ਼ਰਮਾ ਆ, ਇਹ ਵੀ ਸਾਡੀਆਂ ਸੋਚਾਂ 'ਚ ਹੀ ਹੈ। ਜੇ ਯਾਦਾਸ਼ਤ ਇਹਨਾਂ ਦੀ ਵੀ ਚਲੀ ਜਾਵੇ ਤਾਂ ਇਹਨਾਂ ਨੂੰ ਵੀ ਪਤਾ ਕਿ ਮੈਂ ਕੌਣ। ਪਰ ਇੱਕ ਚੀਜ਼ ਦਾ ਸਾਰਿਆਂ ਨੂੰ ਪਤਾ ਹੋਣਾ ਹੈ, ਯਾਦਾਸ਼ਤ ਜਾਣ ਦੇ ਬਾਵਜੂਦ ਵੀ ਇੱਕ ਚੀਜ਼ ਦਾ ਪਤਾ ਹੋਣਾ ਕਿ ਮੈਂ ਇੱਕ ਇਨਸਾਨ ਹਾਂ, ਮੈਂ ਇੱਕ ਆਦਮੀ ਹਾਂ, ਇੱਕ ਬੰਦਾ ਆ ਮੈਂ। ਉਹ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ। ਨਾਮ ਭੁੱਲ ਸਕਦੇ ਹਾਂ, ਧਰਮ ਭੁੱਲ ਸਕਦੇ ਹਾਂ, ਪਰ ਇੰਨਾ ਤਾਂ ਹਰ ਇੱਕ ਨੂੰ ਪਤਾ ਹੋਣਾ, ਉਹ ਕੁੱਤਾ ਹੈ ਤਾਂ ਮੈਂ, ਉਹ ਜਾਨਵਰ ਹੈ ਤਾਂ ਮੈਂ ਇੱਕ ਬੰਦਾ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਤੁਸੀਂ, ਕਿਉਂਕਿ ਜੋ ਇਹ ਜੀਵਨ ਦੀ ਸੱਚਾਈ ਹੈ, ਜੋ ਕੁਦਰਤ ਨੇ ਸਾਡੇ ਅੰਦਰ ਭਰਿਆ ਹੈ ਨਾ, ਉਹ ਚੀਜ਼ ਨੂੰ ਚਾਹ ਕੇ ਵੀ ਅਸੀਂ ਵਿਸਰ ਨਹੀਂ ਸਕਦੇ। ਹੁਣ ਜ਼ਰਾ ਇੱਕ ਗੱਲ ਦਾ ਜਵਾਬ ਦੇਣਾ, ਤੁਸੀਂ ਅੱਜ ਸਾਹ ਲੈ ਰਹੇ ਹੋ, ਕੱਲ ਨੂੰ ਤੁਹਾਡੀ ਯਾਦਾਸ਼ਤ ਚਲੀ ਜਾਵੇ ਕਿ ਸਾਹ ਲੈਣਾ ਭੁੱਲ ਜਾਣਾ ਤੁਸੀਂ, ਸਾਹ ਤਾਂ ਵੀ ਚਲੀ ਜਾਣਾ, ਕਿਉਂਕਿ ਕੁਦਰਤ ਲੈ ਰਹੀ ਹੈ, ਤੁਸੀਂ ਨਹੀਂ ਲੈ ਰਹੇ। ਦਿਲ ਤੁਹਾਡਾ ਤਾਂ ਵੀ ਧੜਕੀ ਜਾਣਾ ਹੈ, ਕਿਉਂਕਿ ਕੁਦਰਤ ਧੜਕਾ ਰਹੀ ਹੈ। ਅੱਖਾਂ ਨੇ ਤੁਹਾਡੀਆਂ ਤਾਂ ਵੀ ਦੇਖਣਾ ਨਹੀਂ, ਤਾਂ ਬੰਦਾ ਕਵੇ ਓਹੋ ਮੇਰੀ ਯਾਦਾਸ਼ਤ ਚਲੀ ਗਈ, ਮੈਂ ਦੇਖਣਾ ਕੰਨਾਂ ਤੋਂ ਜਾਂ ਅੱਖਾਂ ਤੋਂ ਹੈ, ਦੱਸੋ ਮੈਨੂੰ। ਤਾਂ ਉੱਥੇ ਨਹੀਂ ਬੰਦਾ ਪੁੱਛਦਾ, ਉਹਨੂੰ ਪਤਾ ਅੱਖਾਂ ਨਾਲ ਦੇਖਣਾ ਤਾਂ ਦੇਖਣਾ ਹੀ ਹੈ, ਕੰਨਾਂ ਨਾਲ ਸੁਣਨਾ ਤਾਂ ਸੁਣਨਾ ਹੀ ਹੈ, ਕਿਉਂਕਿ ਜਿਹੜੀ ਚੀਜ਼ ਕੁਦਰਤ ਸਾਨੂੰ ਦਿੰਦੀ ਹੈ ਉਹ ਚਾਹ ਕੇ ਵੀ ਅਸੀਂ ਬਦਲ ਨਹੀਂ ਸਕਦੇ। ਤੁਸੀਂ ਇੱਕ ਇਨਸਾਨ ਹੋ, ਤੁਸੀਂ ਚਾਹ ਕੇ ਵੀ ਆਪਣੇ ਆਪ ਨੂੰ ਇਨਸਾਨੀਅਤ ਤੋਂ ਨਹੀਂ ਥੱਲੇ ਗਿਰਾ ਸਕਦੇ, ਬਦਲ ਸਕਦੇ, ਪਰ ਤੁਸੀਂ ਆਪਣੇ ਧਰਮ ਨੂੰ ਬਦਲ ਸਕਦੇ ਹੋ ਕਿ ਅੱਜ ਹਿੰਦੂ ਹੈ ਤਾਂ ਮੁਸਲਮਾਨ ਹੋ ਜਾਵਾਂ, ਮੁਸਲਮਾਨ ਹੈ ਤਾਂ ਮੈਂ ਹਿੰਦੂ ਹੋ ਜਾਵਾਂ। ਧਰਮ ਬਦਲੇ ਜਾ ਸਕਦੇ ਆ, ਕਿਉਂਕਿ ਇਹ ਸਾਡੇ ਬਾਹਰ ਨਾਲ ਜੁੜੇ ਹੋਏ ਆ, ਸਾਡੀ ਸੋਚ ਨਾਲ ਜੁੜੇ ਹੋਏ ਹੈ। ਪਰ ਇਨਸਾਨੀਅਤ ਜਿਹੜੀ ਹੈ ਨਾ, ਉਹ ਕੁਦਰਤ ਨੇ ਸਾਨੂੰ ਬਣਾ ਕੇ ਭੇਜਿਆ ਇਨਸਾਨ, ਉਹਨੂੰ ਅਸੀਂ ਚਾਹ ਕੇ ਵੀ ਬਦਲ ਨਹੀਂ ਸਕਦੇ। ਇਸੇ ਤਰ੍ਹਾਂ ਤੁਸੀਂ ਕਹਾਣੀ ਸੁਣੀ ਹੈ ਨਾ ਭਾਈ ਕਨ੍ਹਈਆ ਜੀ ਦੀ, ਕਿ ਜਦੋਂ ਭਾਈ ਕਨ੍ਹਈਆ ਜੀ ਜੰਗ ਵਿੱਚ ਸਾਰਿਆਂ ਨੂੰ ਪਾਣੀ ਪਿਲਾ ਰਹੇ ਹੈ, ਮੁਗਲਾਂ ਨੂੰ ਵੀ ਪਿਲਾ ਰਹੇ ਹੈ ਤਾਂ ਆਪਣੇ ਪਿਆਰਿਆਂ ਨੂੰ ਵੀ, ਯਾਨੀ ਆਪਣੇ ਵੀ ਸੇਵਕਾਂ ਨੂੰ ਪਿਲਾ ਰਹੇ ਹੈ, ਤਾਂ ਸ਼ਿਕਾਇਤ ਪਹੁੰਚ ਗਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਕਿ ਮਹਾਰਾਜ ਇਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਹੈ। ਤੇ ਕਨ੍ਹਈਆ ਜੀ ਨੂੰ ਬੁਲਾਇਆ, ਕਨ੍ਹਈਆ ਪਤਾ ਲੱਗਾ ਸ਼ਿਕਾਇਤ ਆਈ ਹੈ ਤੇਰੇ ਬਾਰੇ ਕਿ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਹਾਂ ਤਾਂ ਆਪਣਿਆਂ ਨੂੰ ਵੀ ਪਾਣੀ ਪਿਲਾ ਰਿਹਾ ਹਾਂ, ਇਹ ਕਿਉਂ? ਹੁਣ ਗੁਰੂਆਂ ਨੂੰ ਤਾਂ ਸਭ ਕੁਝ ਪਤਾ ਹੀ ਸੀ, ਬਸ ਉਹਨਾਂ ਸ਼ਿਕਾਇਤ ਕਰਨ ਵਾਲਿਆਂ ਦਾ ਭਰਮ ਦੂਰ ਕਰਨਾ ਸੀ। ਉਸ ਲਈ ਭਾਈ ਕਨ੍ਹਈਆ ਜੀ ਨੇ ਕਿਹਾ ਸਤਿਗੁਰੂ ਕੀ ਕਰਾਂ, ਹੁਣ ਤੁਸੀਂ ਮੇਰੇ ਅੰਦਰ ਇਸ਼ਕ ਹੀ ਇੰਨਾ ਪੈਦਾ ਕਰ ਦਿੱਤਾ ਹੈ, ਤੁਸੀਂ ਮੇਰੇ ਅੰਦਰ ਪ੍ਰੇਮ ਦੀ ਉਹ ਅੱਖ ਖੋਲ ਦਿੱਤੀ ਹੈ ਜਿੱਥੇ ਮੈਨੂੰ ਕੋਈ ਵੈਰੀ ਨਜ਼ਰ ਆਉਂਦਾ ਹੀ ਨਹੀਂ ਹੈ, ਮੈਨੂੰ ਸਮਝ ਹੀ ਨਹੀਂ ਆਉਂਦੀ ਕੌਣ ਆਪਣਾ ਤਾਂ ਕੌਣ ਬੇਗਾਨਾ, ਮੈਨੂੰ ਤਾਂ ਸਾਰੇ ਤੁਹਾਡਾ ਹੀ ਰੂਪ ਨਜ਼ਰ ਆਉਂਦੇ ਕਿ ਸਭ ਦੇ ਵਿੱਚ ਤੁਸੀਂ ਹੋ। ਹੁਣ ਸਭ ਦੇ ਵਿੱਚ ਤੁਸੀਂ। ਇੱਥੇ ਇੱਕ ਹਜ਼ਰਤ ਅਲੀ ਦੇ ਜੀਵਨ ਦਾ ਬੜਾ ਪਿਆਰਾ ਕਿੱਸਾ ਯਾਦ ਆ ਗਿਆ ਸਾਨੂੰ, ਹਜ਼ਰਤ ਅਲੀ ਦੇ ਜੀਵਨ ਦਾ, ਕਿ ਜਦੋਂ ਮੁਹੰਮਦ ਸਾਹਿਬ ਦੁਨੀਆ ਤੋਂ ਵਫਾਤ ਕਰ ਗਏ, ਯਾਨੀ ਮੁਹੰਮਦ ਸਾਹਿਬ ਦੀ ਹਜ਼ੂਰ ਦੀ ਰੂਹ ਪਰਮਾਤਮਾ ਦੇ ਵਿੱਚ ਲੀਨ ਹੋ ਗਈ, ਕੁਝ ਦਿਨ ਗੁਜ਼ਰੇ ਸੀ ਤਾਂ ਸਾਰੇ ਉਹਨਾਂ ਦੇ ਪਿਆਰੇ ਆਪਣੇ ਮੁਰਸ਼ਦ ਨੂੰ, ਆਪਣੇ ਹਜ਼ੂਰ ਨੂੰ ਬੜਾ ਪ੍ਰੇਮ ਕਰਦੇ ਸੀ। ਹੁਣ ਜਦੋਂ ਕੁਝ ਸਮਾਂ ਗੁਜ਼ਰਿਆ ਤਾਂ ਇੱਕ ਦਿਨ ਹਜ਼ਰਤ ਅਲੀ ਆਪਣੇ ਘਰ ਬੈਠੇ ਹੈ, ਹਸਨ ਹੁਸੈਨ ਵੀ ਹੈ, ਫਾਤਿਮਾ ਉਹਨਾਂ ਦੀ ਪਤਨੀ ਹੈ ਉਹ ਵੀ ਕੋਲ ਹੈ। ਹੁਣ ਇੱਕ ਆਦਮੀ ਆਇਆ ਜੋ ਕਿ ਹਜ਼ੂਰ ਨਾਲ ਬੜਾ ਪਿਆਰ ਕਰਦਾ ਸੀ, ਉਹਨੇ ਸੋਚਿਆ ਕਿ ਚਲੋ ਹਜ਼ਰਤ ਅਲੀ ਕੋ ਬਹਿੰਦੇ, ਹਜ਼ੂਰ ਦੀ ਕੋਈ ਗੱਲ ਕਰਦੇ ਆ, ਕਿਉਂਕਿ ਜਦੋਂ ਆਪਣੇ ਪਿਆਰੇ ਦੀ ਯਾਦ ਆਵੇ ਤਾਂ ਪਿਆਰੇ ਕੋ ਬਹਿ ਕੇ ਹੀ ਉਹ ਗੱਲ ਕਰਕੇ ਬੰਦਾ ਆਪਣੇ ਦਿਲ ਨੂੰ ਤਸੱਲੀ ਦਿੰਦਾ ਹੈ। ਹਜ਼ਰਤ ਅਲੀ ਕੋਲ ਆਏ ਉਹ ਪਿਆਰਾ, ਤਾਂ ਕਿ ਹਜ਼ਰਤ ਅਲੀ ਨੂੰ ਕਹਿਣ ਲੱਗਾ ਕਿ ਹਜ਼ਰਤ ਅਲੀ ਤੁਸੀਂ ਹਜ਼ੂਰ ਨੂੰ ਕਿੰਨਾ ਕੁ ਯਾਦ ਕਰਦੇ ਹੋ, ਹਜ਼ੂਰ ਯਾਨੀ ਹਜ਼ੂਰ ਮੁਹੰਮਦ ਸਾਹਿਬ ਨੂੰ ਕਿੰਨਾ ਕੁ ਯਾਦ ਕਰਦੇ ਹੋ? ਉਹਨਾਂ ਦੀ ਯਾਦ ਮੈਨੂੰ ਤਾਂ ਬਹੁਤ ਆਉਂਦੀ ਹੈ, ਪਲ ਪਲ ਤੜਫਾਉਂਦੀ ਹੈ ਕਿ ਮੇਰਾ ਮਹਿਬੂਬ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਹੈ, ਮੈਨੂੰ ਪਲ ਪਲ ਉਹਨਾਂ ਦੀ ਯਾਦ ਤੜਫਾਉਂਦੀ ਹੈ, ਤੁਸੀਂ ਕਿੰਨਾ ਕੁ ਯਾਦ ਕਰਦੇ ਹੋ? ਤਾਂ ਹਜ਼ਰਤ ਅਲੀ ਨੇ ਕਿਹਾ ਯਾਦ ਉਹਨੂੰ ਕੀਤਾ ਜਾਂਦਾ ਜੋ ਅੱਖਾਂ ਤੋਂ ਦੂਰ ਹੋਵੇ। ਮੈਂ ਤਾਂ ਆਪਣੇ ਆਪ ਨੂੰ ਦੇਖਦਾ, ਮੈਨੂੰ ਆਪਣੇ ਅੰਦਰ ਵੀ ਮੁਹੰਮਦ ਹੀ ਨਜ਼ਰ ਆਉਂਦੇ ਹੈ, ਹਸਨ ਨੂੰ ਦੇਖਦਾ ਉਹਨਾਂ ਦੇ ਅੰਦਰ ਵੀ ਮੁਹੰਮਦ ਨਜ਼ਰ ਆਉਂਦੇ ਹੈ, ਹੁਸੈਨ ਨੂੰ ਦੇਖਦਾ ਉਹਦੇ ਅੰਦਰ ਵੀ ਮੁਹੰਮਦ ਨਜ਼ਰ ਆਉਂਦੇ ਹੈ, ਆਪਣੀ ਪਤਨੀ ਫਾਤਿਮਾ ਨੂੰ ਦੇਖਦਾ ਤਾਂ ਉਹਦੇ ਚਿਹਰੇ 'ਚੋਂ ਵੀ, ਕਿਉਂਕਿ ਹਜ਼ੂਰ ਦੀ ਬੇਟੀ ਹੈ, ਉਹਦੇ ਚਿਹਰੇ ਤੋਂ ਵੀ ਹਜ਼ੂਰ ਮੁਹੰਮਦ ਹੀ ਨਜ਼ਰ ਆਉਂਦੇ। ਜਦੋਂ ਉਹਨਾਂ ਸੁਣਿਆ ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਕਿ ਤੁਹਾਡੇ ਅੰਦਰ ਵੀ ਮੁਹੰਮਦ, ਜਾਨੀ ਹਜ਼ੂਰ ਮੁਹੰਮਦ
ਹਸਨ ਹੁਸੈਨ ਔਰ ਫਾਤਿਮਾ ਦੇ ਅੰਦਰ ਵੀ ਹਜ਼ੂਰ ਮੁਹੰਮਦ, ਇਹ ਕਿੱਦਾਂ ਹੋ ਸਕਦਾ ਹੈ? ਤਾਂ ਹਜ਼ਰਤ ਅਲੀ ਨੇ ਕਿਹਾ, ਰੁਕ ਤੈਨੂੰ ਦੱਸਦਾ ਹਾਂ। ਹਜ਼ਰਤ ਅਲੀ ਅੰਦਰ ਗਏ, ਕੁਰਾਨ ਸ਼ਰੀਫ ਲਿਆਂਦਾ। ਕੁਰਾਨ ਸ਼ਰੀਫ ਤੁਹਾਨੂੰ ਪਤਾ ਹੀ ਹੈ, ਪਵਿੱਤਰ ਕਿਤਾਬ ਹੈ। ਜਦੋਂ ਕੁਰਾਨ ਸ਼ਰੀਫ ਨੂੰ ਲੈ ਕੇ ਆਏ ਹਜ਼ਰਤ ਅਲੀ, ਉਹਦੇ ਹੱਥ 'ਚ ਦਿੱਤਾ। ਕਹਿੰਦੇ ਇਹ ਕੀ ਹੈ? ਕਹਿੰਦਾ ਜੀ ਇਹ ਕੁਰਾਨ ਪਾਕ ਹੈ, ਕੁਰਾਨ ਸ਼ਰੀਫ ਹੈ। ਹਜ਼ਰਤ ਅਲੀ ਕਹਿੰਦੇ ਇਹਨੂੰ ਖੋਲ। ਜਦੋਂ ਖੋਲਿਆ, ਉਹ ਕਹਿੰਦੇ ਕਿਹੜੀ ਸੂਰਾ ਹੈ? ਉਹਨੇ ਦੇਖਿਆ, ਕਹਿੰਦਾ ਜੀ ਸੂਰਾ ਫਾਤਿਹਾ ਹੈ। ਕੁਰਾਨ ਦੇ ਵਿੱਚ ਇੱਕ ਸੂਰਾ ਫਾਤਿਹਾ ਵੀ ਹੈ। ਉਹਨਾਂ ਨਾਮ ਲਿਆ ਜੀ। ਜਦੋਂ ਖੋਲਿਆ ਤਾਂ ਸੂਰਾ ਫਾਤਿਹਾ ਵਾਲਾ ਪੰਨਾ ਨਿਕਲਿਆ। ਉਹ ਕਹਿੰਦੇ ਜੀ ਸੂਰਾ ਫਾਤਿਹਾ ਹੈ। ਹਜ਼ਰਤ ਅਲੀ ਨੇ ਕਿਹਾ ਬੰਦ ਕਰ। ਉਹਨਾਂ ਬੰਦ ਕੀਤੀ ਕੁਰਾਨ। ਕਹਿੰਦੇ ਦੁਬਾਰਾ ਖੋਲ। ਜਦੋਂ ਦੁਬਾਰਾ ਖੋਲਿਆ, ਕਹਿੰਦੇ ਹੁਣ ਕਿਹੜੀ ਸੂਰਾ ਹੈ? ਕਹਿੰਦੇ ਸੂਰਾ ਯੂਸਫ, ਜੋ ਸੂਰਾ ਯੂਸਫ ਹੈ। ਕਹਿੰਦੇ ਫਿਰ ਕੁਰਾਨ ਬੰਦ ਕਰ, ਫਿਰ ਖੋਲ। ਜਦੋਂ ਫਿਰ ਖੋਲਿਆ, ਕਹਿੰਦੇ ਹੁਣ ਕਿਹੜੀ ਸੂਰਾ ਹੈ? ਜਦੋਂ ਹੁਣ ਖੋਲਿਆ, ਕਹਿੰਦੇ ਸੂਰਾ ਯਾਸੀਨ। ਕਿਉਂਕਿ ਜਦੋਂ ਖੋਲਦਾ ਸੀ ਤਾਂ ਹੁਣ ਇਹ ਥੋੜੀ ਪਤਾ ਹੋਣਾ ਕਿੱਥੋਂ ਖੁੱਲਣੀ ਹੈ। ਇਹ ਕਿਤਾਬ ਤੁਸੀਂ ਲੈ ਲਓ ਵੀ ਕਿਹੜੇ ਪੰਨੇ ਤੋਂ ਖੁੱਲਣੀ ਹੈ। ਬੰਦਾ ਕਹਿੰਦਾ ਪਹਿਲਾਂ ਪੰਨਾ ਨੰਬਰ 50 ਸੀ, ਹੁਣ ਦੁਬਾਰਾ ਬੰਦ ਕਰਕੇ ਖੋਲੀ, ਹੁਣ ਪੰਨਾ ਨੰਬਰ 53 ਹੈ, ਜਾਂ ਹੁਣ ਖੋਲੀ, ਹੁਣ ਪੰਨਾ ਨੰਬਰ 115 ਹੈ। ਇੱਦਾਂ ਹੀ ਜਦੋਂ ਖੋਲਦਾ ਸੀ ਤਾਂ ਪੰਨੇ ਬਦਲ ਜਾਂਦੇ ਸੀ। ਉਹ ਕਹਿੰਦਾ ਜੀ ਹੁਣ ਸੂਰਾ ਯਾਸੀਨ। ਕਹਿੰਦੇ ਬੰਦ ਕਰ, ਹੁਣ ਖੋਲ। ਹੁਣ ਖੋਲੀ, ਕਹਿੰਦੇ ਹੁਣ ਦੱਸ ਕੀ ਹੈ? ਜਦੋਂ ਹੁਣ ਖੋਲਿਆ, ਕਹਿੰਦੇ ਸੂਰਾ ਇਖਲਾਸ। ਕਹਿੰਦੇ ਹੁਣ ਬੰਦ ਕਰ ਦੇ, ਹੁਣ ਦੱਸ ਇਹ ਕੀ ਹੈ? ਕਹਿੰਦਾ ਜੀ ਹੁਣ ਕੁਰਾਨ ਸ਼ਰੀਫ ਹੈ। ਹਜ਼ਰਤ ਅਲੀ ਕਹਿੰਦੇ ਇੱਕ ਗੱਲ ਦੱਸ, ਇੱਕ ਗੱਲ ਦੱਸ, ਹੁਣ ਤੂੰ ਕਹਿ ਰਿਹਾ ਕੁਰਾਨ ਸ਼ਰੀਫ, ਜਦੋਂ ਖੋਲਦਾ ਆ ਤਾਂ ਤੂੰ ਕਹਿੰਦਾ ਸੀ ਕਦੀ ਸੂਰਾ ਯਾਸੀਨ ਹੈ, ਕਦੀ ਸੂਰਾ ਫਾਤਿਹਾ ਹੈ, ਕਦੀ ਸੂਰਾ ਯੂਸਫ ਹੈ, ਕਦੀ ਸੂਰਾ ਇਖਲਾਸ ਹੈ, ਪਰ ਹੁਣ ਬੰਦ ਕੀਤਾ ਤਾਂ ਤੂੰ ਕਹਿੰਦਾ ਹੈ ਇਹ ਕੁਰਾਨ ਹੈ। ਤਾਂ ਉਸ ਵੇਲੇ ਉਹਨਾਂ ਕਿਹਾ, ਹਜ਼ੂਰ ਦਰਅਸਲ ਜਦੋਂ ਕੁਰਾਨ ਖੋਲਦੇ ਆ ਤਾਂ ਕੁਰਾਨ ਦੇ ਵਿੱਚ ਕੱਲੀਆਂ ਕੱਲੀਆਂ ਸੂਰਾ ਨਜ਼ਰ ਆਉਂਦੀਆਂ ਹੈ, ਪਰ ਜਦੋਂ ਬੰਦ ਕਰਦੇ ਆ ਤਾਂ ਸਾਰੀਆਂ ਸੂਰਾ ਇੱਕ ਕੁਰਾਨ ਵਿੱਚ ਸੀਮਿਤ ਹੋ ਜਾਂਦੀਆਂ ਹੈ। ਤਾਂ ਹਜ਼ਰਤ ਅਲੀ ਕਹਿੰਦੇ ਬਸ ਇਸੇ ਤਰ੍ਹਾਂ ਜਦੋਂ ਅੱਖਾਂ ਖੋਲਦੇ ਆ ਤਾਂ ਅਲੀ, ਫਾਤਿਮਾ, ਹਸਨ ਹੁਸੈਨ ਨਜ਼ਰ ਆਉਂਦੇ ਹੈ, ਪਰ ਜਦੋਂ ਅੱਖਾਂ ਬੰਦ ਕਰਦੇ ਆ ਤਾਂ ਮੁਹੰਮਦ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨਜ਼ਰ ਆਉਂਦੇ ਹੈ। ਕਿਉਂਕਿ ਤਾਂ ਆਪਣੀ ਗੱਲ ਹੈ, ਅੱਖਾਂ ਖੋਲ ਕੇ ਦੇਖਾਂਗੇ ਤਾਂ ਅਲੱਗ ਅਲੱਗ ਨਜ਼ਰ ਆਵਾਂਗੇ, ਪਰ ਅੱਖਾਂ ਬੰਦ ਕਰਕੇ ਦੇਖਾਂਗੇ ਤਾਂ ਸਭ ਦੇ ਅੰਦਰ ਉਹਦਾ ਹੀ ਨੂਰ ਨਜ਼ਰ ਆਏਗਾ। ਹੁਣ ਜਿਹੜੇ ਅੱਖਾਂ ਖੋਲ ਕੇ ਦੇਖਦੇ ਆ ਉਹਨਾਂ ਨੂੰ ਧਰਮ ਨਜ਼ਰ ਆਉਂਦੇ ਹੈ, ਉਹਨਾਂ ਨੂੰ ਪਹਿਰਾਵੇ ਨਜ਼ਰ ਆਉਂਦੇ ਹੈ। ਕਿਸੇ ਨੇ ਪਗੜੀ ਬੰਨੀ ਹੋਈ ਹੈ, ਕਿਸੇ ਨੇ ਟੋਪੀ ਰੱਖੀ ਹੋਈ ਹੈ, ਕਿਸੇ ਨੇ ਗਲ 'ਚ ਕ੍ਰੋਸ ਪਾਇਆ ਹੋਇਆ ਹੈ, ਕਿਸੇ ਨੇ ਮੱਥੇ ਤਿਲਕ ਲਾਇਆ ਹੋਇਆ ਹੈ। ਉਹਨਾਂ ਨੂੰ ਬਾਹਰੋਂ ਦੁਨੀਆ ਨਜ਼ਰ ਆਉਂਦੀ ਹੈ, ਪਹਿਰਾਵੇ ਨਜ਼ਰ ਆਉਂਦੇ ਹੈ, ਪਰ ਫਕੀਰ ਤਾਂ ਅੱਖਾਂ ਬੰਦ ਕਰਕੇ ਦੇਖਦੇ। ਜਦੋਂ ਅੱਖਾਂ ਬੰਦ ਕਰਕੇ ਦੇਖੀਦਾ ਹੈ ਤਾਂ ਸਭ ਦੇ ਅੰਦਰ ਇੱਕੋ ਹੀ ਖੁਦਾ ਦਾ ਨੂਰ ਨਜ਼ਰ ਆਉਂਦਾ ਹੈ। ਹੁਣ ਕਿਹੜੀ ਗੱਲ ਤੇ ਯਕੀਨ ਕਰੀਏ? ਉਹ ਗੱਲ ਤੇ ਜੋ ਬਾਹਰੋਂ ਬਦਲ ਸਕਦੀ ਹੈ, ਜਾਂ ਉਸ ਗੱਲ ਤੇ ਜੋ ਚਾਹ ਕੇ ਵੀ ਬੰਦਾ ਬਦਲ ਨਹੀਂ ਸਕਦਾ? ਇਸ ਲਈ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਹੋਸੀ ਵੀ ਸੱਚ। ਕੁਝ ਸੱਚਾਈਆਂ ਐਸੀਆਂ ਹੈ ਜਿਹਨੂੰ ਬੰਦਾ ਬਦਲ ਹੀ ਨਹੀਂ ਸਕਦਾ, ਔਰ ਉਹ ਸੱਚਾਈ ਇਹ ਹੈ ਕਿ ਤੁਸੀਂ ਸਾਰੇ ਪਰਮਾਤਮਾ ਦੇ ਅੰਸ਼ ਹੋ, ਦੇ ਨੂਰ ਤੋਂ ਬਣੇ ਹੋ, ਔਰ ਉਹ ਚਾਹ ਕੇ ਵੀ ਤੁਸੀਂ ਇਹ ਚੀਜ਼ ਨੂੰ ਨਹੀਂ ਬਦਲ ਸਕਦੇ। ਬਾਹਰੋਂ ਤੁਸੀਂ ਪਹਿਰਾਵਾ ਬਦਲ ਸਕਦੇ ਹੋ, ਨਾਮ ਬਦਲ ਸਕਦੇ ਹੋ, ਸ਼ਰਮਾ ਤੋਂ ਖਾਨ ਹੋ ਸਕਦੇ ਹੋ, ਖਾਨ ਤੋਂ ਸ਼ਰਮਾ ਹੋ ਸਕਦੇ ਹੋ, ਪਰ ਚਾਹ ਕੇ ਵੀ ਤੁਸੀਂ ਆਪਣੇ ਆਪ ਨੂੰ ਇੱਥੋਂ ਨਹੀਂ ਬਦਲ ਸਕਦੇ ਕਿ ਮੈਂ ਆਪਣੀ ਆਤਮਾ ਨੂੰ ਬਦਲ ਦੇਵਾਂ, ਆਪਣੇ ਅੰਦਰਲੇ ਰਗਾਂ ਦੇ ਖੂਨ ਨੂੰ ਬਦਲ ਦੇਵਾਂ, ਆਪਣੇ ਅੰਦਰਲੇ ਦਿਲ ਨੂੰ ਬਦਲ ਦੇਵਾਂ, ਆਪਣੇ ਅੰਦਰ ਇਹਨਾਂ ਸਵਾਸਾਂ ਨੂੰ ਬਦਲ ਦੇਵਾਂ। ਨਹੀਂ, ਇਹ ਤਾਂ ਜਾਂ ਚੱਲਣਗੇ ਤਾਂ ਜਾਂ ਖਤਮ ਹੋਣਗੇ, ਬਦਲਿਆ ਨਹੀਂ ਜਾ ਸਕਦਾ। ਇਸ ਲਈ ਆਪਣੀ ਸੱਚਾਈ ਨੂੰ ਪਹਿਚਾਣੋ। ਔਰ ਅਸੀਂ ਵੀ ਤੁਹਾਨੂੰ ਇਹੀ ਕਹਾਂਗੇ ਕਿ ਦੁਨੀਆ ਨੂੰ ਦੇਖਣਾ ਹੈ ਤਾਂ ਅੱਖਾਂ ਖੋਲ ਕੇ ਘੱਟ ਜਰਾ ਗੌਰ ਕਰਨਾ। ਇੱਥੇ ਦੁਬਾਰਾ ਕਹਿਣਾ ਚਾਹਾਂਗੇ ਕਿ ਜੇ ਦੁਨੀਆ ਨੂੰ ਦੇਖਣਾ ਹੈ ਤਾਂ ਅੱਖਾਂ ਖੋਲ ਕੇ ਦੇਖੋ, ਪਰ ਜੇ ਦੁਨੀਆ ਨੂੰ ਸਮਝਣਾ ਹੈ ਇਹ ਕੀ ਹੈ ਤਾਂ ਅੱਖਾਂ ਬੰਦ ਕਰਕੇ ਸਮਝੋ। ਕਿਉਂਕਿ ਸਮਝਣ ਵਾਸਤੇ ਅੱਖਾਂ ਬੰਦ ਕਰਨੀਆਂ ਪੈਣੀਆਂ ਹੈ। ਤਾਂ ਹੀ ਤਾਂ ਕਹਿੰਦੇ ਨੇ ਹਰ ਕੋ ਦੇਖਣ ਕਾ ਭਲਾ, ਕਿਆ ਲੱਗਤਾ ਹੈ ਮੋਲ, ਬਾਹਰ ਕੇ ਪਟ ਬੰਦ ਕਰ ਅੰਤਰ ਕੇ ਪਟ। ਹੁਣ ਦੁਨੀਆ ਨੂੰ ਦੇਖਣਾ ਤਾਂ ਅੱਖਾਂ ਖੋਲ, ਪਰ ਜੇ ਦੁਨੀਆ ਨੂੰ ਬਣਾਉਣ ਵਾਲੇ ਹਰੀ ਨੂੰ ਦੇਖਣਾ ਹੈ, ਉਹ ਰੱਬ ਨੂੰ ਦੇਖਣਾ ਹੈ, ਉਹ ਪ੍ਰਭੂ ਨੂੰ ਦੇਖਣਾ ਹੈ, ਉਹ ਵਾਹਿਗੁਰੂ ਨੂੰ ਦੇਖਣਾ ਜਿਸ ਨੇ ਤੈਨੂੰ ਬਣਾਇਆ ਹੈ, ਤਾਂ ਉਹਨੂੰ ਦੇਖਣ ਵਾਸਤੇ ਅੱਖਾਂ ਬੰਦ ਕਰਨੀਆਂ ਪੈਣੀਆਂ ਹੈ। ਕਿਉਂਕਿ ਇਹ ਪ੍ਰਮਾਤਮਾ ਦੇ ਨੂਰ ਨੂੰ ਦੇਖਣ ਵਾਸਤੇ ਅੰਦਰਲੀ ਅੱਖ ਚਾਹੀਦੀ ਹੈ, ਨੂਰੀ ਅੱਖ। ਜਿੱਦਾਂ ਹੀ ਦੱਸੀਦਾ ਨਾ ਕਿ ਜਦੋਂ ਸ਼੍ਰੀ ਕ੍ਰਿਸ਼ਨ ਨੂੰ ਅਰਜੁਨ ਨੇ ਕਿਹਾ ਸੀ ਮੈਨੂੰ ਆਪਣਾ ਵਿਰਾਟ ਰੂਪ ਦਿਖਾਓ, ਤਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਅਰਜੁਨ ਤੂੰ ਆਪਣੀਆਂ ਚਰਮ ਦ੍ਰਿਸ਼ਟੀ ਨਾਲ, ਚਰਮ ਦ੍ਰਿਸ਼ਟੀ ਕਹਿੰਦੇ ਆ ਇਹ ਚਮਦੀਆਂ ਅੱਖਾਂ ਨਾਲ ਮੈਨੂੰ ਮੇਰੇ ਵਿਸ਼ਵ ਰੂਪ ਨੂੰ ਨਹੀਂ ਦੇਖ ਸਕਦਾ। ਜੇ ਮੇਰਾ ਵਿਸ਼ਵ ਰੂਪ ਦੇਖਣਾ ਹੈ, ਮੇਰਾ ਅਸਲੀ ਰੂਪ ਦੇਖਣਾ ਹੈ, ਤਾਂ ਤੈਨੂੰ ਗਿਆਨ ਚਕਸ਼ੂ ਚਾਹੀਦੇ, ਦਿਵਿਆ ਦ੍ਰਿਸ਼ਟੀ ਚਾਹੀਦੀ ਹੈ। ਕਿਉਂਕਿ ਦਿਵਿਆ ਰੂਪ ਨੂੰ ਦੇਖਣ ਵਾਸਤੇ ਦਿਵਯ ਦ੍ਰਿਸ਼ਟੀ ਚਾਹੀਦੀ ਹੈ। ਤਾਂ ਫਿਰ ਅਰਜੁਨ ਨੇ ਦਿਵਯ ਦ੍ਰਿਸ਼ਟੀ ਮੰਗੀ ਸੀ, ਤਾਂ ਜਦੋਂ ਕ੍ਰਿਸ਼ਨ ਨੇ ਦਿੱਤੀ ਦਿਵਯ ਦ੍ਰਿਸ਼ਟੀ ਤਾਂ ਫਿਰ ਅਰਜੁਨ ਨੇ ਉਹ ਵਿਰਾਟ ਰੂਪ, ਉਹ ਵਿਸ਼ਾਲ ਰੂਪ, ਵਿਸ਼ਵ ਰੂਪ ਦੇਖਿਆ। ਇਸੇ ਤਰ੍ਹਾਂ
ਜਿਨ੍ਹਾਂ ਦੇ ਕੋਲ ਅੰਦਰਲੀ ਅੱਖ ਹੁੰਦੀ ਹੈ, ਦਿਵਿਆ ਚਕਸ਼ੂ, ਦਿਵਿਆ ਦ੍ਰਿਸ਼ਟੀ, ਉਹ ਇਨਸਾਨ ਨੂੰ ਬਾਹਰੀ ਤੌਰ ਤੇ ਨਹੀਂ ਦੇਖਦੇ ਕਿ ਬੰਦੇ ਦਾ ਪਹਿਰਾਵਾ ਕੀ ਹੈ, ਰੂਪ ਕੀ ਹੈ। ਉਹ ਤਾਂ ਇਨਸਾਨ ਦੇ ਅੰਦਰਲੇ ਨੂਰ ਨੂੰ ਦੇਖਦੇ ਹੈ, ਇਨਸਾਨ ਦੇ ਅੰਦਰਲੇ ਪ੍ਰਕਾਸ਼ ਨੂੰ ਦੇਖਦੇ ਹੈ। ਇਸ ਲਈ ਤੁਸੀਂ ਵੀ ਜੇ ਪ੍ਰਭੂ ਨੂੰ ਦੇਖਣਾ ਹੈ ਤਾਂ ਜਿੱਦਾਂ ਹਜ਼ਰਤ ਅਲੀ ਨੇ ਕਿਹਾ ਨਾ ਕਿ ਜਿੱਦਾਂ ਕੁਰਾਨ ਖੁੱਲੀ ਹੈ ਤਾਂ ਅਲੱਗ-ਅਲੱਗ ਸੂਰਾਂ ਨਜ਼ਰ ਆਉਂਦੀਆਂ ਹੈ, ਇੱਥੇ ਕਹਾਂਗੇ ਅੱਖਾਂ ਖੁੱਲੀਆਂ ਤਾਂ ਅਲੱਗ-ਅਲੱਗ ਸੂਰਤਾਂ ਨਜ਼ਰ ਆਉਂਦੀਆਂ ਹੈ। ਪਰ ਜਦੋਂ ਕੁਰਾਨ ਬੰਦ ਹੋ ਗਈ ਤਾਂ ਫਿਰ ਇੱਕ ਕੁਰਾਨ ਹੀ ਨਜ਼ਰ ਆਉਂਦੀ ਕਿ ਇੱਕ ਕੁਰਾਨ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਦੋਂ ਖੋਲਦੇ ਹੋ ਤਾਂ ਕਹਿਣਾ ਹਾਂ ਆਹ ਸੂਰਾ ਚੱਲ ਰਹੀ ਹੈ, ਪਰ ਜਦੋਂ ਬੰਦ ਹੋ ਗਿਆ ਤੁਸੀਂ ਕਹਿੰਦੇ ਕੁਰਾਨ ਪਈ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਉਹ ਪ੍ਰਮਾਤਮਾ ਹੈ। ਅੱਖਾਂ ਖੋਲਾਂਗੇ ਸਾਨੂੰ ਪੇੜ ਪੌਦੇ ਪਸ਼ੂ ਪੰਛੀ ਨਜ਼ਰ ਆਉਂਦੇ ਹੈ, ਪਰ ਜਦੋਂ ਅੱਖਾਂ ਬੰਦ ਕਰ ਲਵਾਂਗੇ, ਅੰਦਰਲੀ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਸਾਨੂੰ ਸਾਰੇ ਪਾਸੇ ਉਹ ਖੁਦਾ ਪ੍ਰਮਾਤਮਾ ਪ੍ਰਭੂ ਹੀ ਨਜ਼ਰ ਆਏਗਾ ਕਿ ਉਸ ਤੋਂ ਸਿਵਾ ਹੈ ਹੀ ਕੁਛ ਨਹੀਂ। ਇਹ ਤਾਂ ਸਾਰੇ ਰੂਪ ਹੀ ਉਹਦੇ ਹੈ। ਹੁਣ ਤੁਸੀਂ ਕਿਹੜੀ ਦ੍ਰਿਸ਼ਟੀ ਨਾਲ ਦੇਖਣਾ ਹੈ, ਇਹ ਤੁਸੀਂ ਫੈਸਲਾ ਕਰਨਾ ਹੈ। ਇਸ ਲਈ ਆਪਣੀ ਸੋਚ ਨੂੰ ਛੋਟੀ ਤੋਂ ਬੜੀ ਕਰੀਏ। ਇਹ ਮਜ਼ਹਬ ਦੇ ਵਿੱਚ ਹੀ ਨਾ ਉਲਝੇ ਰਹੀਏ, ਧਰਮਾਂ ਦੇ ਵਿੱਚ ਹੀ ਨਾ ਉਲਝੇ ਰਹੀਏ, ਕਿਉਂਕਿ ਜਿਹੜਾ ਧਰਮ ਮਜ਼ਹਬ ਜਾਤਾਂ ਦੇ ਵਿੱਚ ਉਲਝਾ ਰਹਿ ਗਿਆ ਉਹ ਕਦੀ ਪ੍ਰਮਾਤਮਾ ਦੇ ਭੇਦ ਨੂੰ ਸਮਝ ਨਹੀਂ ਸਕਦਾ। ਰਮਜ਼ਾਨ ਦਾ ਮਹੀਨਾ ਸੀ, ਸਾਈਂ ਬੁੱਲੇ ਸ਼ਾਹ ਬੈਠੇ ਸੀ ਔਰ ਦੋ ਸਾਈਂ ਬੁੱਲੇ ਸ਼ਾਹ ਦੇ ਸਾਥੀ ਵੀ ਬੈਠੇ ਸੀ। ਹੁਣ ਕੀ ਕਰ ਰਹੇ ਸੀ? ਉੱਥੇ ਬੈਠੇ ਮੂਲੀਆਂ ਜਾਂ ਗਾਜਰਾਂ ਖਾ ਰਹੇ ਸੀ। ਤਾਂ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖੇ ਹੁੰਦੇ, ਕੋਈ ਮੂਲੀ ਗਾਜਰ ਖਾਣ ਵਾਲੀ ਚੀਜ਼ ਨਹੀਂ ਬੰਦਾ ਖਾ ਸਕਦਾ। ਉੱਥੇ ਦੋ ਘੋੜੇ ਤੇ ਸਵਾਰ ਪਠਾਨ ਆ ਗਏ, ਉੱਚੇ ਲੰਬੇ ਤਗੜੇ ਪਠਾਨ। ਉਹਨਾਂ ਨੇ ਦੇਖਿਆ ਰਮਜ਼ਾਨ ਦਾ ਮਹੀਨਾ ਐਸੀ ਰੋਜ਼ੇ ਰੱਖੇ ਹੈ, ਇਹ ਬੈਠੇ ਗਾਜਰਾਂ ਮੂਲੀਆਂ ਖਾ ਰਹੇ। ਦੋਨਾਂ ਨੇ ਘੋੜਾ ਲਿਜਾ ਕੇ ਕੋਲ ਰੋਕਿਆ ਤਾਂ ਪੁੱਛਿਆ ਤੁਸੀਂ ਕੌਣ ਹੋ? ਕੌਣ ਦਾ ਮਤਲਬ ਹਿੰਦੂ ਹੋ, ਮੁਸਲਮਾਨ ਹੋ, ਕੌਣ ਹੋ ਤੁਸੀਂ, ਤੁਹਾਡੀ ਜਾਤ ਕੀ ਹੈ? ਤਾਂ ਦੋ ਜਣੇ ਬੋਲੇ ਜੀ ਮੁਸਲਮਾਨ। ਜਦੋਂ ਪੁੱਛਿਆ ਕੌਣ ਹੋ ਤੁਸੀਂ, ਕਹਿੰਦੇ ਜੀ ਮੁਸਲਮਾਨ। ਦੋਨੇ ਉਤਰੇ, ਦੋਨਾਂ ਨੇ ਇੱਕ ਇੱਕ ਨੂੰ ਫੜ ਲਿਆ, ਚੰਗੀਆਂ ਚਪੇੜਾਂ ਮਾਰੀਆਂ, ਚੰਗੀਆਂ ਚਪੇੜਾਂ ਮਾਰੀਆਂ। ਮੁਸਲਮਾਨ ਹੋ ਕੇ ਰਮਜ਼ਾਨ ਦੇ ਮਹੀਨੇ ਖਾਂਦੇ ਹੋ, ਸ਼ਰਮ ਨਹੀਂ ਆਉਂਦੀ? ਹਜ਼ੂਰ ਦਾ ਹੁਕਮ ਹੈ ਜੋ ਮੁਸਲਮਾਨ ਹੋਏਗਾ ਰਮਜ਼ਾਨ ਦਾ ਰੋਜ਼ਾ ਜ਼ਰੂਰ ਰੱਖੇਗਾ। ਤੁਸੀਂ ਰਮਜ਼ਾਨ 'ਚ ਰੋਜ਼ੇਦਾਰ ਹੋਣ ਦੀ ਬਜਾਏ ਖਾਣਾ ਖਾ ਰਹੇ ਹੋ। ਚੰਗਾ ਮਾਰਿਆ ਉਹਨਾਂ ਨੂੰ। ਫਿਰ ਬੁੱਲੇ ਨੂੰ ਪੁੱਛਿਆ ਤੂੰ ਨਹੀਂ ਬੋਲਿਆ, ਤੂੰ ਕੌਣ ਹੈ? ਬੁੱਲੇ ਸ਼ਾਹ ਆਰਾਮ ਨਾਲ ਖਾਂਦੇ ਰਹੇ, ਬੋਲੇ ਹੀ ਕੁਛ ਨਹੀਂ। ਫਿਰ ਪੁੱਛਿਆ ਦੱਸ ਕੌਣ ਹੈ ਤੂੰ? ਉਹ ਆਰਾਮ ਨਾਲ ਲੱਗੇ ਰਹੇ। ਦੂਜੇ ਨੇ ਕਿਹਾ ਛੱਡ ਯਾਰ, ਕੋਈ ਪਾਗਲ ਜਿਹਾ ਲੱਗਦਾ, ਚਲੀਏ। ਬੋਲਦਾ ਨਹੀਂ, ਇਹ ਗੂੰਗਾ ਹੋਣਾ ਜਾਂ ਪਾਗਲ। ਹੁਣ ਜਦੋਂ ਚਲੇ ਗਏ ਤਾਂ ਦੋ ਹੀ ਸਾਥੀ ਬੁੱਲੇ ਸ਼ਾਹ ਕੋ ਆਏ, ਕੱਪੜੇ ਫਟੇ ਹੋਏ, ਮੂੰਹ ਲਾਲ ਹੋਏ ਆਏ ਦੋਨੇ ਹੀ। ਕਹਿੰਦੇ ਬੁੱਲਿਆ ਆਹ ਕਮਾਲ ਦੀ ਗੱਲ ਹੈ, ਸਾਡੇ ਛੱਤਰ ਪੈ ਗਏ, ਸਾਨੂੰ ਇੰਨੀ ਮਾਰ ਪਈ, ਤੈਨੂੰ ਮਾਰ ਪਈ ਨਹੀਂ, ਤੂੰ ਕਿੱਦਾਂ ਬਚ ਗਿਆ? ਮੂਲੀਆਂ ਗਾਜਰਾਂ ਤੂੰ ਵੀ ਖਾ ਰਿਹਾ ਸੀ, ਅਸੀਂ ਵੀ ਖਾ ਰਹੇ ਸੀ, ਤੇਰੇ ਮਗਰ ਲੱਗ ਕੇ ਅਸੀਂ ਵੀ ਖਾਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮਾਰ ਸਾਡੇ ਪਈ, ਤੇਰੇ ਕਿਉਂ ਨਹੀਂ ਪਈ? ਤਾਂ ਬੁੱਲੇ ਸ਼ਾਹ ਕਹਿੰਦੇ ਦਰਅਸਲ ਤੁਹਾਡੇ ਮਾਰ ਪਤਾ ਕਿਉਂ ਪਈ ਔਰ ਮੇਰੇ ਕਿਉਂ ਨਹੀਂ ਪਈ? ਤੁਸੀਂ ਕੁਝ ਬਣੇ ਤਾਂ ਜੁੱਤੀਆਂ ਖਾਧੀਆਂ, ਮੈਂ ਕੁਝ ਬਣਿਆ ਹੀ ਨਹੀਂ। ਕਹਿੰਦੇ ਤੁਸੀਂ ਬਣੇ, ਕੀ ਬਣੇ? ਪੁੱਛਿਆ ਕੌਣ ਹੋ ਤੁਸੀਂ? ਮੈਂ ਜੀ ਮੁਸਲਮਾਨ, ਮੈਂ ਜੀ ਹਿੰਦੂ, ਮੈਂ ਜੀ ਈਸਾਈ। ਜਿਹੜਾ ਕੁਝ ਬਣੇਗਾ ਉਹ ਠੋਕਰਾਂ ਖਾਏਗਾ। ਤਾਂ ਜਿਹੜਾ ਕਹੇਗਾ ਬੁੱਲਾ ਕੀ ਜਾਣਾ ਮੈਂ ਕੌਣ, ਕਿਉਂਕਿ ਬੁੱਲੇ ਸ਼ਾਹ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ। ਉਹਨਾਂ ਨੂੰ ਬਾਹਰੀ ਭੇਸ਼ ਨਾਲ, ਬਾਹਰੀ ਧਰਮ ਮਜ਼ਹਬ ਨਾਲ ਕੋਈ ਫਰਕ ਨਹੀਂ ਹੈ। ਉਹਨਾਂ ਨੂੰ ਅੰਦਰ ਨੂੰ ਜਾਣਨ ਨਾਲ ਫਰਕ ਹੈ ਕਿ ਮੇਰੇ ਅੰਦਰ ਕੌਣ ਬੋਲਦਾ ਹੈ। ਬੇਬੋਲਦੇ ਦੀ ਤੈਨੂੰ ਸਮਝ ਹੈ ਨਹੀਂ, ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਹੈ। ਕੌਣ ਹੈ ਮੇਰੇ ਵਿੱਚ ਬੋਲਣ ਵਾਲਾ? ਨਾ ਮੈਂ ਹਿੰਦੂ, ਨਾ ਮੈਂ ਮੁਸਲਿਮ, ਨਾ ਮੂਸਾ ਫਿਰੌਨ, ਬੁੱਲਾ ਕੀ ਜਾਣਾ ਮੈਂ। ਕਹਿੰਦੇ ਨਾ ਮੈਂ ਹਿੰਦੂ ਹਾਂ, ਨਾ ਮੈਂ ਮੁਸਲਮਾਨ ਹਾਂ, ਨਾ ਮੈਂ ਮੂਸਾ ਹਾਂ, ਨਾ ਮੈਂ ਫਿਰੌਨ ਹਾਂ। ਮੈਨੂੰ ਤਾਂ ਪਤਾ ਨਹੀਂ ਮੈਂ ਕੌਣ ਹਾਂ, ਉਹੀ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ, ਕੌਣ ਹਾਂ ਮੈਂ। ਔਰ ਇਹ ਪਤਾ ਕਦੋਂ ਲੱਗਾ ਕਿ ਮੈਂ ਕੌਣ ਹੈ? ਜਦੋਂ ਮੁਰਸ਼ਦ ਮਿਲਿਆ। ਫਿਰ ਬੁੱਲੇ ਨੂੰ ਪਤਾ ਲੱਗਾ ਕਿ ਅੰਦਰ ਬੋਲਦਾ ਕੌਣ ਹੈ। ਤਾਂ ਹੀ ਤਾਂ ਉਹਨਾਂ ਨੇ ਕਿਹਾ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ। ਕੋਈ ਰਾਮ ਰਾਮ ਕਰਦਾ ਬੁੜਾ ਹੋ ਕੇ ਮਰ ਗਿਆ, ਕੋਈ ਰੱਬ ਰੱਬ ਕਰਦਾ ਬੁੜਾ ਹੋ ਕੇ ਮਰ ਗਿਆ। ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ, ਰੱਬ ਦਾ ਖੋਜ ਸਿਰਾ ਨਾ ਮਿਲਿਆ ਜਾ ਪਹੁੰਚੇ ਸਭ ਗਾਰੇ। ਗਾਰ ਕਹਿ ਦਿੰਦੇ ਆ ਕਬਰ ਨੂੰ, ਕਿ ਰੱਬ ਮਿਲਿਆ ਨਹੀਂ ਔਰ ਮੌਤ ਆ ਗਈ, ਕਬਰ ਚਲੇ ਗਏ ਜਾਂ ਚਿਤਾ ਦੇ ਉੱਪਰ ਲੇਟ ਗਏ। ਹੁਣ ਜ਼ਰਾ ਗੌਰ ਕਰਨਾ ਕਿ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾ ਪੰਡਤ ਸਾਰੇ, ਰੱਬ ਦਾ ਖੋਜ ਸਿਰਾ ਨਾ ਮਿਲਿਆ ਜਾ ਪਹੁੰਚੇ ਸਭ ਗਾਰੇ। ਨਾਨੋ ਅਕਰਮ ਰੱਬ ਹੈ ਕਹਿੰਦਾ ਵਿੱਚ ਕੁਰਾਨ ਸਫਾਰੇ, ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਜੋ ਮੁਰਸ਼ਦ ਤੋਂ ਤਨ ਮਨ ਬਾਰੇ। ਬੁੱਲੇ ਸ਼ਾਹ ਕਹਿੰਦੇ ਜਿੰਨਾ ਮਰਜੀ ਰੋਲਾ ਪਾਲਾ, ਰੱਬ ਰੱਬ ਕਰੀ ਜਾ, ਰਾਮ ਰਾਮ ਕਰੀ ਜਾ, ਮੌਤ ਆ ਜਾਏਗੀ ਪਰ ਰੱਬ ਨਹੀਂ ਮਿਲੇਗਾ। ਰੱਬ ਤਾਂ ਉਹਨਾਂ ਨੂੰ ਮਿਲਦਾ ਜਿਹੜਾ ਮੁਰਸ਼ਦ ਤੋਂ ਆਪਣਾ ਤਨ ਮਨ ਵਾਰ ਦਿੰਦਾ ਹੈ ਕਿ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਬੋਲੋ ਸਮਝਦੇ ਹੋ ਕਿ ਨਹੀਂ?
ਤਾਂ ਹੀ ਤਾਂ ਸੁਲਤਾਨ ਵਾਹੂ ਨੇ ਵੀ ਕਿਹਾ ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੋਏ। ਤਾਂ ਮੁਰਸ਼ਦ ਜਦੋਂ ਉਹ ਸ਼ਬਦ ਦੀ ਬੂਟੀ ਲਾਂਦਾ ਹੈ ਨਾ, ਜਦੋਂ ਨਾਮ ਦੀ ਬੂਟੀ ਲਾਂਦਾ ਹੈ, ਤਾਂ ਫੇਰ ਹੀ ਇਨਸਾਨ ਦੇ ਅੰਦਰੋਂ ਪ੍ਰਭੂ ਵਾਲੀ, ਉਹ ਖੁਦਾ ਵਾਲੀ, ਉਹ ਰੱਬ ਵਾਲੀ ਮਹਿਕ ਆਂਦੀ ਹੈ। ਤਾਂ ਜੇ ਉਹ ਬੂਟੀ ਨਾ ਲੱਗੇ ਤਾਂ ਫਿਰ ਮਹਿਕ ਕਦੀ ਆ ਹੀ ਨਹੀਂ ਸਕਦੀ, ਕਿਉਂਕਿ ਰੱਬ ਦੇ ਇਸ਼ਕ ਦੀ ਮਹਿਕ। ਔਰ ਇਹ ਵੀ ਦੱਸ ਦਈਏ ਕਿ ਰੱਬ ਦੀ ਜਾਤ ਕੀ ਹੈ, ਥੋੜਾ ਇਹ ਵੀ ਸਮਝਾ ਦਈਏ, ਕਿਉਂਕਿ ਫਕੀਰਾਂ ਦੀ ਤਾਂ ਦੱਸ ਹੀ ਦਿੱਤੀ ਕਿ ਫਕੀਰ ਇਨਸਾਨੀਅਤ ਨਾਲ ਇਸ਼ਕ ਕਰਦੇ ਆ, ਪ੍ਰੇਮ ਕਰਦੇ ਆ। ਫਕੀਰਾਂ ਨੂੰ ਕੋਈ ਜਾਤ ਨਾਲ, ਧਰਮ ਨਾਲ, ਮਜ਼ਹਬ ਨਾਲ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਇਹ ਸੱਚਾਈ ਸਮਝੀ ਹੈ। ਕਿਹੜੀ ਸੱਚਾਈ? कि इश्क अल्लाह की जात है, इश्क अल्लाह का अंग। कि रब की जात की है? कोई पूछे रब हिंदू है, मुसलमान है, सिख है या ईसाई है, की है रब की जात? तो असीं कहांगे रब की जात इश्क है, यानी प्रेम। वो सब नूं प्रेम करता है, वो किसी नाल नफरत नहीं करता। एक गंदगी के कीड़े नाल भी वो उन्ना ही प्रेम करता है जिन्ना एक पवित्र फुल दे नाल। वो तुहाडे नाल भी उन्ना ही प्रेम करता है जिन्ना किसी बुरी तो बुरी बंदा कहना गंदगी है, मैं इहनूं नफरत करदा हां, क्योंकि ਉਹਦੀ हर शै जो भी इस पूरे ब्रह्मांड अंदर है वो सब नूं इश्क करदा। ਉਹਦੇ वास्ते माड़ा नफरत कुछ है ही नहीं। ये तो बंदे नूं देखो, बंदा तो चीज़ां नाल की, बंदा तो अपने अंगां नाल नफरत करी जांदा है। आ मेरा खब्बा माड़ा सज्जा चंगा, खब्बी अख फड़ के माड़ी, सज्जी फड़ के चंगी। फिर रब नूं इदां ही कहदे रब्बा खब्बी अख दित्ती क्यों, लै ला, ना रहेगा बांस ना बजेगी बांसरी। हो जाता कि नहीं? कई बहुत कहते मेरा खब्बा अंग फड़कदा मालको, माड़ा ही हुंदा है। भाई फिर रब नूं बेनती कर खब्बा अंग ही खड़ जावे, ना तुरे ना फड़के तो ना तेरा माड़ा होवे। वो शुक्र कर जिहड़ा फड़कना है ना, ये कई बड़ा साडे ब्लड अंदर नाड़ियां च जिहड़ा ब्लड दी फ्लो है ना, वो थोड़ी रुकावट आई तां वो टप टप कर लग पांदा है। ਉਹਦੇ थोड़ी मसाज करो, एक दो दिन उदे ठीक हो जाता है। पर खब्बी अख फड़कदी है, माड़ी होनी है, सज्जी फड़कदी चंगी होनी है। फिर तो रब इदां करे कि सज्जी नूं जरा एडी बना देवे, क्योंकि छोटी फड़कदी है घट चंगा हुंदा, वड्डी फड़केगी तो ज़्यादा चंगा होएगा। तो जी खब्बी है उन्होंने खत्म ही कर देवे, ना रहेगा बांस ना बजेगी बांसुरी, ना होएगी खब्बी तो ना फड़केगी तो ना ही बुरा होएगा। बोलो समझते हो? सज्जे हत्थ ते खाज हुंदी है तो पैसा आंदा है, खब्बे ते खाज हुंदी है पैसा जांदा है। तो रब्बा इहदा सज्जा हत्थ 2.5 फुट का बना दे, ताकि बड़े हत्थ ते खाज होएगी तो पूरा खजाना ही आएगा। क्योंकि छोटे ते खाज हुंदी की 10 15 20 रुपए आंदे, हुण 2.5 फुट 3 फुट का होवे तो लख 2 लख तो आएगा ही। और खब्बे नूं बिल्कुल इदां कर दे, ना रवे ना खाज होवे जां चक ही दे इहनूं। क्यों अपने अंगां नाल नफरत करदे आ? ਉਹ ਤੁਸੀਂ ਆਪਣੇ अंगां नूं नहीं बख्शदे तो ਤੁਸੀਂ इंसान नूं की बख्शना है, ਤੁਸੀਂ दूजिਆਂ नूं की बख्शना है, ਤੁਸੀਂ ਤਾਂ अपने आप नूं नहीं बख्शदे। जरा सोच के देखो कित्थे इंसान भरम च फसिया होया है, कित्थे इंसान वहमां च फसिया होया है। ਉਹ शुक्र करो कि रब ने तुहानूं 2 ਅੱਖਾਂ ਦਿੱਤੀਆਂ, 2 ਕੰਨ ਦਿੱਤੇ, ਹੱਥ ਪੈਰ ਦਿੱਤੇ है। ਹੁਣ ਤੁਸੀਂ शुक्र ਕਰਨ ਦੀ ਬਜਾਏ ਇਹ ਸੱਜੇ ਖੱਬੇ ਨੂੰ ਵੀ ਚੰਗੇ ਮਾੜੇ ਨਾਲ ਜੋੜ ਦਿੰਦੇ ਹੋ। कदों साडी ये बच्चियां वाली सोच खत्म होएगी? कई बार देखता बंदा शरीरिक तौर पर बड़ा हो जाता, उम्र तो बड़ी हो जाती है, पर जी इंसान की सोच है वो उत्थे ही रह जाती है। बोलो समझते हो कि नहीं? छोटे होंदे बच्चे नूं कहंदा बाहर ना जाई, बाहर भूत है खा लेना तेनों, आ बाहर साध है ना चक के लै जाना। हुण छोटा बच्चा डरे समझ आती है। हुण बच्चा बंदा 30 साल का हो गया, ब्याह हो गया तो बच्चे भी हो गए, माँ कहे बेटा बाहरों पानी नहीं, बाहरों बाबे ने चक के लै जाना मैनूं, बाहर भूत खड़ा खा जाओ मैनूं। मां ने कहना पुत्त शरीर तो बड़ा हो गया, दिमाग कदों बड़ा होएगा तेरा, समझ कदों बढ़ेगी? कहांगे कि नहीं? अज की हो रहा है? सानू पैंचकां तो डरा के रखिया, बचपन च डरे, चंगी गल है, कोई गल नहीं, बचपना सी, हुण तां बड़े हो जाओ। मैं नहीं डरदा पैंचकां तो, जिद्दां कहंदे ना बाहर भूत खड़ा पर पता भूत है नहीं। हुण कह लो पैंचकां सी, वो मंगलीक सी, वो फलाना इदां सी, वो फलाना ग्रह सी। भाई हुण मैं बड़ा हो गया, हुण बच्चा थोड़ी रहा जिहड़ा मैनूं हुण डरा रहा तूं। कदों बड़े होवांगे? पर कई देखिया है हाले भी बच्चे ही है। वो कहण नूं बड़े बड़े अफसर बन गए, कहण नूं बड़ियां बड़ियां कुर्सियां ते बह गए, कहण नूं शरीर बड़े बड़े हो गए। बड़े का मतलब पहला 2.5-3 फुट दे सी, हुण 6-6 फुट दे हो गए, पर हाले माइंड फिर भी वो वहमां च ही फसिया होया है। माइंड हाले भी भरमां च ही फसिया होया है। ਇਹਦਾ मतलब शरीर तो वध गया पर बुद्धि अकल वो वधी नहीं है। अकल कदों बढ़ेगी साडी, समझ कदों बढ़ेगी साडी? कदों तक इन्हां दायरियां च बैठ के बच्चियां की तरह ही असीं रोने रोंदे रहांगे? बोलो समझते हो कि नहीं? हुण फर्ज करो एक बंदे ना अमर है, हुण बच्चा किदा पढ़ेगा? AMAR अमर। बोलो समझते हो कि नहीं? हुण वही बच्चा 40 साल का हो गया, हाँ भी की नाम है? AMAR अमर। वो यार किदा बोलता है? नहीं बचपन च सिखाया गया सी।
ਉਹ ਭਾਈ ਬਚਪਨ 'ਚ ਸਿਖਾਇਆ ਸੀ, ਠੀਕ ਸੀ, ਉਦੋਂ ਸ਼ੁਰੂਆਤ ਸੀ, ਪਰ ਹੁਣ ਤਾਂ ਬੜਾ ਹੋ ਜਾ, ਹੁਣ ਤਾਂ ਕਹਿ ਅਮਰ, ਅਮਰ ਸਿੰਘ, ਅਮਰ ਕੁਮਾਰ, ਜੋ ਵੀ ਤੇਰਾ ਹੈ। ਸਮਝਦੇ ਹੋ ਕਿ ਨਹੀਂ? ਕਦੋਂ ਬੜੇ ਹੋਵਾਂਗੇ? ਹੁਣ ਨਾਵਾਂ ਨੂੰ ਲੈ ਕੇ, ਕੈਦੀਆਂ ਨੂੰ ਲੈ ਕੇ ਬੜੇ ਹੋ ਜਾਂਦੇ ਆ ਕਿ ਪਹਿਲਾਂ ਮੈਂ ਪਹਿਲੀ ਦੇ ਕਾਇਦੇ 'ਚ ਪੜ੍ਹਦਾ ਸੀ, ਪਹਿਲੀ ਦੀ ਕਿਤਾਬ ਪੜ੍ਹਦਾ ਸੀ, ਹੁਣ 10ਵੀਂ ਦੀ, ਹੁਣ +2 ਦੀ, ਹੁਣ MA ਦੀ, ਹੁਣ ਆਹ ਡਿਗਰੀ ਦੀ। ਹੁਣ ਕਿਤਾਬਾਂ ਨੂੰ ਲੈ ਕੇ ਬੜੇ ਹੋ ਗਏ, ਸਕੂਲਾਂ ਨੂੰ ਲੈ ਕੇ ਬੜੇ ਹੋ ਗਏ, ਸਕੂਲਾਂ ਤੋਂ ਕਾਲਜਾਂ ਤੱਕ ਪਹੁੰਚ ਗਏ, ਪਰ ਸਮਝ ਨੂੰ ਲੈ ਕੇ ਹਾਲੇ ਵੀ ਨਿਆਣੇ ਹੀ ਆ। ਵਹਿਮਾਂ ਭਰਮਾਂ ਨੂੰ ਲੈ ਕੇ, ਬਿੱਲੀਆਂ ਦੇ ਰਸਤੇ ਕੱਟਣ ਨੂੰ ਲੈ ਕੇ, ਛਿੱਕਾਂ ਨੂੰ ਲੈ ਕੇ, ਕਈਆਂ ਚੀਜ਼ਾਂ ਨੂੰ ਲੈ ਕੇ, ਆ ਮੰਗਲ ਸ਼ਨੀ ਭਾਰੀ, ਇਹ ਭਾਰੀ, ਬਹੁ ਭਾਰੀ ਗ੍ਰਹਿਾਂ ਨੂੰ ਲੈ ਕੇ ਹਾਲੇ ਵੀ ਉਹ ਨਿਆਣੇ ਹੀ ਹੈ ਕਿ ਬਾਹਰ ਭੂਤ ਹੈ, ਬਾਹਰ ਨਾ ਜਾਈ, ਖਾ ਲੇਗਾ ਤੈਨੂੰ। ਆ ਗ੍ਰਹਿ ਮਾੜਾ ਹੈ, ਦੇਖੀ ਕਿਤੇ ਆ ਸ਼ਾਦੀ ਨਾ ਕਰ ਲਈ, ਮੰਗਲੀਕ ਮਾੜਾ, ਖਾ ਲੇਗਾ ਤੈਨੂੰ। ਤਾਂ ਬੰਦਾ ਅੱਜ ਵੀ ਜੇ ਸਮਝਦਾਰ ਹੋਏਗਾ ਨਾ, ਤਾਂ ਬੰਦਾ ਪੰਡਤਾਂ ਪੁਰੋਹਿਤਾਂ ਨੂੰ ਕਹੇਗਾ, ਓਏ ਬੜੇ ਹੋ ਗਏ, ਹੁਣ ਡਰਾ ਨਾ ਭਰਮਾਂ 'ਚ ਨਾ ਪਾ ਸਾਨੂੰ, ਹੁਣ ਅਸੀਂ ਇਹਨਾਂ ਫਾਲਤੂ ਚੀਜ਼ਾਂ ਨੂੰ ਨਹੀਂ ਮੰਨਦੇ ਕਿ ਬਾਹਰ ਕੋਈ ਬਾਬਾ ਖੜਾ ਲੈ ਜਾਊਗਾ ਚੱਕ ਕੇ। ਕਦੋਂ ਬੜੇ ਹੋਵਾਂਗੇ? ਹੁਣ ਇੱਕ ਗੱਲ ਤੁਹਾਨੂੰ ਕਹਾਂਗੇ, ਪੂਰੀ ਦੁਨੀਆ ਦਾ ਤਾਂ ਕਹਿ ਨਹੀਂ ਸਕਦੇ ਨਾ ਬੜੀ ਹੋਣਾ ਜਾਂ ਨਹੀਂ ਹੋਣਾ, ਪਰ ਜਿੰਨੇ ਕਿ ਸਾਡਾ ਸਤਸੰਗ ਸੁਣਦੇ, ਤੁਸੀਂ ਤਾਂ ਅੱਜ ਫੈਸਲਾ ਲਓ ਕਿ ਅੱਜ ਬੜੇ ਹੋ ਜਾਈਏ ਅਸੀਂ। ਹੁਣ ਅਸੀਂ ਨਾ ਭਰਮਾਂ 'ਚੋਂ, ਵਹਿਮਾਂ 'ਚੋਂ ਨਿਕਲਣਾ ਹੈ, ਆਪਣੀ ਸੋਚ ਨੂੰ ਬੜਾ ਕਰ ਲਈਏ। ਬੰਦਾ ਕਹੇ ਮੇਰੀ ਸੋਚ ਇੰਨੀ ਬੜੀ ਹੋ ਚੁੱਕੀ ਹੈ, ਕੋਈ ਸਾਨੂੰ ਪੁੱਛੇ ਨਾ ਮਾਲਕੋ ਤੁਹਾਡੀ ਸੋਚ ਕਿੰਨੀ ਕੁ ਹੈ, ਅਸੀਂ ਕਹਾਂਗੇ ਸਾਡੀ ਸੋਚ ਇੰਨੀ ਬੜੀ ਹੋ ਚੁੱਕੀ ਹੈ ਕਿ ਹੁਣ ਕੋਈ ਵਹਿਮ, ਕੋਈ ਭਰਮ, ਕੋਈ ਜਾਤ, ਕੋਈ ਧਰਮ ਇਹਦੇ 'ਚ ਫਿੱਟ ਹੁੰਦਾ ਹੀ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਛੋਟੀਆਂ ਰਹਿ ਗਈਆਂ, ਸਾਡੀ ਸੋਚ, ਸਾਡਾ ਦਿਲ ਇੰਨਾ ਬੜਾ ਹੋ ਚੁੱਕਾ ਹੈ। ਤੁਸੀਂ ਵੀ ਆਪਣੀ ਸੋਚ ਨੂੰ, ਆਪਣੇ ਦਿਲ ਨੂੰ ਇੰਨਾ ਬੜਾ ਕਰ ਲਓ ਕਿ ਜਿੱਥੇ ਵਹਿਮ ਭਰਮ, ਜਾਤ ਧਰਮ, ਮਜ਼ਹਬ ਇਹ ਕੋਈ ਮਾਇਨੇ ਨਾ ਰਖਾਣ, ਇਹ ਜ਼ੀਰੋ ਹੋ ਜਾਣ। ਸਮਝਦੇ ਹੋ ਕਿ ਨਹੀਂ? ਇਹ ਜ਼ੀਰੋ ਹੋ ਜਾਣ। ਜਿੱਦਾਂ ਸਮਝ ਲਓ ਇੱਕ ਰੇਖਾ ਤੁਸੀਂ ਆਪਣੇ ਘਰ 'ਚ ਖਿੱਚਦੇ ਹੋ ਛੋਟੀ ਜਿਹੀ, ਫਿਰ ਇੱਕ ਰੇਖਾ ਉਹਦੇ ਥੱਲੇ ਐਡੀ ਲੰਬੀ ਖਿੱਚਦੇ ਹੋ 2 ਕਿਲੋਮੀਟਰ ਵਾਲੀ। ਹੁਣ 2 ਕਿਲੋਮੀਟਰ ਦੀ ਰੇਖਾ ਸਾਹਮਣੇ, ਉਹ ਛੋਟੀ ਰੇਖਾ ਏਦਾਂ ਹੀ ਲੱਗਦਾ ਜਿੱਦਾਂ ਹੈ ਹੀ ਨਹੀਂ। ਸਮਝਦੇ ਹੋ ਕਿ ਨਹੀਂ? ਤੁਸੀਂ ਵੀ ਆਪਣੇ ਇਸ਼ਕ ਦੀ, ਆਪਣੀ ਮੁਹੱਬਤ ਦੀ, ਆਪਣੇ ਵਿਸ਼ਵਾਸ ਦੀ ਲਾਈਨ ਨੂੰ ਇੰਨਾ ਬੜਾ ਕਰ ਦਿਓ, ਤੁਹਾਡਾ ਦਿਲ ਪ੍ਰੇਮ ਨਾਲ, ਵਿਸ਼ਵਾਸ ਨਾਲ ਇੰਨਾ ਬੜਾ ਹੋ ਜਾਵੇ ਕਿ ਜਿੰਨੇ ਵਹਿਮ ਭਰਮ ਹੈ, ਇਹ ਜਿੰਨੇ ਜਾਤ ਮਜ਼ਹਬ ਹੈ, ਧਰਮ ਹੈ, ਇਹ ਸਾਰੇ ਉਹਦੇ ਸਾਹਮਣੇ ਜ਼ੀਰੋ ਹੋ ਜਾਣ। ਔਰ ਇਹ ਹੋ ਸਕਦਾ ਹੈ ਜਦ ਅਸੀਂ ਕਰ ਸਕਦੇ, ਤੁਸੀਂ ਕਿਉਂ ਨਹੀਂ ਕਰ ਸਕਦੇ? ਜਦ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਸਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਉੱਠ ਸਕਦੇ? ਬਸ ਇੱਕ ਫੈਸਲਾ ਲੈਣਾ ਪੈਣਾ ਹੈ। ਲਓਗੇ ਕਿ ਨਹੀਂ ਫੈਸਲਾ? ਅੱਜ तो अपने दिल में बड़ा करोगे कि नहीं? और हुण सुन लीजिए कि इश्क अल्लाह की जात है, इश्क अल्लाह का अंग, इश्क में अल्लाह मौजूद है, इश्क अल्लाह का रंग। कि रब दी जात की है? रब दी जात है इश्क, प्रेम। और प्रेम का कोई धर्म नहीं हुंदा। बोलो समझते हो कि नहीं? माँ बच्चे नाल प्रेम करती है तो माँ नूं पुछो, हाँ जी किहड़ा प्रेम है? हिंदू वाला प्रेम है? माँ तू किहड़ा प्रेम करती बच्चे नूं? हिंदू का प्रेम है, मुसलमान वाला प्रेम है, सिख वाला, ईसाई वाला। तो माँ ने कहना भरा प्रेम की भी जात होंगी है। मैंने तो इन्ना पता बच्चे नूं प्रेम करदी है, पर यह नहीं पता कि प्रेम हिंदू है या मुसलमान है, सिख है या ईसाई है, क्योंकि प्रेम नूं असीं जोड़ ही नहीं सकते किसी धर्म नाल। और गुरबाणी भी तो यही कहती है कि जिन प्रेम कियो तिन ही प्रभु पायो। जीसस क्राइस्ट भी तो यही कहते हैं कि लव इज गॉड, प्रेम ही परमात्मा है। हुण सानू ये समझ नहीं आती, गुरुआं ने प्रेम नूं परमात्मा किया, जीसस क्राइस्ट ने प्रेम नूं परमात्मा किया, हजूर मुहम्मद ने प्रेम नूं परमात्मा किया। ये धर्म कित्थों आ गए? ये मजहब कित्थों आ गए? ਇਹਦਾ मतलब है कि किते ना किते कोई गड़बड़ होई है, ਜਿਹੜਾ ਅਸੀਂ ਉਹ ਰੱਬ ਦੇ ਪਿਆਰਿਆਂ ਦੇ ਸੰਦੇਸ਼ ਨੂੰ ਸਮਝ ਹੀ ਨਹੀਂ ਪਾਏ। इश्क अल्लाह की जात है, रब दी जात है इश्क, इश्क अल्लाह का अंग, रब दा शरीर ही इश्क है। इश्क में अल्लाह मौजूद है, प्रेम दे विच ही वो परमात्मा मौजूद है। जे उन्होंने पाना है तो बिना प्रेम तो तुसी पा ही नहीं सकते। जिद्दां बंदा कहता दुध दे विच ही मक्खन है, बिना दुध तो मक्खन कढ़िया ही नहीं जा सकता। इसी तरह बिना प्रेम कीतियां, बिना इश्क कीतियां कदी परमात्मा नूं तुसी पा ही नहीं सकते। जिन प्रेम कियो तिन ही प्रभ पायो। जरा समझना सारिਆਂ ने, इश्क में अल्लाह मौजूद है, इश्क करके ही तुसी उहदे तक पहुंच सकते हो। पर वो इश्क उहदे नाल होवे जो सानू उहदे इश्क नाल जोड़ देवे। बोलो समझते हो कि नहीं? इसलिए इश्क में अल्लाह मौजूद है, इश्क अल्लाह का रंग। और जे रब दे रंग की गल आती है तो उहदा रंग ना गोरा है ना काला, ना सांवला है तो ना कोई होर, उहदा रंग तो इश्क का रंग है। और तुसी जवाब दे दो इश्क का रंग किहड़ा हुंदा है, प्रेम का रंग किहड़ा हुंदा है? कोई रंग तुसी कह सकते हो मेरा रंग, मेरे प्रेम का रंग गूढ़ा काला है, या मेरे प्रेम का रंग बड़ा चिट्टा है, या मेरे प्रेम का रंग सांवला है? नहीं, प्रेम नूं तुसी कह सकते हो मैं प्रेम करदा हाँ, पर यह नहीं कि इहदा रंग की है, ये किन्नी क मात्रा च है, छोटा है बड़ा है,
क्योंकि बंदा ये भी नहीं कह सकता मेरा प्रेम इन्ने किलो या इन्ने मीटर। बोलो समझते हो कि नहीं? हुण चंगा लगेगा मैं तेन 2 मीटर प्रेम करदा हां तो भाई उस तो बाद की है? नफरत है। मैं तेन 2.5 किलो प्रेम करदा हां उस तो बाद की है? यानी प्रेम नूं असीं तोल विच मीटरां च लिया ही नहीं सकते। प्रेम है तो है, नहीं है तो नहीं है। ਇਹਦਾ ना कोई रूप ना कोई रंग, यही परमात्मा है, यही प्रभु है कि ਉਹਦੀ कोई जात नहीं है, ਉਹਦਾ कोई धर्म नहीं है, ਉਹਦਾ कोई मजहब नहीं है। इसलिए ਅਸੀਂ अपने बारे एक गल जरूर कह सकते हैं, कह दिए कि मस्जिद का अल्लाह मेरा है, मस्जिद का अल्लाह मेरा है, मंदिर का भगवान भी मेरा है। मस्जिद का अल्लाह मेरा है, मंदिर का भगवान भी मेरा है। बड़े ना समझ हैं वो लोग जो नफरत सिखाते हैं धर्मों के नाम पर। हम तो ये कहते हैं मोहम्मद भी मेरे हैं, राधा का शाम भी मेरा है। जरा गौर करना, फिर कमांगे एक बार ताकि कल्ली कल्ली लाइन समझ आ जाए। मस्जिद का अल्लाह मेरा है। बंदा कहना मस्जिद कौन है? अल्लाह दी मस्जिद। और मंदिरां नूं की कहा जाता है? भगवान दा मंदिर। मस्जिद का अल्लाह मेरा है, मंदिर का भगवान भी मेरा है। कुरान भी प्यारी है मुझको, कुरान नाल भी सानू प्यार है। कोई ये नहीं कि गीता नाल प्यार है तो कुरान नाल नफरत है, या कुरान नाल प्यार है तो गीता नाल नफरत है। कुरान भी प्यारी है मुझको, गीता का ज्ञान भी मेरा है। बड़े नासमझ हैं वो लोग जो नफरत सिखाते हैं धर्मों के नाम पर। कई कह देंगे ना ਉਹ घर का प्रसाद नहीं खाना, ਉਹਨੂੰ मिलना नहीं है। आ की है, ਕਿਹੜਾ धर्म है ਜਿਹੜਾ एक दूजे वास्ते नफरत पैदा कर रहा है? ये कोई धर्म है जो सानू एक दूजे नालों तोड़ देवे? और याद रखो जिहड़ा इंसान नूं इंसान नालों तोड़ देवे वो धर्म कदी परमात्मा नाल सानू जोड़ ही नहीं सकता। जो चीज़ साडे सामने है जे ਇਹਦੇ ਨਾਲ नहीं वो चीज़ सानू जोड़दी ਤਾਂ ਜਿਹਨੂੰ ਅਸੀਂ कदी देखिया ही नहीं ਉਹਦੇ ਨਾਲ ਉਹਨਾਂ ਕੀ जोड़ देना है। इसलिए ਜਿਹੜੇ धर्म ਤੁਹਾਨੂੰ एक दूजे ਨਾਲ नफरत करनी सिखाते हैं, क्योंकि कई देखिया नाम नहीं इत्थे लेना पर वो धर्म में दाखिल हो जाओ, वो फलाने के घर का पानी नहीं पीना, फलाने का प्रसाद नहीं खाना, आ फलाने का इदा नहीं करना, फलाने को मिलना नहीं है। अं कहते इदा के धर्म तो दूर ही रहो। ਜਿਹੜੇ नफरत सिखाते हैं दूजिया नालों दूर करते हैं। बोलो समझते हो कि नहीं? और रिश्तेदार तो दूर हो गए, नहीं जी हुण असीं फलाने धर्म नाल जुड़ गए हाँ, हुण तुहाडे घर की रोटी नहीं असीं खानी। भाई एक रिश्तेदार नालों तोड़ दिता तो यह धर्म रब नाल तैनूं जोड़ देगा, भगवान नाल जोड़ देगा तैनूं? जरा सोचण दी गल है। पर इंसान है कि समझण दी बजाए बस वही है बच्चे वाली गल, बाहर भूत है या ए फॉर एप्पल उन्ना जी लैके बैठे। बड़े कदों होना है, कदों ये समझ आएगी कि असीं फिर ही भगवान नाल जुड़ सकते हैं, परमात्मा नाल जुड़ सकते हैं? पहला सानू इंसान नाल जुड़ना पएगा। समझते हो कि नहीं? जिदा हजरत अली ने कहा कि कुरान बंद करो तो वही तो खुदा है, वही तो परमात्मा है। खोल दें तो अलग अलग सूरत है, अलग अलग सूरा है, पर बंद कर दो तो एक ही है। इसी तरह कदों असीं भी अखां बंद करके देखांगे कि इत्थे वो रब तो सिवा होर कुछ है ही नहीं। सब दे अंदर इक्को ही है, इक्को ही नूर है, इक्को ही ताकत है, इक्को ही शक्ति है जो सानू सारियां नू, चाहे पशु है, पंछी है, पेड़ है, पौधे है, इंसान है, जानवर है, जो सानू सब नू चला रही हो इक्को ही, कह दो इक्को ही ताकत है। सबका मालिक, सबका मालिक, सबका मालिक वो तो इक्को ही है। इसलिए समझो जरा सारे जी। इसलिए एक बार एक गल दिल च वसा ला ना कि मस्जिद का अल्लाह मेरा है, मंदिर का भगवान भी मेरा है, कुरान भी प्यारी है मुझको, गीता का ज्ञान भी मेरा है। बड़े नासमझ हैं वो लोग जो नफरत सिखाते हैं धर्मों के नाम पर। हम तो ये कहते हैं मोहम्मद भी मेरे हैं, राधा का शाम भी मेरा है। क्योंकि श्री कृष्ण को राधा का शाम भी किया जाता है कि मुहम्मद साहब भी मेरे है, यानी वो भी साडे है। और असीं ये नहीं कहांगे साडे, साडे सारियां दे है। श्री गुरु नानक देव जी भी साडे सारियां दे है, श्री गुरु रविदास जी भी साडे सारियां दे है, जीसस क्राइस्ट भी साडे सारियां दे है। कोई धर्म उन्होंने अपनी कैच नहीं रख सकता कि ये आ गुरु है तो ये आ पैगंबर है, साडे ही है। नहीं, कोई सूरज नूं कह नहीं सकता कि सूरज सिर्फ साडा ही है, असीं इहदी रोशनी तो प्रकाश लेना है, बाकी कर लण पड़दे, कर लण अखां बंद। नहीं, जे सूरज सब दा है तो पीर पैगंबर औलिया अवतार गुरु भी सब दे है। इसलिए ये छोटी सोच नूं तोड़ना है।
ਤਾਂ ਹੀ ਇਹ ਸੰਸਾਰ ਇੱਕ ਹੋਏਗਾ। ਅੱਜ ਦੁਨੀਆ ਤੇ ਏਕਤਾ ਕਿਉਂ ਨਹੀਂ, ਅੱਜ ਦੁਨੀਆ ਤੇ ਪਿਆਰ ਕਿਉਂ ਨਹੀਂ ਹੈ? ਕਿਉਂਕਿ ਅਗਰ ਦੇਖਿਆ ਜਾਵੇ ਤਾਂ ਇਹ ਧਰਮਾਂ ਕਰਕੇ ਹੀ ਦੁਨੀਆ ਅੱਜ ਵੰਡੀ ਹੋਈ ਹੈ, ਦੀਵਾਰਾਂ ਖੜੀਆਂ ਹੋਈਆਂ ਇਨਸਾਨੀਅਤ ਦੇ ਵਿੱਚ। ਜ਼ਰਾ ਸਮਝਣਾ ਸਾਰੇ ਜੀ। ਹੁਣ ਫਰਜ਼ ਕਰੋ ਅਸੀਂ ਇੱਥੇ ਪੁੱਛੀਏ ਕਿ ਇੱਥੇ ਇਸ ਵੇਲੇ ਹਿੰਦੂ ਕਿੰਨੇ ਬੈਠੇ ਹੈ, ਤਾਂ ਜਿਹੜਾ ਕਹੇਗਾ ਹਿੰਦੂ ਹੱਥ ਖੜਾ ਕਰ ਦੇਗਾ, ਬਾਕੀਆਂ ਦੇ ਹੱਥ ਥੱਲੇ ਹੋਣਗੇ। ਫਿਰ ਆਪਾਂ ਕਹਾਂਗੇ ਇੱਥੇ ਸਿੱਖ ਕਿੰਨੇ ਬੈਠੇ ਹੈ, ਫਿਰ ਸਿੱਖਾਂ ਦੇ ਹੱਥ ਖੜੇ ਹੋ ਜਾਣਗੇ ਕਿ ਅਸੀਂ ਇੰਨੇ ਸਿੱਖ ਹਾਂ। ਬੋਲੋ ਹੋਏਗਾ ਕਿ ਨਹੀਂ? ਫਿਰ ਅਸੀਂ ਕਹਾਂਗੇ ਹੁਣ ਸਿੱਖ ਹੱਥ ਥੱਲੇ ਕਰ ਲਓ, ਹੁਣ ਮੁਸਲਮਾਨ ਕਿੰਨੇ ਬੈਠੇ ਹੋ ਦੱਸ ਦਿਓ। ਫਿਰ ਮੁਸਲਮਾਨ ਆਪਣੇ ਹੱਥ ਖੜੇ ਕਰ ਦੇਣਗੇ ਜਿੰਨੇ ਕੁ ਬੈਠੇ ਹੋਣਗੇ, ਅਸੀਂ ਬੈਠੇ ਹਾਂ। ਫਿਰ ਅਸੀਂ ਕਹਾਂਗੇ ਤੁਸੀਂ ਥੱਲੇ ਕਰੋ, ਹੁਣ ਦੱਸੋ ਈਸਾਈ ਕਿੰਨੇ ਬੈਠੇ ਆ? ਤਾਂ ਜੇ ਕੋਈ ਈਸਾਈ ਬੈਠਾ ਹੋਵੇ ਉਹ ਵੀ ਆਪਣਾ ਹੱਥ ਖੜਾ ਕਰੇਗਾ, ਮੈਂ ਈਸਾਈ ਬੈਠਾ ਹਾਂ। ਹੁਣ ਜਦੋਂ ਹਿੰਦੂਆਂ ਦਾ ਕਿਹਾ ਉਸ ਲਈ ਮੁਸਲਮਾਨਾਂ ਨੇ ਨਹੀਂ ਕੀਤੇ, ਸਿੱਖਾਂ ਨੇ ਨਹੀਂ ਕੀਤੇ, ਈਸਾਈਆਂ ਨੇ ਨਹੀਂ ਕੀਤੇ, ਉਸ ਲਈ ਸਿਰਫ ਹਿੰਦੂਆਂ ਨੇ ਕੀਤੇ। ਮੁਸਲਮਾਨਾਂ ਦੀ ਵਾਰੀ ਸਿਰਫ ਕਿਹਨਾਂ ਨੇ ਕੀਤੇ? ਮੁਸਲਮਾਨਾਂ ਨੇ। ਸਿੱਖਾਂ ਦੀ ਵਾਰੀ ਕਿਹਨਾਂ ਕੀਤੇ? ਸਿੱਖਾਂ ਨੇ। ਈਸਾਈਆਂ ਦੀ ਵਾਰੀ ਕਿਹਨਾਂ ਕੀਤੇ? ਈਸਾਈਆਂ ਨੇ। ਤਾਂ ਜਦੋਂ ਅਸੀਂ ਕਵਾਂਗੇ ਕਿ ਇੱਥੇ ਇਨਸਾਨ ਕਿੰਨੇ ਬੈਠੇ ਹੈ, ਫਿਰ ਕਿੰਨਿਆਂ ਦੇ ਹੱਥ ਖੜੇ ਹੋਣਗੇ? ਹੁਣ ਇਸ ਲਈ ਇਨਸਾਨ ਕਿੰਨੇ ਬੈਠੇ, ਹੱਥ ਖੜੇ ਕਰਕੇ ਦੱਸ ਦਿਓ। ਦੇਖੋ ਹੁਣ ਇੱਥੋਂ ਸਮਝ ਆ ਜਾਣੀ ਚਾਹੀਦੀ ਹੈ ਕਿਹੜੀ ਚੀਜ਼ ਸਾਨੂੰ ਜੋੜਦੀ ਹੈ ਤੇ ਕਿਹੜੀ ਚੀਜ਼ ਸਾਨੂੰ ਇੱਕ ਦੂਜੇ ਨਾਲੋਂ, ਸਮਝ ਆਈ ਕਿ ਨਹੀਂ? ਹਿੰਦੂ ਕਿਹਾ ਤਾਂ ਇੰਨੇ ਕਿ ਹਿੰਦੂ, ਜੇ ਫਰਜ਼ ਕਰੋ 15 ਹਿੰਦੂ ਤਾਂ ਹਿੰਦੂਆਂ ਨੇ, ਸਿੱਖ ਕਿਹਾ ਤਾਂ ਜੇ 20 ਕਿ ਸਿੱਖ ਤਾਂ ਸਿੱਖਾਂ ਨੇ, ਪਰ ਜਦੋਂ ਕਿਹਾ ਇਨਸਾਨ ਤਾਂ ਸਾਰੇ ਪੰਡਾਲ ਦੇ ਹੱਥ ਖੜੇ ਹੋ ਗਏ। ਹੁਣ ਕਿਹੜੀ ਚੀਜ਼ ਸਾਨੂੰ ਜੋੜਦੀ ਹੈ? ਆਪ ਹੀ ਜਵਾਬ ਦੇ ਦਿਓ। ਇਨਸਾਨੀਅਤ ਜੋੜਦੀ ਹੈ ਨਾ। ਤਾਂ ਅਸੀਂ ਸੰਸਾਰ ਨੂੰ ਤੋੜਨਾ ਚਾਹੁੰਦੇ ਜਾਂ ਜੋੜਨਾ ਚਾਹੁੰਦੇ? ਵੀ ਜਵਾਬ ਦੇ ਦਿਓ। ਜੋੜਨਾ ਚਾਹੁੰਦੇ ਹੋ ਨਾ। ਜੇ ਹੁਣ ਤੁਸੀਂ ਸੰਸਾਰ ਨੂੰ ਜੋੜਨਾ ਚਾਹੁੰਦੇ ਹੋ, ਇੱਕ ਕਰਨਾ ਚਾਹੁੰਦੇ ਹੋ, ਔਰ ਅੱਜ ਸਮਝ ਲਿਆ ਹੈ ਕਿ ਇਨਸਾਨੀਅਤ ਹੀ ਸੰਸਾਰ ਨੂੰ ਜੋੜਦੀ ਹੈ, ਤਾਂ ਅੱਜ ਇਹ ਪ੍ਰਣ ਕਰ ਲਓ ਕਿ ਅੱਜ ਤੋਂ ਮੈਂ ਨਾ ਹਿੰਦੂ ਹਾਂ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ। ਅੱਜ ਤੋਂ ਮੈਂ ਆਪਣੇ ਮਾਲਿਕ ਦਾ, ਆਪਣੇ ਰੱਬ ਦਾ ਬਣਾਇਆ ਹੋਇਆ ਇੱਕ ਇਨਸਾਨ ਹਾਂ, ਔਰ ਮੇਰਾ ਕਰਮ ਹੈ ਸਭ ਨੂੰ ਪ੍ਰੇਮ ਕਰਨਾ। ਮੇਰਾ ਕਰਮ ਹੈ ਸਭ ਨੂੰ ਪ੍ਰੇਮ ਕਰਨਾ, ਕਿਉਂਕਿ ਜੇ ਮੇਰਾ ਰੱਬ, ਲਵ ਇਜ਼ ਗॉड, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਜੇ ਉਹ ਪ੍ਰੇਮ ਹੈ ਤਾਂ ਮੈਂ ਵੀ ਉਹਦੇ ਨੂਰ ਤੋਂ ਬਣਿਆ ਹਾਂ, ਉਹਦੇ ਪ੍ਰੇਮ ਤੋਂ ਬਣਿਆ, ਤਾਂ ਮੈਂ ਵੀ ਪ੍ਰੇਮ ਦਾ ਹੀ ਰੂਪ ਹਾਂ। ਬੋਲੋ ਮੰਨੋਗੇ ਕਿ ਨਹੀਂ? ਸਤਸੰਗ ਸਿਰਫ ਸੁਣਨਾ ਨਹੀਂ ਹੈ, ਇਹਨੂੰ ਸਮਝਣਾ ਹੈ, ਮੰਨਣਾ ਹੈ, ਕਿਉਂਕਿ ਅਸੀਂ ਇਹ ਪੂਰੇ ਵਿਸ਼ਵ ਨੂੰ, ਪੂਰੇ ਸੰਸਾਰ ਨੂੰ ਇੱਕ ਰੰਗ 'ਚ ਦੇਖਣਾ ਚਾਹੁੰਦੇ ਹਾਂ, ਜਿੱਥੇ ਚਾਰੋਂ ਤਰਫ ਪ੍ਰੇਮ ਹੀ ਪ੍ਰੇਮ ਹੋਵੇ, ਚਾਰੋਂ ਤਰਫ ਪਿਆਰ ਹੀ ਪਿਆਰ ਹੋਵੇ। ਇਸੇ ਲਈ ਤਾਂ ਇੱਕ ਵਾਰ ਅਸੀਂ ਬੈਠੇ ਸੀ ਬੰਦਗੀ ਤੇ, ਤਾਂ ਰੱਬ ਨੂੰ ਕਿਹਾ कि ऐ परमात्मा, ऐ खुदा, मैंने कहा खुदा से कि मेरी आंखों को एक ऐसा जलवा दिखा दे। मैंने कहा खुदा से मेरी आंखों को एक ऐसा जलवा दिखा दे, दुखों से भरी इस दुनिया को तू स्वर्ग से सुंदर बना दे। तेरा गौर करना कि ऐ मेरे मालिक इदां दा जलवा दिखा दे कि चारों पासे दुख ही दुख है। ਬੰਦਾ ਕਹਿੰਦਾ ਸਵਰਗ 'ਚ ਬੜੇ ਸੁੱਖ ਹੈ, ਤਾਂ ਸੰਸਾਰ ਨੂੰ ਹੀ ਸਵਰਗ ਤੋਂ ਸੁੰਦਰ ਬਣਾ ਦੇ, ਤਾਂ ਕਿ ਚਾਰੋਂ ਪਾਸੇ ਸਾਰੇ ਸੁਖੀ ਹੋਣ, ਸਾਰਿਆਂ ਚਿਹਰੇ ਤੇ ਮੁਸਕਰਾਹਟ ਹੋਵੇ। दुखों के भरी इस दुनिया को स्वर्ग से सुंदर बना दे। तो खुदा ने कहा तू कर कोशिश इंसान के दिल से नफरत को मिटाने की, बस यही एक राह है साहिब इस दुनिया को स्वर्ग से सुंदर बनाने की। जब इंसानों के भीतर से धर्मों मजहबों की दीवारें गिर जाएंगी, जब इंसानों के बीच से धर्मों मजहबों की दीवारें गिर जाएंगी, तब ही साहिब ये दुनिया स्वर्ग से सुंदर नजर आएगी। इसलिए कोशिश कर रहे हैं ਅਸੀਂ ਉਦੋਂ ਤੋਂ, ਜਦੋਂ ਦੀ ਅੰਦਰੋਂ ਆਵਾਜ਼ ਆਈ ਹੈ ਤੂੰ ਕਰ ਕੋਸ਼ਿਸ਼ इंसान के दिल से नफरत को मिटाने की। ਉਦੋਂ ਦੀ ਕੋਸ਼ਿਸ਼ ਕਰ ਰਹੇ हैं ਕਿ ਤੁਹਾਡੇ ਦਿਲਾਂ 'ਚੋਂ ਨਫ਼ਰਤ ਨੂੰ ਖਤਮ ਕਰਕੇ ਪ੍ਰੇਮ ਦੇ ਬੀਜ ਬੋ ਦਈਏ, ਪਿਆਰ ਦੇ ਬੀਜ ਬੋ ਦਈਏ, ਜਿੱਥੇ ਤੁਸੀਂ ਸਭ ਨਾਲ ਪ੍ਰੇਮ ਕਰੋ। ਕਿਸੇ ਵੀ ਚੀਜ਼ ਦੇ ਪ੍ਰਤੀ ਤੁਹਾਡੇ ਅੰਦਰ ਨਫ਼ਰਤ ਰਹਿ ਨਾ ਜਾਵੇ। ਚਾਹੇ ਕੋਈ ਆਪਣਾ ਹੋਵੇ ਉਹਨੂੰ ਵੀ ਪ੍ਰੇਮ ਕਰੋ, ਚਾਹੇ ਕੋਈ ਪਰਾਇਆ ਹੋਵੇ ਉਹਨੂੰ ਵੀ ਪ੍ਰੇਮ ਕਰੋ, ਕਿਉਂਕਿ ਕੁਦਰਤ ਵੀ ਆਪਣਾ ਪਰਾਇਆ ਨਹੀਂ ਦੇਖਦੀ, ਉਹ ਸਭ ਨੂੰ ਪ੍ਰੇਮ ਕਰਦੀ ਹੈ। ਕੁਦਰਤ ਦਾ ਨਿਯਮ ਹੀ ਹੈ ਪ੍ਰੇਮ, ਪਰਮਾਤਮਾ ਦਾ ਨਿਯਮ ਹੀ ਹੈ ਪ੍ਰੇਮ। ਇਸ ਲਈ ਤੁਸੀਂ ਵੀ ਆਪਣੇ ਜੀਵਨ ਦਾ ਨਿਯਮ ਬਣਾ ਲਓ। ਜਿੱਦਾਂ ਅੱਗ ਦਾ ਨਿਯਮ ਹੈ ਸੇਕ ਦੇਣਾ, ਬਰਫ਼ ਦਾ ਨਿਯਮ ਹੈ ਠੰਡਕ ਦੇਣਾ, ਤੁਸੀਂ ਕਹੋ ਅੱਜ ਤੋਂ ਮੇਰਾ ਵੀ ਇੱਕ ਨਿਯਮ ਹੈ ਸ਼ਾਂਤ ਰਹਿਣਾ ਔਰ ਸਭ ਨਾਲ ਪ੍ਰੇਮ ਕਰਨਾ। ਇਸ ਲਈ तू कर कोशिश इंसान के दिल से नफरत को मिटाने की, बस यही एक राह है इस दुनिया को स्वर्ग से सुंदर बनाने की। जब इंसानों के बीच से धर्मों मजहबों की दीवारें गिर जाएंगी, तभी साहिब ये दुनिया स्वर्ग से सुंदर नजर आएगी।
ਜਦੋਂ ਇਨਸਾਨਾਂ ਦੇ ਅੰਦਰੋਂ ਜਾਤਾਂ ਧਰਮਾਂ ਦੀਆਂ ਦੀਵਾਰਾਂ ਗਿਰ ਜਾਣ ਤਾਂ ਫਿਰ ਸੋਚੋ ਦੁਨੀਆ ਤਾਂ ਆਪੇ ਸਵਰਗ ਬਣ ਜਾਏਗੀ। ਜਦੋਂ ਚਾਰੋਂ ਪਾਸੇ ਪਿਆਰ ਹੀ ਪਿਆਰ ਹੋਏਗਾ ਤਾਂ ਫਿਰ ਹੁਣ ਜ਼ਰਾ ਸੋਚੋ, ਜਿਸ ਘਰ 'ਚ ਪਿਆਰ ਹੀ ਪਿਆਰ ਹੈ, ਅਸੀਂ ਕਹਿੰਦੇ ਲੈ ਵੀ ਇਹ ਘਰ ਤਾਂ ਸਵਰਗ ਵਾਂਗੂ ਹੈ, ਕਿੰਨੇ ਸੁੱਖ ਹੈ। ਤਾਂ ਜੇ ਸਭ ਦੇ ਦਿਲਾਂ 'ਚ ਪਿਆਰ ਪੈਦਾ ਹੋ ਜਾਵੇ ਤਾਂ ਫਿਰ ਖੁਸ਼ੀਆਂ ਹੀ ਖੁਸ਼ੀਆਂ। ਇਸ ਲਈ ਬੁੱਲੇ ਸ਼ਾਹ ਦੀ ਗੱਲ ਯਾਦ ਰੱਖਣੀ। ਬੁੱਲੇ ਸ਼ਾਹ ਕਹਿੰਦੇ ਤੁਸੀਂ ਕੁਝ ਬਣੇ ਸੀ ਤਾਂ ਮਾਰ ਪਈ, ਮੈਂ ਕੁਝ ਬਣਿਆ ਨਹੀਂ ਤਾਂ ਦੇਖੋ ਮੈਂ ਮੌਜਾਂ ਲਈਆਂ। ਹੁਣ ਤੁਸੀਂ ਜੇ ਮੌਜਾਂ ਲੈਣੀਆਂ ਤਾਂ ਫਿਰ ਆਪਣੇ ਰੂਪ ਨੂੰ ਪਹਿਚਾਣੋ, ਆਪਣੇ ਆਪ ਨੂੰ ਪਹਿਚਾਣੋ, ਆਪਣੇ ਅੰਦਰਲੇ ਨੂਰ ਨੂੰ ਪਹਿਚਾਣੋ। ਬੋਲੋ ਸਮਝਦੇ ਹੋ ਕਿ ਨਹੀਂ? दीपक जरे हो घट उजियारा, भीतर हर का खेला है, जाको समझ पड़े सोई ज्ञानी, नहीं तो माटी ढेला है। ਇਹ ਜਦੋਂ ਦੀਪਕ ਬਲੇਗਾ ਨਾ ਤੁਹਾਡੇ ਅੰਦਰ ਗਿਆਨ ਦਾ, ਜੋ ਕਿ ਮੁਰਸ਼ਦ ਕੋਲੋਂ ਹੀ ਮਿਲਦਾ ਹੈ, ਫਕੀਰਾਂ ਦੀ ਸੋਚ 'ਚ ਬਹਿ ਕੇ ਉਹ ਗਿਆਨ ਦਾ ਚਿਰਾਗ ਅੰਦਰ ਜਗਦਾ ਹੈ। ਦੀਪਕ ਜਰੇ ਹੋ ਘਟ ਉਜਿਆਰਾ, ਜਦੋਂ ਦੀਪਕ ਜਲਦਾ ਹੈ ਤਾਂ ਫਿਰ ਅੰਦਰ ਉਜਾਲਾ ਹੁੰਦਾ ਹੈ। ਫਿਰ ਬੰਦੇ ਨੂੰ ਅੰਦਰ ਨਜ਼ਰ ਆਉਂਦਾ ਕਿ ਭੀਤਰ ਹਰ ਕਾ ਖੇਲਾ ਹੈ, ਸਾਰਾ ਖੇਲ ਤਾਂ ਮੇਰਾ ਹਰੀ, ਉਹ ਮੇਰਾ ਰੱਬ, ਮੇਰਾ ਮਾਲਿਕ ਮੇਰੇ ਅੰਦਰ ਹੀ ਖੇਲ ਰਿਹਾ ਹੈ। ਜਾ ਕੋ ਸਮਝ ਪੜੇ ਸੋਈ ਗਿਆਨੀ, ਜਿਹਨਾਂ ਇਹ ਚੀਜ਼ ਨੂੰ ਸਮਝ ਲਿਆ ਉਹੀ ਗਿਆਨਵਾਨ ਹੈ, ਉਹੀ ਗਿਆਨੀ ਹੈ। ਤਾਂ ਜਿਹਨਾਂ ਨਹੀਂ ਸਮਝਿਆ, ਨਹੀਂ ਤਾਂ ਮਾਟੀ ਢੇਲਾ ਹੈ, ਨਹੀਂ ਤਾਂ ਮਾਟੀ ਦਾ ਢੇਲਾ ਹੈ। ਜਿਹਦਾ ਬੰਦਾ ਮਿੱਟੀ ਦਾ ਢੇਲਾ ਪਿਆ, ਢੇਰੀ ਪਈ ਹੈ ਮਿੱਟੀ ਦੀ। ਜੇ ਤੁਸੀਂ ਸਮਝੇ ਹੀ ਨਹੀਂ ਆਪਣੇ ਅੰਦਰਲੇ ਹਰੀ ਨੂੰ, ਆਪਣੇ ਅੰਦਰਲੇ ਪ੍ਰਮਾਤਮਾ ਨੂੰ, ਆਪਣੇ ਅੰਦਰਲੇ ਪ੍ਰਭੂ ਨੂੰ ਕਿ ਮੇਰੇ ਅੰਦਰ ਵੀ ਉਹੀ ਹੈ ਤਾਂ ਸਭ ਦੇ ਅੰਦਰ ਉਹੀ ਹੈ, ਜੇ ਸਮਝ ਲਿਆ ਤਾਂ ਫਿਰ ਤੁਸੀਂ ਗਿਆਨਵਾਨ ਹੋ। ਤਾਂ ਜੇ ਨਹੀਂ ਸਮਝਿਆ ਤਾਂ ਫਿਰ ਤੁਸੀਂ ਮਿੱਟੀ ਦੇ ਢੇਲੇ ਹੋ, ਫਿਰ ਤਾਂ ਤੁਸੀਂ ਮਿੱਟੀ ਦੇ ਬਣੇ ਹੋ, ਮਿੱਟੀ 'ਚ ਮਿਲ ਜਾਣਾ ਹੈ। ਇਸ ਲਈ ਇੱਕ ਗੱਲ ਜਾਂਦੇ ਜਾਂਦੇ ਕਹਾਂਗੇ, ਜਿਹਨੂੰ ਆਪਣੇ ਦਿਮਾਗ 'ਚ ਬਿਠਾ ਲੈਣਾ ਹੈ ਕਿ ਇੱਕ ਇਨਸਾਨ ਉਹ ਹੈ ਜੋ ਆਪਣੇ ਪੈਰਾਂ ਨਾਲ ਚੱਲਦਾ ਹੈ, ਔਰ ਪੈਰਾਂ ਨਾਲ ਚੱਲਣ ਵਾਲੀ ਸਾਰੀ ਦੁਨੀਆ ਹੈ। ਪਰ ਇੱਕ ਇਨਸਾਨ ਉਹ ਹੁੰਦੇ ਜੋ ਆਪਣੇ ਗਿਆਨ ਨਾਲ ਚੱਲਦੇ ਹੈ, ਆਪਣੀ ਸਮਝ ਨਾਲ ਚੱਲਦੇ ਹੈ। ਤੁਸੀਂ ਪੈਰਾਂ ਨਾਲ ਚੱਲਣ ਵਾਲਿਆਂ 'ਚ ਹੋ ਜਾਂ ਆਪਣੇ ਗਿਆਨ ਨਾਲ ਚੱਲਣ ਵਾਲਿਆਂ 'ਚ ਹੋ, ਇਹ ਤੁਸੀਂ ਫੈਸਲਾ ਕਰਨਾ ਹੈ। ਕਿਉਂਕਿ ਪੈਰਾਂ ਨਾਲ ਚੱਲਣ ਵਾਲਾ ਦਾ ਮਤਲਬ ਤੁਸੀਂ ਸਮਝਦੇ ਹੋ, ਗਿਆਨ ਨਾਲ ਚੱਲਣ ਵਾਲਾ ਜਿਹੜਾ ਚੱਲਦਾ ਹੈ ਤਾਂ ਹਰ ਚੀਜ਼ ਨੂੰ ਸਮਝ ਕੇ ਚੱਲਦਾ ਹੈ ਕਿ ਕਿਹੜੀ ਚੀਜ਼ ਮੇਰੇ ਵਾਸਤੇ ਅੱਛੀ ਹੈ, ਕਿਹੜੀ ਚੀਜ਼ ਮੇਰੇ ਵਾਸਤੇ ਮਾੜੀ ਹੈ, ਕਿਹੜੀ ਚੀਜ਼ ਮੈਨੂੰ ਮੇਰੇ ਰੱਬ ਦੇ ਨੇੜੇ ਲਿਜਾਣ ਵਾਲੀ ਹੈ ਤਾਂ ਕਿਹੜੀ ਚੀਜ਼ ਮੈਨੂੰ ਮੇਰੇ ਰੱਬ ਤੋਂ ਦੂਰ ਕਰਨ ਵਾਲੀ ਹੈ, ਕਿਹੜੀ ਚੀਜ਼ ਮੇਰੇ ਜੀਵਨ 'ਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਤਾਂ ਕਿਹੜੀ ਚੀਜ਼ ਮੇਰੇ ਜੀਵਨ 'ਚ ਤਕਲੀਫਾਂ, ਦੁੱਖ, ਪਰੇਸ਼ਾਨੀਆਂ ਲੈ ਕੇ ਆਉਣ ਵਾਲੀ ਹੈ। ਇਹਨੂੰ ਕਹਿੰਦੇ ਗਿਆਨ ਨਾਲ ਚੱਲਣਾ। ਇਸ ਲਈ ਗਿਆਨ ਨਾਲ ਚਲੋ, ਸਮਝ ਨਾਲ ਚਲੋ ਕਿ ਮੈਂ ਉਹ ਚਾਲ ਚਲਾਂ, ਆਪਣਾ ਜੀਵਨ ਇੱਦਾਂ ਜੀਵਾਂ, ਆਪਣੀ ਜ਼ਿੰਦਗੀ ਇੱਦਾਂ ਜੀਵਾਂ ਕਿ ਮੇਰੀ ਜ਼ਿੰਦਗੀ ਦਾ ਹਰ ਪਲ ਐਸਾ ਹੋਵੇ ਜੋ ਮੈਨੂੰ ਮੇਰੀ ਮੰਜ਼ਿਲ ਦੇ ਨੇੜੇ ਕਰ ਦੇਵੇ, ਜੋ ਮੈਨੂੰ ਮੇਰੇ ਮਾਲਿਕ ਨਾਲ ਜੋੜ ਦੇਵੇ, ਜੋ ਮੈਨੂੰ ਮੇਰੇ ਮਾਲਿਕ ਦੀਆਂ ਖੁਸ਼ੀਆਂ ਦੇ ਨੇੜੇ ਕਰ ਦੇਵੇ। ਇਸ ਲਈ ਚਲੋ ਵਿਸ਼ਵਾਸ ਦੇ ਨਾਲ, ਚਲੋ ਪ੍ਰੇਮ ਦੇ ਨਾਲ, ਕਿਉਂਕਿ ਦੁਨੀਆ ਚੱਲਦੀ ਹੈ। ਕੋਈ ਕਹਿੰਦਾ ਮੈਂ ਆਹ ਚੀਜ਼ ਲੈ ਕੇ ਚੱਲ ਰਿਹਾ ਤਾਂ ਤੁਸੀਂ ਇਹ ਗੱਲ ਕਹੋ ਮੈਂ ਆਪਣੇ ਮਾਲਿਕ ਦਾ ਪਿਆਰ ਲੈ ਕੇ ਚੱਲ ਰਿਹਾ, ਆਪਣੇ ਮਾਲਿਕ ਦਾ ਵਿਸ਼ਵਾਸ ਲੈ ਕੇ ਚੱਲ ਰਿਹਾ ਹਾਂ, ਮੈਂ ਆਪਣੇ ਮਾਲਿਕ ਦਾ ਗਿਆਨ ਲੈ ਕੇ ਚੱਲ ਰਿਹਾ ਹਾਂ। ਕਿਉਂਕਿ ਜ਼ਰਾ ਸੋਚ ਕੇ ਦੇਖੋ, ਜਿਹੜਾ ਕੌਨਫੀਡੈਂਸ ਨਾਲ ਚੱਲੇਗਾ ਉਹਦੀ ਚਾਲ ਕੈਸੀ ਹੋਏਗੀ, ਤਾਂ ਜਿਹੜਾ ਡਰ ਦੇ ਨਾਲ ਚੱਲੇਗਾ ਉਹਦੀ ਚਾਲ ਕੈਸੀ ਹੋਏਗੀ। ਸੋਚ ਕੇ ਦੇਖੋ, ਤੁਸੀਂ ਆਪੇ ਪਤਾ ਲੱਗ ਜਾਏਗਾ। ਇੱਕ ਡਰੇ ਹੋਏ ਇਨਸਾਨ ਦੀ ਤਸਵੀਰ ਲਿਆਓ ਅੱਖਾਂ ਮੂਹਰੇ ਤਾਂ ਸ਼ਾਇਦ ਆਵੇ ਹੱਥ ਪੈਰ ਕੰਬਦੇ ਹੋਏ ਹੈ। ਤਾਂ ਇੱਕ ਕੌਨਫੀਡੈਂਸ, ਪੂਰੇ ਵਿਸ਼ਵਾਸ ਨਾਲ ਭਰਿਆ ਹੋਇਆ ਇਨਸਾਨ ਤੁਰਿਆ ਜਾ ਰਿਹਾ, ਉਹਦੀ ਤਸਵੀਰ ਲਿਆਓ ਤਾਂ ਇਦਾਂ ਜਾ ਰਿਹਾ ਕਿ ਉਹਨੂੰ ਪਰਵਾਹ ਹੀ ਕਿਸੇ ਚੀਜ਼ ਦੀ ਹੈ ਨਹੀਂ। ਰਸਤੇ 'ਚ ਕੋਈ ਰੁਕਾਵਟ ਹੈ, ਕੋਈ ਪਰੇਸ਼ਾਨੀ, ਉਹਦਾ ਕੌਨਫੀਡੈਂਸ ਇੰਨਾ ਹਾਈ ਹੈ ਕਿ ਉਹਨੂੰ ਆਪਣੇ ਰੱਬ ਤੇ, ਆਪਣੇ ਮਾਲਿਕ ਤੇ ਇੰਨਾ ਯਕੀਨ ਹੈ ਕਿ ਉਹਦੇ ਰਸਤੇ 'ਚ ਆਉਣ ਵਾਲੀ ਹਰ ਚੀਜ਼ ਉਹਨੂੰ ਛੋਟੀ ਲੱਗਦੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਕਾਹਦੇ ਨਾਲ ਚੱਲਣਾ ਹੈ? ਕੌਨਫੀਡੈਂਸ ਨਾਲ। ਅੱਜ ਤੋਂ ਕਾਹਦੇ ਨਾਲ ਚੱਲਣਾ? ਮਾਲਿਕ ਦੇ ਵਿਸ਼ਵਾਸ ਨਾਲ, ਮਾਲਿਕ ਦੇ ਪ੍ਰੇਮ ਨਾਲ, ਕਿ ਮੈਂ ਆਪਣੇ ਮਾਲਿਕ ਦੇ ਪ੍ਰੇਮ ਨਾਲ ਚੱਲ ਰਿਹਾ, ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਚੱਲ ਰਿਹਾ ਹਾਂ। ਤਾਂ ਯਾਦ ਰੱਖੋ, ਜਿਹੜਾ ਮਾਲਿਕ ਦੇ ਪ੍ਰੇਮ, ਵਿਸ਼ਵਾਸ ਔਰ ਗਿਆਨ ਦੇ ਨਾਲ ਚੱਲਦਾ ਹੈ ਉਹਨੂੰ ਫਿਰ ਕਾਮਯਾਬੀ ਵੀ ਜ਼ਰੂਰ ਮਿਲਦੀ ਹੈ। ਔਰ ਜਿਸ ਤਰ੍ਹਾਂ ਅੱਜ ਸਤਸੰਗ 'ਚ ਦੱਸਿਆ, ਉਮੀਦ ਹੈ ਕਿ ਹੁਣ ਸਮਝ ਆ ਗਿਆ ਹੋਏਗਾ ਕਿ ਫਕੀਰਾਂ ਦੀ ਜਾਤ ਕੀ ਹੁੰਦੀ ਹੈ, ਫਕੀਰਾਂ ਦਾ ਮਜ਼ਹਬ ਕੀ ਹੁੰਦਾ ਹੈ, ਫਕੀਰਾਂ ਦਾ ਧਰਮ ਕੀ ਹੁੰਦਾ ਹੈ। ਉਮੀਦ ਹੈ ਕਿ ਹੁਣ ਪਤਾ ਲੱਗ ਗਿਆ ਹੋਏਗਾ। ਇਸ ਲਈ ਜੋ ਸਮਝਾਇਆ ਨਾ, ਹੁਣ ਅੱਜ ਉਹ ਚੀਜ਼ ਨੂੰ ਸਮਝ ਲੈਣਾ ਹੈ। ਇੱਕ ਵਾਰ ਫਿਰ ਪੁੱਛਾਂਗੇ, ਕਿਹੜੀ ਚੀਜ਼ ਸਾਨੂੰ ਜੋੜਦੀ ਹੈ? ਇਨਸਾਨੀਅਤ ਜੋੜਦੀ ਹੈ, ਪ੍ਰੇਮ ਸਾਨੂੰ ਜੋੜਦਾ ਹੈ। ਤਾਂ ਫਿਰ ਅੱਜ ਤੋਂ ਅਸੀਂ ਫੈਸਲਾ ਕਰ ਲੈਣਾ ਹੈ ਕਿ ਨਾ ਮੈਂ ਹਿੰਦੂ, ਨਾ ਮੈਂ ਮੁਸਲਮਾਨ, ਨਾ ਮੈਂ ਸਿੱਖ, ਨਾ ਮੈਂ ਈਸਾਈ, ਮੈਂ ਆਪਣੇ ਰੱਬ ਦਾ, ਆਪਣੇ ਮਾਲਿਕ ਦਾ ਬਣਾਇਆ ਇੱਕ ਇਨਸਾਨ ਜੋ ਪ੍ਰੇਮ ਦੇ ਨਾਲ ਭਰਿਆ ਹੈ, ਵਿਸ਼ਵਾਸ ਦੇ ਨਾਲ ਭਰਿਆ ਹੈ, ਆਪਣੇ ਮਾਲਿਕ ਦੇ ਗਿਆਨ ਨਾਲ ਭਰਿਆ ਹੋਇਆ ਹੈ ਕਿ ਮੈਂ ਸਾਰੇ ਪਾਸੇ ਪ੍ਰੇਮ ਹੀ ਬਣਦਾ ਜਾ ਰਿਹਾ ਹਾਂ, ਖੁਸ਼ੀਆਂ ਹੀ ਬਣਦਾ ਜਾ ਰਿਹਾ ਹਾਂ। ਔਰ ਯਾਦ ਰੱਖੋ, ਜਿਹੜਾ ਖੁਸ਼ੀਆਂ ਬਣਦਾ ਜਾਏਗਾ, ਹੁਣ ਜੇ ਇੱਕ ਕਿਸਾਨ ਕਣਕ ਦਾ ਛੱਟਾ ਦਿੰਦਾ ਜਾਏਗਾ ਤਾਂ ਕਣਕ ਹੀ ਮਿਲਣੀ ਹੈ। ਇਸੇ ਤਰ੍ਹਾਂ ਖੁਸ਼ੀਆਂ ਦੇ ਛੱਟੇ ਦਿੰਦੇ ਜਾਓ ਤਾਂ ਕਿ ਤੁਹਾਡੇ ਜੀਵਨ 'ਚ ਖੁਸ਼ੀਆਂ ਦੀ ਫਸਲ ਸਦਾ ਲਹਿਲਹਾਉਂਦੀ ਰਹੇ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਅੰਦਰਲੇ ਪਿਆਰ ਨੂੰ ਪਹਿਚਾਣੋ, ਆਪਣੇ ਅੰਦਰਲੀ ਉਹ ਸ਼ਕਤੀ ਨੂੰ ਪਹਿਚਾਣੋ
ਕਿ ਰੱਬ ਬੰਦੇ ਦੀ ਜਾਤ ਹੈ ਇੱਕੋ, ਜਿਵੇਂ ਕੱਪੜੇ ਦੀ ਜਾਤ ਹੈ ਰੂਹ, ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦੇ ਦੇ ਵਿੱਚ। ਹੁਣ ਕੌਣ ਹੈ ਤੁਹਾਡੇ ਵਿੱਚ ਲੁਕਿਆ? ਜਵਾਬ ਦੇ ਦਿਓ। ਉਹ ਮਾਲਿਕ ਲੁਕਿਆ ਕਿ ਨਹੀਂ? ਉਹ ਪ੍ਰਮਾਤਮਾ ਪ੍ਰਭੂ ਲੁਕਿਆ ਕਿ ਨਹੀਂ? ਤਾਂ ਹੁਣ ਜ਼ਰਾ ਗੌਰ ਕਰੋ, ਉਹ ਕੱਪੜੇ ਦੇ ਅੰਦਰ ਜੋ ਲੁਕਿਆ ਨਾ, ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਕੱਪੜੇ ਦੇ ਰੰਗਾਂ 'ਚ ਨਾ ਉਲਝੇ ਰਹਿ ਜਾਓ ਕਿ ਭਗਵਾ ਪਾ ਲਿਆ ਤਾਂ ਹਿੰਦੂ ਹੋ ਗਏ, ਆਹ ਪਾ ਲਿਆ ਤਾਂ ਮੁਸਲਮਾਨ ਹੋ ਗਏ, ਉਹ ਪਾ ਲਿਆ ਤਾਂ ਸਿੱਖ ਹੋ ਗਏ, ਉਹ ਪਾ ਲਿਆ ਤਾਂ ਈਸਾਈ ਹੋ ਗਏ। ਇਹਨਾਂ ਰੰਗਾਂ ਦੇ ਵਿੱਚ ਨਾ ਉਲਝੋ, ਬਲਕਿ ਜਿਸ ਚੀਜ਼ ਤੋਂ ਚੀਜ਼ ਬਣੀ ਹੈ, ਇਹ ਸਰੀਰ ਦੇ ਪਹਿਰਾਵੇ ਤੋਂ ਨਾ ਉਲਝ ਜਾਓ। ਦੇਖ ਕੇ ਇਹਦੇ ਅੰਦਰ ਜੋ ਬੈਠਾ ਹੈ, ਚਲਾ ਰਿਹਾ ਹੈ, ਉਹਨੂੰ ਪਹਿਚਾਣੋ ਕਿ ਮੇਰੇ ਅੰਦਰ ਉਹ ਮੇਰਾ ਮਾਲਿਕ ਹੈ, ਉਹਦਾ ਨੂਰ ਹੈ, ਉਹੀ ਤਾਂ ਹੈ ਮੈਨੂੰ ਚਲਾਉਣ ਵਾਲਾ। ਇਸ ਲਈ ਅੱਜ ਤੋਂ ਮੈਂ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਚੱਲਣਾ ਹੈ, ਆਪਣੇ ਮਾਲਿਕ ਦੇ ਭਰੋਸੇ ਨਾਲ ਚੱਲਣਾ ਹੈ, ਆਪਣੇ ਮਾਲਿਕ ਦੇ ਪ੍ਰੇਮ ਨਾਲ ਚੱਲਣਾ ਹੈ। ਸੋ ਕਹਿ ਦਿਓ ਕਿ ਮੈਨੂੰ ਆਪਣੇ ਮਾਲਿਕ ਨਾਲ ਬਹੁਤ ਹੈਗਾ ਕਿ ਨਹੀਂ ਪਿਆਰ? ਜਿਹਨੂੰ ਹੈ ਤਾਂ ਫਿਰ ਕਹਿ ਦਿਓ ਕਿ ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਨਾਲ ਬਹੁਤ। ਹੁਣ ਮਾਲਕ ਦੀ ਆਵਾਜ਼ ਤਾਂ ਤੁਸੀਂ ਸੁਣ ਨਹੀਂ ਸਕਦੇ, ਇਸ ਲਈ ਸਾਨੂੰ ਹੀ ਜਵਾਬ ਦੇਣਾ ਪੈਣਾ। ਜੇ ਤੁਹਾਨੂੰ ਮਾਲਕ ਨਾਲ ਪਿਆਰ ਹੈ ਤਾਂ ਉਹ ਮਾਲਕ ਵੀ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ। ਉਹ ਕਹਿੰਦੇ ਨਾ, ਜੀਣ ਨਾਮ ਦੇ ਸਹਾਰੇ। ਕੀ ਕਰੀਏ, ਤੁਸੀਂ ਹੋ ਹੀ ਇੰਨੇ ਅੱਛੇ। ਜਦੋਂ ਕੋਈ ਚੀਜ਼ ਅੱਛੀ ਹੋਵੇ ਤਾਂ ਨਾ ਚਾਹ ਕੇ ਵੀ ਪਿਆਰ ਹੋ ਜਾਂਦਾ ਹੈ। ਤੁਸੀਂ ਸਾਰੇ ਇੰਨੇ ਅੱਛੇ ਹੋ, ਉਹ ਮਾਲਿਕ ਨੇ ਤੁਹਾਨੂੰ ਇੰਨਾ ਅੱਛਾ ਬਣਾਇਆ ਹੈ ਕਿ ਤਾਂ ਹੀ ਤਾਂ ਉਹ ਤੁਹਾਨੂੰ ਇੰਨਾ ਪਿਆਰ ਕਰਦਾ ਹੈ। ਪਰ ਸਾਨੂੰ ਇੱਕ ਨਹੀਂ ਸੀ ਸਮਝ ਆਉਂਦੀ, ਤੁਸੀਂ ਕਿਉਂ ਆਪਣੇ ਆਪ ਨੂੰ ਨਿੰਦਦੇ ਰਹਿੰਦੇ ਹੋ? ਮੈਂ ਮਾੜਾ, ਮੈਂ ਬੁਰਾ, ਮੈਂ ਇੱਦਾਂ, ਮੈਂ ਉੱਦਾਂ। ਅੱਜ ਤੋਂ ਇਹ ਨਿੰਦਿਆ ਬੰਦ ਕਰੋ ਆਪਣੀ। ਤੁਸੀਂ ਬਹੁਤ ਅੱਛੇ ਹੋ, ਬਹੁਤ ਪਿਆਰੇ ਹੋ। ਬੋਲੋ, ਮੰਨੋਗੇ ਕਿ ਨਹੀਂ ਸਾਡੀ ਗੱਲ? ਕਿਹੜਾ ਕਿਹੜਾ ਸਾਡੀ ਗੱਲ ਮੰਨਦਾ ਹੈ? ਸਾਰੇ ਮੰਨਦੇ ਹੋ ਨਾ? ਤਾਂ ਅੱਜ ਤੋਂ ਫਿਰ ਸਾਡੀ ਗੱਲ ਇਹ ਮੰਨਣੀ ਹੈ, ਤੁਸੀਂ ਇਹ ਦੁਨੀਆ ਦੇ ਸਭ ਤੋਂ ਪਿਆਰੇ ਇਨਸਾਨ ਹੋ, ਚਾਹੇ ਔਰਤ ਹੋ ਚਾਹੇ ਮਰਦ ਹੋ, ਬੱਚੇ ਹੋ ਬੁੜੇ ਹੋ। ਤੁਸੀਂ ਇਹ ਦੁਨੀਆ ਦੇ, ਕਿਉਂਕਿ ਅਸੀਂ ਇਨਸਾਨ ਤਾਂ ਕਰੇ, ਇਨਸਾਨ ਵਿੱਚ ਔਰਤ ਮਰਦ ਬੱਚਾ ਬੁੜਾ ਸਭ ਕੁਝ ਆ ਜਾਂਦਾ ਹੈ, ਛੋਟਾ ਬੜਾ ਅਮੀਰ ਗਰੀਬ ਸਭ ਕੁਝ ਹੀ ਹੈ, ਕਿਉਂਕਿ ਬੰਦੇ ਦੀ ਸੋਚ ਨੇ ਅਮੀਰ ਗਰੀਬੀ ਪੈਦਾ ਕੀਤੀ। ਇਨਸਾਨ ਤਾਂ ਇਨਸਾਨ ਹੈ। ਇਸ ਲਈ ਤੁਸੀਂ ਸੰਸਾਰ ਦੇ ਸਭ ਤੋਂ ਪਿਆਰੇ ਇਨਸਾਨ ਹੋ, ਤੁਸੀਂ ਸੰਸਾਰ ਦੇ ਸਭ ਤੋਂ ਅੱਛੇ ਇਨਸਾਨ ਹੋ, ਤੁਸੀਂ ਸੰਸਾਰ ਦੇ ਸਭ ਤੋਂ ਨੇਕ ਇਨਸਾਨ ਹੋ। ਤੁਹਾਡੇ ਅੰਦਰ ਕੋਈ ਬੁਰਾਈ ਨਹੀਂ ਹੈ, ਤੁਸੀਂ ਅੱਛਾਈ ਨਾਲ ਭਰੇ ਹੋਏ ਹੋ। ਬਸ ਅੱਜ ਇਹ ਮੰਨ ਕੇ ਜਾਣਾ ਕਿ ਮੈਂ ਅੱਛਾਈ ਨਾਲ ਭਰਪੂਰ ਹਾਂ, ਮੈਂ ਪ੍ਰੇਮ ਨਾਲ ਭਰਪੂਰ ਹਾਂ, ਮੈਂ ਆਪਣੇ ਮਾਲਿਕ ਦੇ ਵਿਸ਼ਵਾਸ ਨਾਲ ਭਰਪੂਰ ਹੈ। ਅੱਜ ਇਹ ਮੰਨ ਕੇ ਜਾਣਾ। ਬੋਲੋ, ਮੰਨੋਗੇ ਕਿ ਨਹੀਂ? ਯਕੀਨ ਕਰੋਗੇ ਕਿ ਨਹੀਂ? ਫਿਰ ਅੱਜ ਤੋਂ ਆਪਣੇ ਆਪ ਨੂੰ ਮਾੜਾ ਕਹਿਣਾ ਬੰਦ ਕਰ ਦਿਓ, ਆਪਣੇ ਆਪ ਨੂੰ ਬੁਰਾ ਕਹਿਣਾ ਬੰਦ ਕਰ ਦੇਣਾ। ਸ਼ੀਸ਼ਾ ਵੀ ਦੇਖਣਾ ਤੇ ਕਹਿਣਾ, ਮੈਂ ਬਹੁਤ ਪਿਆਰਾ ਇਨਸਾਨ ਹਾਂ, ਮੈਂ ਬਹੁਤ ਅੱਛਾ ਇਨਸਾਨ ਹਾਂ, ਮੈਂ ਮਾਲਿਕ ਦੇ ਪ੍ਰੇਮ ਨਾਲ ਵਿਸ਼ਵਾਸ ਨਾਲ ਭਰਪੂਰ ਇਨਸਾਨ ਹੈ। ਐਵੇਂ ਇਹ ਨਾ ਕਿ ਲੈ ਮੇਰਾ ਢਿੱਡ ਮੋਟਾ ਹੈ, ਮੇਰਾ ਰੰਗ ਕਾਲਾ ਹੈ, ਮੇਰਾ ਕੱਦ ਛੋਟਾ ਹੈ। ਉਦਾਹਰਨ ਦੇ ਰਹੇ ਬੰਦੇ ਬਹੁਤ ਇੱਦਾਂ ਦੇ ਨੇ, ਸ਼ੀਸ਼ਾ ਦੇਖ ਕੇ ਆਪਣੇ ਨੁਕਸ ਕੱਢਦੇ ਰਹਿੰਦੇ ਆ ਮੇਰਾ ਨੱਕ ਟੇਢਾ ਜਿਹਾ ਹੈ, ਆ ਮੇਰੇ ਬੁੱਲ ਇੱਦਾਂ ਦੇ ਹੈ, ਆ ਮੇਰੇ ਗੰਜ ਜਿਹੀ ਪੈ ਗਈ ਹੈ। ਬਹੁਤ ਬੰਦੇ ਆ ਜਿਹੜੇ ਆਪਣੇ ਸਰੀਰ ਨੂੰ ਨਿੰਦਦੇ ਰਹਿੰਦੇ ਆ, ਆਪਣੇ ਵਿੱਚ ਨੁਕਸ ਕੱਢੀ ਜਾਂਦੇ ਆ। ਹੁਣ ਜੇ ਤੁਸੀਂ ਆਪਣੇ 'ਚ ਨੁਕਸ ਕੱਢਦੇ ਹੋ ਤਾਂ ਦੁਨੀਆ ਦਾ ਕੱਢਣਾ ਹੀ ਹੈ। ਹੁਣ ਫਰਜ਼ ਕਰੋ ਇੱਕ ਬੰਦੇ ਨੇ ਕੋਈ ਚੀਜ਼ ਬਣਾਈ, ਉਹ ਆਪ ਬਣਾ ਕੇ ਉਹ 'ਚ ਨੁਕਸ ਕੱਢੀ ਜਾਂਦਾ ਹੈ, ਤਾਂ ਦੂਜੇ ਨੇ ਤਾਂ ਕੱਢਣਾ ਹੀ ਹੈ। ਹੁਣ ਤੁਸੀਂ ਆਪਣੇ ਸਰੀਰ 'ਚ ਨੁਕਸ ਕੱਢੀ ਜਾਂਦੇ ਹੋ। ਇਹ ਯਾਦ ਰੱਖੋ, ਤੁਸੀਂ ਜਿੱਦਾਂ ਦੇ ਵੀ ਹੋ ਨਾ, ਜੈਸੇ ਵੀ ਹੋ, ਹਾਈਟ ਛੋਟੀ ਹੈ ਜਾਂ ਬੜੀ ਹੈ, ਰੰਗ ਕੋਰਾ ਹੈ ਜਾਂ ਕਾਲਾ ਹੈ, ਨੈਣ ਨਕਸ਼ ਜਿੱਦਾਂ ਦੇ ਮਰਜ਼ੀ ਹੈ, ਤੁਸੀਂ ਬਹੁਤ ਪਿਆਰੇ ਹੋ, ਕਿਉਂਕਿ ਤੁਹਾਨੂੰ ਉਸ ਮਾਲਿਕ ਨੇ ਬਣਾਇਆ ਹੈ, ਉਹ ਸਰਵ ਸ਼ਕਤੀਸ਼ਾਲੀ ਨੇ ਬਣਾਇਆ ਹੈ। ਔਰ ਉਹਦੀ ਬਣਾਈ ਕੋਈ ਚੀਜ਼ ਮਾੜੀ ਹੋ ਹੀ ਨਹੀਂ ਸਕਦੀ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਨਾ ਆਪਣੇ ਦੰਦਾਂ ਨੂੰ ਟੇਢੇ ਮੇਢੇ ਕਹਿਣਾ, ਨਾ ਆਪਣੇ ਨੱਕ ਨੂੰ, ਨਾ ਆਪਣੇ ਰੂਪ ਰੰਗ ਨੂੰ। ਕਹੋ ਜੋ ਵੀ ਆ, ਮੈਨੂੰ ਸਰਵ ਸ਼ਕਤੀਸ਼ਾਲੀ ਮਾਲਿਕ ਨੇ ਬਣਾਇਆ ਜੋ ਪਰਫੈਕਟ ਹੈ, ਪੂਰਾ ਹੈ। ਔਰ ਜੋ ਉਸਨੇ ਮੈਨੂੰ ਬਣਾਇਆ ਹੈ ਤਾਂ ਮੈਨੂੰ ਪੂਰਨ ਹੀ ਬਣਾਇਆ ਹੈ, ਕਿਉਂਕਿ ਇੱਕ ਪੂਰਨ ਤੋਂ ਅਧੂਰਾ ਕਦੀ ਬਣ ਹੀ ਨਹੀਂ ਸਕਦਾ। ਇੱਕ ਸੰਪੂਰਨ ਸੰਪੂਰਨ ਹੀ ਬਣਾ ਸਕਦੇ। ਲੈ ਕਹਿ ਦਿਆ ਕਰੋ, ਮੈਂ ਸੰਪੂਰਨ ਹੂੰ, ਮੈਂ ਸਰਵੋਤਮ ਹੂੰ, ਮੈਂ ਮਹੱਤਵਪੂਰਨ ਹੂੰ, ਮੈਂ ਸੰਪੂਰਨ ਹੂੰ। ਢਿੱਲੇ ਜਿਹੇ ਹੋ ਕੇ ਨਾ ਗਿਆ ਕਰੋ, ਫਿਰ ਅਸਰ ਜਿਹਾ ਨਹੀਂ ਆਉਂਦਾ, ਕਿਉਂਕਿ ਫਿਰ ਤਾਂ ਤੁਸੀਂ ਕਾਹਦੇ ਸੰਪੂਰਨ ਹੋ। ਇਹਲੇ ਜਦੋਂ ਕੁਝ ਕਹਿਣਾ ਹੋਵੇ ਨਾ, ਜਿੰਨਾ ਸਾਡਾ ਜੋਸ਼ ਹੋਵੇ, ਅਸੀਂ ਹਮੇਸ਼ਾ ਦੱਸੀਦਾ, ਤੁਸੀਂ ਪਤਾ ਨਹੀਂ ਐਡੇ ਮੋਟੇ ਮੋਟੇ ਕੋਟ ਪਾ ਕੇ ਕਿੱਦਾਂ ਬਹਿ ਜਾਂਦੇ ਹੋ। ਸਮਝਦੇ ਹੋ ਕਿ ਨਹੀਂ? ਦੇਖੀਦਾ ਇੰਨਾ ਗਰਮ ਮੌਸਮ ਹੈ, ਤੁਸੀਂ ਇਤਨਾ ਇਕੱਠੇ ਹੋ ਕੇ ਬੈਠੇ ਹੋ, ਜਰਾ ਜੋਸ਼ ਲਿਆਓ ਆਪਣੇ ਅੰਦਰ। ਮੈਂ ਸੰਪੂਰਨ ਹੂੰ। ਕਿਉਂ ਸੰਪੂਰਨ ਆ? ਕਿਉਂਕਿ ਮੈਨੂੰ ਸੰਪੂਰਨ ਪਰਮਾਤਮਾ ਨੇ ਬਣਾਇਆ। ਉਹਨੂੰ ਅਧੂਰਾ ਮੰਨਦੇ ਹੋ ਜਾਂ ਪੂਰਨ ਮੰਨਦੇ ਹੋ? ਉਹਨੂੰ ਪੂਰਨ ਮੰਨਦੇ ਹੋ ਨਾ, ਫਿਰ ਤੁਹਾਨੂੰ ਕਿਹਨਾਂ ਬਣਾਇਆ ਹੈ? ਉਸ ਮਾਲਿਕ ਨੇ। ਤਾਂ ਫਿਰ ਉਹਦੀ ਬਣਾਈ ਹੋਈ ਚੀਜ਼ ਅਧੂਰੀ ਕਿੱਦਾਂ ਹੋ ਸਕਦੀ ਹੈ? ਇਸ ਲਈ ਕਹੋ, ਮੈਂ ਸੰਪੂਰਨ ਹੂੰ, ਮੈਂ ਮਹੱਤਵਪੂਰਨ ਹੂੰ। ਮਹੱਤਵਪੂਰਨ ਦਾ ਮਤਲਬ ਸਮਝਦੇ ਹੋ ਨਾ, ਕਿ ਮੇਰਾ ਬਹੁਤ ਮਹੱਤਵ ਹੈ, ਮੈਂ ਵੀ ਨਹੀਂ ਐਰਾ ਗੈਰਾ।
ਮੈਂ ਬਹੁਤ ਮਹੱਤਵਪੂਰਨ ਹੈ ਸੰਸਾਰ ਵਾਸਤੇ, ਇਹ ਦੁਨੀਆ ਵਾਸਤੇ, ਕਿਉਂਕਿ ਜੇ ਮਹੱਤਵਪੂਰਨ ਨਾ ਹੁੰਦੇ ਤਾਂ ਉਹਨਾਂ ਤੁਹਾਨੂੰ ਜਨਮ ਹੀ ਨਹੀਂ ਦੇਣਾ ਸੀ। ਜੇ ਤੁਸੀਂ ਬੈਠੇ ਹੋ ਨਾ, ਸਾਹ ਲੈ ਰਹੇ ਹੋ, ਜੀ ਰਹੇ ਹੋ, ਤਾਂ ਇਹਦਾ ਮਤਲਬ ਤੁਸੀਂ ਮਹੱਤਵਪੂਰਨ ਹੋ। ਇਹਦਾ ਜ਼ਰਾ ਜਵਾਬ ਦਿਓ ਸਾਨੂੰ। ਤੁਹਾਡੇ ਘਰ 'ਚ ਕੋਈ ਚੀਜ਼ ਇਦਾਂ ਦੀ ਹੋਵੇ ਜਿਹੜੀ ਕਿਸੇ ਕੰਮ ਦੀ ਨਾ ਹੋਵੇ, ਕਿੱਥੇ ਹੁੰਦੀ ਪਈ ਉਹ? ਤੁਸੀਂ ਘਰ ਦੇ ਚੱਕ ਕੇ ਬਾਹਰ ਕੂੜੇ ਤੇ ਸਿੱਟ ਦਿੰਦੇ ਹੋ, ਮੇਰੇ ਬੇਕਾਰ ਦੀ ਚੀਜ਼ ਹੈ, ਮੇਰੇ ਕੰਮ ਦੀ ਨਹੀਂ, ਚੱਕ ਕੇ ਬਾਹਰ ਮਾਰਾਂ। ਜੇ ਤੁਸੀਂ ਬੇਕਾਰ ਦੇ ਹੁੰਦੇ ਤਾਂ ਰੱਬ ਨੇ ਕਦੋਂ ਦਾ ਦੁਨੀਆ ਤੋਂ ਐਉਂ ਚੱਕ ਲੈਣਾ ਸੀ। ਕਹਿੰਦਾ ਲੈ ਬੇਕਾਰ ਬੰਦਾ, ਇੱਥੇ ਮੈਂ ਕਿੱਥੇ ਖੜਾ ਹੈ, ਕੱਢਾਂ ਇਹਨੂੰ ਬਾਹਰ ਦੁਨੀਆ ਤੋਂ। ਪਰ ਜੇ ਹਾਲੇ ਵੀ ਤੁਸੀਂ ਚੱਲ ਰਹੇ ਹੋ, ਫਿਰ ਰਹੇ ਹੋ, ਤੁਰ ਰਹੇ ਹੋ, ਖਾ ਰਹੇ ਹੋ, ਪੀ ਰਹੇ ਹੋ, ਜ਼ਿੰਦਗੀ ਮਿਲ ਰਹੀ ਹੈ, ਤਾਂ ਇਹਦਾ ਮਤਲਬ ਤੁਸੀਂ ਮਹੱਤਵਪੂਰਨ ਹੋ, ਤੁਹਾਡਾ ਮਹੱਤਵ ਹੈ ਕੋਈ, ਬੇਕਾਰ ਨਹੀਂ ਹੋ ਤੁਸੀਂ। ਨਹੀਂ ਤਾਂ ਘਰ ਦਾ ਮਾਲਿਕ ਬੇਕਾਰ ਚੀਜ਼ ਘਰ 'ਚ ਨਾ ਰੱਖੇ, ਤਾਂ ਦੁਨੀਆ ਦਾ ਮਾਲਿਕ, ਸੰਸਾਰ ਦਾ ਮਾਲਿਕ ਬੇਕਾਰ ਚੀਜ਼ ਸੰਸਾਰ 'ਚ ਨਾ ਰੱਖੇ। ਉਹਨੂੰ 1 ਮਿੰਟ ਲੱਗਣਾ, 1 ਮਿੰਟ ਵੀ ਜ਼ਿਆਦਾ ਕਹਤਾ, 1 ਸੈਕਿੰਡ ਲੱਗਣਾ, ਚੱਲ ਵੀ ਬੇਕਾਰ ਨਿਕਲ, ਨਾਲ ਹੀ ਸਾਂਸ। ਕਿੰਨਾ ਟਾਈਮ ਲੱਗਦਾ ਬੰਦੇ ਨੂੰ ਜਾਨ ਨਿਕਲਣ ਨੂੰ? 1 ਸੈਕਿੰਡ। ਇਸ ਲਈ ਤੁਸੀਂ ਸੰਪੂਰਨ ਹੋ, ਤੁਸੀਂ ਮਹੱਤਵਪੂਰਨ ਹੋ। ਇਹ ਗੱਲ ਆਪਣੇ ਅੰਦਰ ਯਾਦ ਰੱਖਣਾ ਹੈ। ਜੇ ਸਾਡੀ ਗੱਲ ਮੰਨਦੇ ਹੋ ਤਾਂ 3 ਚੀਜ਼ਾਂ ਆਪਣੇ ਦਿਲ 'ਚ ਬਿਠਾ ਲਓ। ਆਪਣੀ ਨਿੰਦਿਆ ਕਰਨੀ, ਆਪਣੇ ਆਪ ਨੂੰ ਬੁਰਾ ਕਹਿਣਾ ਬੰਦ ਕਰ ਦਿਓ ਅੱਜ ਤੋਂ, ਕਿਉਂਕਿ ਆਪਣੀ ਨਿੰਦਿਆ ਕਰਕੇ ਤੁਸੀਂ ਆਪਣੇ ਆਪ ਨੂੰ ਤਕਲੀਫ ਦੇ ਰਹੇ ਹੋ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਕਈ ਵਾਰ ਦੇਖਿਆ ਬੰਦਾ ਦੂਜੇ ਨਾਲ ਕੰਪੇਅਰ ਕਰਕੇ ਆਪ ਦੁਖੀ ਹੁੰਦਾ ਰਹਿੰਦਾ, ਲੈ ਉਹਦਾ ਰੰਗ ਗੋਰਾ, ਮੇਰਾ ਕਾਲਾ, ਉਹਦਾ ਹਾਈਟ ਲੰਬੀ, ਮੇਰੀ ਹਾਈਟ ਛੋਟੀ, ਆਪਣਾ ਦੁਖੀ ਹੁੰਦਾ ਰਹਿੰਦਾ ਸੋਚ ਸੋਚ ਕੇ। ਹੋ ਸਕਦਾ ਉਹ ਸੋਚਦਾ ਹੋਵੇ ਉਹ ਮੇਰੀ ਹਾਈਟ ਜ਼ਿਆਦਾ ਲੰਬੀ, ਕਾਸ਼ ਇੱਦਾਂ ਦੀ ਹੁੰਦੀ ਮੇਰੀ। ਕਹਿੰਦੇ ਨੇ ਇੱਕ ਸੇਠ ਮਰਸਡੀ ਗੱਡੀ 'ਚ ਬੈਠਾ ਜਾ ਰਿਹਾ ਸੀ, S ਕਲਾਸ, ਔਰ ਇੱਕ ਸਾਹਮਣੇ ਗਰੀਬ ਬੰਦਾ ਬੈਠਾ ਗਰਮ ਗਰਮ ਜਲੇਬੀ ਪਲੇਟ 'ਚ ਰੱਖ ਕੇ ਖਾ ਰਿਹਾ ਹੈ। ਸੇਠ ਦੀ ਗੱਡੀ ਕੋਲ ਦੀ ਲੰਘੀ, ਉਹ ਗਰੀਬ ਬੰਦਾ ਦੇਖ ਰਿਹਾ ਹੈ, ਆਹ ਲਾਈਫ ਹੈ, ਆਹ ਜ਼ਿੰਦਗੀ ਹੈ, ਸੇਠ ਦੀ ਗੱਡੀ, S ਕਲਾਸ ਗੱਡੀ, 1 ਕਰੋੜ ਦੀ ਗੱਡੀ 'ਚ ਬੈਠਾ ਸੇਠ ਜਾ ਰਿਹਾ, ਜ਼ਿੰਦਗੀ ਤਾਂ ਆ, ਇੱਦਾਂ ਦੀ ਜ਼ਿੰਦਗੀ ਚਾਹੀਦੀ ਹੈ ਮੈਨੂੰ। ਉੱਧਰ ਸੇਠ ਬੈਠਾ ਦੇਖ ਰਿਹਾ ਹੈ, ਜ਼ਿੰਦਗੀ ਤਾਂ ਆ, ਕਿੱਦਾਂ ਗਰਮ ਗਰਮ ਜਲੇਬੀ ਖਾ ਰਿਹਾ ਹੈ, ਸ਼ੂਗਰ ਕਰਕੇ ਮੈਂ ਜਲੇਬੀ ਨਹੀਂ ਖਾ ਸਕਦਾ, ਡਾਕਟਰ ਨੇ ਮੈਨੂੰ ਬ੍ਰੈਡ ਹੀ ਦੱਸਿਆ ਕਿ ਦੁੱਧ ਹੀ ਭੇ ਕੇ ਬ੍ਰੈਡ ਹੀ ਖਾਣੇ, ਹੋਰ ਕੁਝ ਖਾ ਹੀ ਨਹੀਂ ਸਕਦਾ, ਜ਼ਿੰਦਗੀ ਤਾਂ ਆ, ਜੋ ਮਰਜ਼ੀ ਖਾਵੇ। ਹੁਣ ਦੇਖੋ ਜ਼ਿੰਦਗੀ ਕਿਹਦੀ ਹੈ? ਬਾਹਰ ਵਾਲਾ ਸੋਚ ਰਿਹਾ ਉਹਦੀ ਜ਼ਿੰਦਗੀ ਚੰਗੀ, ਉਹ ਸੋਚ ਰਿਹਾ ਉਹਦੀ ਜ਼ਿੰਦਗੀ ਚੰਗੀ, ਪਰ ਜ਼ਿੰਦਗੀ ਚੰਗੀ ਕਿੱਥੇ ਹੈ? ਬੋਲੋ ਸਮਝਦੇ ਹੋ ਕਿ ਨਹੀਂ? ਜ਼ਿੰਦਗੀ ਚੰਗੀ ਹੈ ਜਿਹਨਾਂ ਜੀਵਨ ਨੂੰ ਸਮਝ ਲਿਆ ਕਿ ਮੇਰੇ ਅੰਦਰ ਆਨੰਦ ਹੈ, ਮੇਰੇ ਅੰਦਰ ਖੁਸ਼ੀ ਹੈ, ਮੇਰੇ ਅੰਦਰ ਸ਼ਾਂਤੀ ਹੈ, ਔਰ ਇਹ ਮਿਲ ਸਕਦੀ ਹੈ ਵਿਸ਼ਵਾਸ ਨਾਲ, ਯਕੀਨ ਨਾਲ। ਬੋਲੋ ਸਮਝਦੇ ਹੋ ਕਿ ਨਹੀਂ? ਜਦੋਂ ਮੰਨ ਲਵਾਂਗੇ ਮੈਂ ਮਹੱਤਵਪੂਰਨ ਹਾਂ। ਹੁਣ ਜੇ ਉਹ ਗਰੀਬ ਮੰਨ ਲਵੇ ਕਿ ਲੈ ਬੇਸ਼ੱਕ ਮੇਰੇ ਕੋਲ ਗੱਡੀ ਨਹੀਂ ਹੈ, ਪਰ ਮੈਂ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹਾਂ, ਮੈਂ ਵੀ ਸਰਵੋਤਮ ਹਾਂ, ਮੈਂ ਵੀ ਮਹੱਤਵਪੂਰਨ ਹਾਂ, ਮੈਂ ਵੀ ਉੱਤਮ ਹਾਂ, ਤਾਂ ਫਿਰ ਉਹਦੀ ਸਾਰੀ ਤਕਲੀਫ ਦੁੱਖ 1 ਸੈਕਿੰਡ 'ਚ ਦੂਰ। ਬੋਲੋ ਹੋਏਗਾ ਕਿ ਨਹੀਂ? ਹੁਣ ਤੁਸੀਂ ਕਹੋ ਜੀ ਉਹ ਕੋਈ ਗੱਡੀ ਮੇਰੇ ਕੋਲ ਹੈ ਨਹੀਂ, ਦੁਖੀ, ਪਰ ਤੁਸੀਂ ਕਹੋ ਬੇਸ਼ੱਕ ਮੇਰੇ ਕੋਲ ਗੱਡੀ ਨਹੀਂ ਹੈ, ਪਰ ਫਿਰ ਵੀ ਮੈਂ ਦੁਨੀਆ ਦਾ ਸਭ ਤੋਂ ਸਰਵੋਤਮ ਇਨਸਾਨ ਹੈ, ਮਹੱਤਵਪੂਰਨ ਇਨਸਾਨ ਹੈ, ਮੇਰਾ ਕੋਈ ਮਹੱਤਵ ਹੈ। ਨਹੀਂ ਤਾਂ ਅੱਜ ਮੈਂ ਦੁਨੀਆ ਤੇ ਹੋਣਾ ਹੀ ਨਹੀਂ ਸੀ, ਕਿਉਂਕਿ ਬੇਕਾਰ ਚੀਜ਼ਾਂ ਰੱਬ ਦੁਨੀਆ ਤੇ ਛੱਡਦਾ ਹੀ ਨਹੀਂ ਹੈ। ਤੁਹਾਡੇ ਹੱਥ ਪੈਰ ਚੱਲਦੇ ਆ ਨਾ, ਸ਼ੁਕਰ ਕਰੀਏ ਮੈਂ ਮਹੱਤਵਪੂਰਨ ਹੈ। ਨਿੰਦਿਆ ਨਾ ਕਰੋ ਆਪਣੇ ਆਪ ਦੀ। ਇਸ ਲਈ ਅੱਜ ਤੋਂ ਤਾਰੀਫ ਕਰਨੀ ਹੈ ਆਪਣੀ ਵੀ, ਤਾਂ ਆਪਣੇ ਬਣਾਉਣ ਵਾਲੇ ਉਹ ਮਾਲਿਕ ਦੀ ਵੀ, ਕਿਉਂਕਿ ਇੱਕ ਮੂਰਤੀਕਾਰ ਦੀ ਵੀ ਤਾਰੀਫ ਹੁੰਦੀ ਹੈ ਉਦੋਂ ਜਦੋਂ ਮੂਰਤੀ ਦੀ ਤਾਰੀਫ ਹੁੰਦੀ ਹੈ। ਹੁਣ ਮੂਰਤੀ ਦੀ ਨਿੰਦਿਆ ਹੋਈ ਜਾਵੇ ਤਾਂ ਮੂਰਤੀਕਾਰ ਦੀ ਤਾਰੀਫ ਕਰੀ ਜਾਓ, ਉਹ ਝੂਠੀ ਹੈ। ਆਪਣੀ ਨਿੰਦਿਆ ਕਰੀ ਜਾਓ, ਰੱਬ ਦੀਆਂ ਤਾਰੀਫਾਂ ਕਰੀ ਜਾਓ, ਆਪਣੇ ਆਪ ਨੂੰ ਬੁਰਾ ਕਹੀ ਜਾਓ, ਮੈਂ ਪਾਪੀ ਤਾਂ ਰੱਬ ਪਾਕ। ਇੱਕ ਪਾਕ ਤੋਂ ਪਾਪੀ ਚੀਜ਼ ਬਣ ਕਿੱਦਾਂ ਸਕਦੀ ਹੈ? ਇਨਸਾਨ ਪਾਪੀ ਨਹੀਂ ਹੈ, ਬਸ ਇਨਸਾਨ ਦੀ ਸੋਚ, ਇਨਸਾਨ ਦੇ ਖਿਆਲ ਬੁਰੇ ਹੈ। ਇਹਨਾਂ ਖਿਆਲਾਂ ਨੂੰ ਬਦਲ ਦਿਓ ਤਾਂ ਤੁਹਾਡੇ ਤੋਂ ਜ਼ਿਆਦਾ ਅੱਛਾ ਕੋਈ ਦੁਨੀਆ ਤੇ ਹੈ ਹੀ ਨਹੀਂ। ਇੱਕ ਕੋਇਲਾ ਹੀ ਹੀਰਾ ਬਣਦਾ ਹੈ, ਤੁਸੀਂ ਵੀ ਹੀਰੇ ਹੋ। ਆਪਣੇ ਅੰਦਰਲੇ ਗੁਣਾਂ ਨੂੰ ਪਹਿਚਾਣੋ। ਇਸ ਲਈ ਵਿਸ਼ਵਾਸ ਨਾਲ ਚਲੋ, ਭਰੋਸੇ ਦੇ ਨਾਲ ਚਲੋ, ਯਕੀਨ ਦੇ ਨਾਲ ਚਲੋ, ਕਿਉਂਕਿ ਜਿਹਨਾਂ ਅੰਦਰ ਪਿਆਰ ਹੈ, ਵਿਸ਼ਵਾਸ ਹੈ, ਯਕੀਨ ਹੈ, ਫਿਰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਾਲਕ ਉਹਨਾਂ ਦੀ ਝੋਲੀ 'ਚ ਪਾ ਦਿੰਦੇ ਹੈ। ਇਸ ਲਈ ਇੱਕ ਵਾਰ ਫਿਰ ਕਹਿਣਾ ਹੈ, ਮੈਨੂੰ ਆਪਣੇ ਮਾਲਿਕ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਤੇ ਪੂਰਾ ਬਸ ਇਹ ਵਿਸ਼ਵਾਸ ਰੱਖਣਾ ਹੈ, ਕਿਉਂਕਿ ਜਿਹਨਾਂ ਅੰਦਰ ਪਿਆਰ ਹੈ, ਵਿਸ਼ਵਾਸ ਹੈ, ਫਿਰ ਮਾਲਕ ਦੇ ਘਰ 'ਚੋਂ ਉਹ ਸਭ ਕੁਝ ਲੈ ਜਾਂਦੇ ਹੈ। ਇਸ ਲਈ ਹੁਣ ਆਖਰਲੇ ਵਚਨਾਂ 'ਚ ਇਹੀ ਕਵਾਂਗੇ ਕਿ ਮਾਲਕ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਿਰਪਾ, ਦਇਆ, ਮਿਹਰ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਹੋਣ, ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ ਨੂੰ ਮਾਲਕ ਦੂਰ ਕਰਨ, ਔਰ ਤੁਹਾਡੇ ਸਭ ਦੇ ਚਿਹਰਿਆਂ ਤੇ ਸਮਾਈਲ ਦਿਓ, ਸਮਾਈਲ ਖੁੱਲ ਕੇ ਜ਼ਰਾ, ਬਸ ਤੁਹਾਡੇ ਚਿਹਰਿਆਂ ਤੇ ਸਮਾਈਲ ਇੱਦਾਂ ਹੀ ਬਣੀ ਰਵੇ, ਇੱਦਾਂ ਹੀ ਹੱਸਦੇ ਮੁਸਕਰਾਉਂਦੇ ਰਹੋ, ਕਿਉਂਕਿ ਫੁੱਲ ਖਿਲੇ ਚੰਗੇ ਲੱਗਦੇ ਹੈ। ਔਰ ਤੁਸੀਂ ਵੀ ਉਹ ਮਾਲਿਕ ਦੇ ਬਾਗ ਦੇ ਛੋਟੇ ਛੋਟੇ ਫੁੱਲ ਹੋ, ਔਰ ਦੇਖੋ ਜਦੋਂ ਛੋਟੇ ਛੋਟੇ ਫੁੱਲ ਇਕੱਠੇ ਹੋ ਜਾਂਦੇ, ਗੁਲਦਸਤਾ ਕਿੰਨਾ ਸੋਹਣਾ ਲੱਗਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹਰ ਫੁੱਲ ਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਤੁਹਾਡੀ ਬਹੁਤ ਅਹਿਮੀਅਤ ਹੈ। ਆਪਣੀ ਮੁਸਕਰਾਹਟ ਨੂੰ ਕਦੀ ਖਤਮ ਨਾ ਹੋਣ ਦਿਓ, ਕਿਉਂਕਿ ਤੁਸੀਂ ਦੁਨੀਆ ਬੇਸ਼ੱਕ ਕਵੇ ਤੇਰੀ ਕੋਈ ਵੈਲਿਊ ਹੈ ਨਹੀਂ, ਪਰ ਇੱਕ ਗੱਲ ਯਾਦ ਰੱਖੋ, ਸਾਡੀਆਂ ਨਜ਼ਰਾਂ 'ਚ ਤੁਸੀਂ ਬਹੁਤ ਕੀਮਤੀ ਹੋ।
ਸਾਡੀਆਂ ਨਜ਼ਰਾਂ 'ਚ ਤੁਸੀਂ ਅਨਮੋਲ ਹੋ, ਅਨਮੋਲ, ਜਿਹਦੀ ਕੋਈ ਕੀਮਤ ਦੇ ਨਹੀਂ ਸਕਦਾ। ਤੁਸੀਂ ਬਹੁਤ ਅਨਮੋਲ ਹੋ ਸਾਡੀਆਂ ਨਜ਼ਰਾਂ 'ਚ, ਔਰ ਸਾਡੀਆਂ ਨਜ਼ਰਾਂ 'ਚ ਵੀ ਤਾਂ ਉਹ ਮਾਲਕ ਦੀਆਂ ਨਜ਼ਰਾਂ 'ਚ ਵੀ। ਇਸ ਲਈ ਜੇ ਉਹਦੀਆਂ ਨਜ਼ਰਾਂ 'ਚ ਅਨਮੋਲ ਹੋ ਗਏ, ਉਹਦੀਆਂ ਨਜ਼ਰਾਂ 'ਚ ਸਾਡੀ ਕੀਮਤ ਪੈ ਗਈ, ਤਾਂ ਫਿਰ ਕੀ ਲੈਣਾ ਦੁਨੀਆ ਕੀ ਕਹਿੰਦੀ ਹੈ, ਕਿਉਂਕਿ ਦੁਨੀਆ ਦਾ ਕੰਮ ਤਾਂ ਕਹਿਣਾ ਹੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਵਿਸ਼ਵਾਸ ਰੱਖਣਾ ਹੈ। ਫਿਰ ਕਹਾਂਗੇ ਸਾਡੀਆਂ ਨਜ਼ਰਾਂ 'ਚ ਤੁਸੀਂ ਬਹੁਤ ਅਨਮੋਲ ਹੋ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਆਪਣੇ ਆਪ ਤੇ ਵਿਸ਼ਵਾਸ ਰੱਖੋ, ਕੋਈ ਤੁਹਾਡਾ ਸਾਥ ਦੇਵੇ ਨਾ ਦੇਵੇ, ਇੰਨਾ ਯਾਦ ਰੱਖੋ, ਮੇਰਾ ਮਾਲਿਕ ਮੇਰੇ, ਬਸ ਇਹ ਵਿਸ਼ਵਾਸ ਰੱਖਣਾ ਹੈ। ਮੈਂ ਕਿਤੇ ਵੀ ਚਲਾ ਜਾਵਾਂ, ਮੇਰਾ ਮਾਲਿਕ ਹਰ ਪਲ ਮੇਰੇ ਨਾਲ ਹੈ। ਔਰ ਵਾਕਈ ਇਹ ਗੱਲ ਕਹਿਣ ਦੀ ਨਹੀਂ ਹੈ, ਜੇ ਵਿਸ਼ਵਾਸ ਨਾਲ ਚੱਲਦੇ ਹੋ ਤਾਂ ਮਾਲਿਕ ਹਰ ਕਦਮ ਤੇ ਤੁਹਾਡੇ ਨਾਲ ਹੈ। ਇਸ ਲਈ ਮਾਲਿਕ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਿਰਪਾ, ਦਇਆ, ਮਿਹਰ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਤੁਹਾਡੇ ਦਿਲਾਂ 'ਚ ਪਿਆਰ, ਵਿਸ਼ਵਾਸ ਵੱਧਦਾ ਚਲਾ ਜਾਵੇ। ਤੁਹਾਡੇ ਦਿਲਾਂ 'ਚ ਪ੍ਰੇਮ ਦਾ ਰੰਗ, ਏਕਤਾ ਦਾ ਰੰਗ, ਆਪਸੀ ਭਾਈਚਾਰੇ ਦਾ ਰੰਗ, ਇਨਸਾਨੀਅਤ ਦਾ ਰੰਗ ਚੜ੍ਹਦਾ ਚਲਾ ਜਾਵੇ। ਔਰ ਮਾਲਿਕ ਤੁਹਾਡੀਆਂ ਸਾਰੀਆਂ ਤਕਲੀਫਾਂ, ਦੁੱਖਾਂ, ਦਰਦਾਂ, ਪਰੇਸ਼ਾਨੀਆਂ ਨੂੰ ਦੂਰ ਕਰਨ। ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਤੁਹਾਡੇ ਅੰਦਰ ਪੈਦਾ ਹੋ ਜਾਵੇ। ਔਰ ਮਾਲਿਕ ਤੁਹਾਨੂੰ ਨੇਕ ਕਰਮ ਕਰਨ ਦੀ ਤਾਕਤ ਦੇਣ, ਤਾਂ ਕਿ ਸੇਵਾ ਕਰਕੇ, ਸਿਮਰਨ ਕਰਕੇ, ਦਾਨ ਪੁੰਨ ਕਰਕੇ, ਅੱਛਾਈ ਦੇ ਮਾਰਗ ਤੇ ਚੱਲ ਕੇ ਤੁਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕੋ। ਔਰ ਅੱਜ ਇਸ ਵੀਰਵਾਰ ਦੇ ਪਵਿੱਤਰ ਦਿਨ ਤੇ ਜਿੰਨੇ ਵੀ ਜੀਵ ਉਸ ਮਾਲਿਕ ਦੇ ਦਰ ਤੇ ਆਏ ਹੈ, ਮਾਲਿਕ ਤੁਹਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਕਬੂਲ ਕਰਨ। ਔਰ ਅੱਜ ਜਿਹੜੇ ਜੀਵ ਉਸ ਮਾਲਿਕ ਦੇ ਨਾਮ ਦੀਆਂ ਨਿਆਜ਼ਾਂ ਲੈ ਕੇ ਆਏ ਹੈ, ਜੇ ਕੋਈ ਆਪਣੀ ਤਕਲੀਫ, ਦੁੱਖ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਜਿਸ ਭਾਵਨਾ ਨਾਲ ਉਹ ਜੀਵ ਨਿਆਜ਼ ਲੈ ਕੇ ਆਇਆ ਹੈ, ਮਾਲਿਕ ਉਹਦੀ ਉਹ ਨਿਆਜ਼ ਨੂੰ ਕਬੂਲ ਕਰਨ, ਉਹਦੀ ਉਹ ਭਾਵਨਾ ਨੂੰ, ਕਾਮਨਾ ਨੂੰ ਪੂਰਾ ਕਰਨ। ਤਾਂ ਜੇ ਕੋਈ ਜੀਵ ਖੁਸ਼ੀ ਦੀ ਨਿਆਜ਼ ਲੈ ਕੇ ਆਇਆ ਹੈ, ਤਾਂ ਮਾਲਕ ਉਹ ਜੀਵ ਦੀ ਖੁਸ਼ੀ ਦੀ ਨਿਆਜ਼ ਨੂੰ ਕਬੂਲ ਕਰਨ, ਔਰ ਉਹਦੀ ਝੋਲੀ 'ਚ ਇੰਨੀਆਂ ਖੁਸ਼ੀਆਂ ਪਾਣ ਕਿ ਉਹਨੂੰ ਫਰਿਆਦਾਂ ਕਰਨ ਦੀ ਕਦੀ ਲੋੜ ਹੀ ਨਾ ਪਵੇ। ਔਰ ਜਿਸ ਪਰਿਵਾਰ ਦੀ ਤਰਫੋਂ ਅੱਜ ਦਾ ਸਤਸੰਗ ਹੋਇਆ ਹੈ, ਮਾਲਕ ਉਸ ਪਰਿਵਾਰ ਨੂੰ ਵੀ ਖੁਸ਼ੀਆਂ ਨਾਲ ਭਰਪੂਰ ਕਰਨ, ਰਹਿਮਤਾਂ ਨਾਲ ਭਰਪੂਰ ਕਰਨ, ਤਾਂ ਕਿ ਇਸੇ ਤਰ੍ਹਾਂ ਜਿਹੜਾ ਵੀ ਜੀਵ ਦਰਬਾਰ ਤੇ ਸਤਸੰਗ ਕਰਵਾਵੇ, ਉਹ ਖੁਸ਼ੀਆਂ, ਰਹਿਮਤਾਂ, ਬਰਕਤਾਂ ਨਾਲ ਭਰਪੂਰ ਹੋ ਕੇ ਜਾਵੇ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ ਸਵੀਕਾਰ ਕਰੋ। जय मालकांदी। सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।